जी। सतनाम श्री वाहिगुरु साहिब जी। एक ओंकार सतनाम करता पुरखो निरभउ निर्वैर अकाल मूरत अजूनी सैभं गुर प्रसाद जाप आद सच जुगाद सच है भी सच नानक होसी भी सच। चक्र चिहन अर भरन जात अर पात नहन जह रूप रंग अर रेख पेख को कह ना सकत किह। अचल मूरत अनभव प्रकाश अमितोज कहजै कोट इंद्र इंद्राण साहि सहाण गणजै। त्रिभुवन महीप सुर नर असुर नेत नेत बन तृण कहत त्वै सर्व नाम कथ कवन कर्म नाम वर्णत सुमत। दंडावत बंदन अनक बार सर्व कला समरथ डोलन ते राखो प्रभु नानक दे कर हाथ। बंग के बंगाली फिर हंग के फिरंगा वाली दिल्ली के दिल वाली तेरी आज्ञा में चलत है। रोह के रोहेले भाग देश के मगेले वीर बंग सी बुंदेले पाप पुंज को मलत है। गोखा गुण गावै चीन मचीन का शीस न्यावै तिब्बती त्याय दोख देह के दलत हैं। जिन्हें तो है त्यायो तिन्हें पूरन प्रताप पायो सर्व तन ताम फल फूल सो फलत हैं। देव देवतान कहो सुरेश दानवान कहो महेश गंग धान कहो अपेस कहियत हैं। रंग में रंगीन राग रूप में प्रवीण और काहू पै न दीन साध अधीन कहियत हैं। पाइयै न पार तेज पुंज में अपार सर्व विद्या के उदार हैं अपार कहियत हैं।
हाथी की पुकार पाल पाछै पहुँचत ताहि। चींटी की चिंगार पहले ही सुनियत है। बलिहारी गुर अपने द्योहाड़ी सदवार। जिन मानस ते देवते किए करत न लागी वार। गुर बिन घोर अंधार गुरु बिन समझ न आवै। गुर बिन सुरत न सिद्ध गुरु बिन मुक्त न पावै। गुर कर सत विचार गुरु कर रे मन मेरे। गुर कर शब्द सपुन अगन कटहे सब तेरे। गुर नैन बैन गुर गुर करहु रहाऊ। वड्डे भाग भेटै गुरदेवा कोट अपराध मिटे हर सेवा। चरण कमल जाका मन रापै सोग अगन तिस जन न व्यापै। सागर तरिया साधु संगे निरभाओ नाम जपहु हर रंगे। पर धन दोख किश पाप न फेड़े जम जंदार न आवै नेड़े। तृष्णा अगन प्रभ आप बुझाई नानक उदरे प्रभ सरणाई। बेसुमार अथाह अगनत अतोला ज्यो बुलावहु त्यो नानक दास बोलै। ज्यो बुलावहु त्यो नानक दास बोलै। सतनाम श्री वाहेगुरु जी। सलोक संत मंडल हर जस कथहे बोला हे सत सुभाए। नानक मन संतोखिया एकस स्यों लेव लाए। संत मंडल हर जस कथहे बोला हे सत सुभाए। नानक मन संतोखिया एकस स्यों लेव लाए। पौड़ी सप्तम संचाहु नाम धन टूट न जाहे भंडार। संत संगत मह पाइया अंत न पारावार। आप तजहो गोविंद भजहो शरण परहो हर राय। दुख हरा पाव जल तरा मन
ਮਨ ਚਿੰਦਿਆ ਫਲ ਪਾਏ। ਆਟ ਪਹਰ ਮਨ ਹਰ ਜਪੈ ਸਫਲ ਜਨਮ ਪਰਵਾਣ। ਅੰਤਰ ਬਾਹਰ ਸਦਾ ਸੰਗ ਕਰਨਾ ਹਾਰ ਪਛਾਣ। ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਨਾਨਕ ਤਿਸ ਬਲ ਹਾਰਣਾ ਹਰ ਹਰ ਨਾਮ ਜਪੇ। ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਨਾਨਕ ਤਿਸ ਬਲ ਹਾਰਣਾ ਹਰ ਹਰ ਨਾਮ ਜਪੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਤਖਤ ਚਵਰ ਛਤਰ ਸਿੰਘਾਸਨ ਦੇ ਮਾਲਿਕ ਬਾਣੀ ਕੇ ਬੋਹਿਤ ਨਾਮ ਬਾਣੀ ਕੇ ਜਹਾਜ ਸਰਬ ਜੀਆਂ ਦੇ ਤਾਰਨਹਾਰ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਨੀਲੇ ਦੇ ਸ਼ਾਹ ਸਵਾਰ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ ਆਪਣੀਆਂ ਪਿਆਰੀਆਂ ਸੰਗਤਾਂ ਦੇ ਉੱਪਰ ਨਜ਼ਰੇ ਅਨਾਇਤ ਕਰਦਿਆਂ ਹੋਇਆਂ ਕਿਰਪਾਲਤਾ ਬਖਸ਼ਿਸ਼ ਮਿਹਰ ਕਰਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਆਪਣੇ ਪਾਵਨ ਸੱਚਖੰਡ ਦਰਬਾਰ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਵਡਭਾਗੀ ਜਨਾਂ ਨੇ ਸਤਿਗੁਰੂ ਜੀ ਦੇ ਪਿਆਰ ਵਾਲਿਆਂ ਨੇ ਨੇਮ ਵਾਲਿਆਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕੇ ਗੁਰ ਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਨੂੰ ਪੜ੍ਹ ਸਰਵਣ ਅਤੇ ਗਾਇਨ ਕਰਕੇ ਆਤਮਿਕ ਆਨੰਦ ਨੂੰ ਮਾਨਣਾ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਦੀ ਰੋਜ਼ਾਨਾ ਦੀ ਮਰਿਆਦਾ ਦੇ ਅਨੁਸਾਰ ਵੇਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨੇ ਦਾ ਸਰਬਤ ਮਾਈ ਭਾਈ ਆਪਣੇ ਮਨ ਬਿਰਤੀਆਂ ਨੂੰ ਸੰਕੋਚਦਿਆਂ ਹੋਇਆਂ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਿਵਾਜ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਨਾਮ ਸਹਿਤ ਪਿਆਰ ਦੇ ਮੁਖ ਚੋਂ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਸੰਤ ਮੰਡਲ ਹਰ ਜਸ ਕਥਾ ਹੈ ਬੋਲਾ ਹੈ ਸਤ ਸੁਭਾਏ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਵਨ ਪੰਜਵੇਂ ਸਰਗੁਣ ਸਰੂਪ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਸਰਬਤ ਜੀਵਾਂ ਦੇ ਉੱਪਰ ਦਇਆਲਤਾ ਕਰਕੇ ਤਾਰਨ ਵਾਲੇ ਬਖਸ਼ਿੰਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਰਚ ਕਰਕੇ ਇੱਕ ਇੱਕ ਥਿੱਤ ਦੇ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਦਾ ਉਪਦੇਸ਼ ਦੇ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜਣਾਵਣਾ ਕੀਤਾ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਹੀ ਸ੍ਰੇਸ਼ਟ ਹੈ। 4 ਵੇਦ 6 ਸ਼ਾਸਤਰ 18 ਪੁਰਾਣ 27 ਸਿਮਰਤੀਆਂ ਨਾਰਦ ਮੁਨੀ ਵਰਗੇ ਮਹਾਤਮਾ ਸੁਖਦੇਵ ਵਰਗੇ ਮਹਾਤਮਾ ਇਸੇ ਪ੍ਰਕਾਰ ਰਿਖੀ ਵੇਦ ਵਿਆਸ ਵਰਗੇ ਸਾਰੇ ਹੀ ਇਸ ਦੇ ਨਾਮ ਨੂੰ ਉੱਤਮ ਕਹਿੰਦੇ ਨੇ।
ਐਸੇ ਜਿਹੜੇ ਗੁਰਮੁਖ ਜਨ ਨੇ ਪ੍ਰਮਾਤਮਾ ਦੀ ਭਗਤੀ ਦੇ ਰਸ ਦੇ ਅੰਦਰ ਤਿਨਾਂ ਦਾ ਮਨ ਗਿੱਝ ਗਿਆ ਹੈ, ਹਿਲ ਗਿਆ ਹੈ। ਹਰੀ ਪ੍ਰਮਾਤਮਾ ਜੀ ਦੇ ਪ੍ਰੇਮ ਦੇ ਅੰਦਰ ਤਿਨਾਂ ਦੇ ਹਿਰਦੇ ਵਿੰਨੇ ਗਏ ਨੇ। ਐਸੇ ਜਿਹੜੇ ਪਿਆਰੇ ਭਗਤ ਨੇ ਨਾ, ਭਗਵੰਤ ਜੀ ਦੀ ਪ੍ਰੇਮਾ ਭਗਤੀ ਦੇ ਅੰਦਰ ਰਚੇ ਹੋਏ ਨੇ, ਤਦਾਕਾਰ ਹੋ ਰਹੇ ਨੇ, ਰਲ ਮਿਲ ਰਹੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਵਣਾ ਕੀਤਾ ਨਾ, ਉਪਦੇਸ਼ ਦੇਣਾ ਕੀਤਾ ਹੈ। ਉਹਨਾਂ ਦਾ ਮੋਹ ਵੀ ਨਾਸ ਹੋ ਗਿਆ, ਮਾਣ ਵੀ ਨਾਸ ਹੋ ਗਿਆ, ਭਰਮ ਵੀ ਤਿੰਨਾਂ ਦਾ ਨਾਸ ਹੋ ਗਿਆ। ਤਿੰਨਾਂ ਨੇ ਦਇਆਲੂ ਸਤਿਗੁਰੂ ਜੀ ਦੇ ਚਰਨਾਂ ਦੀ ਓਟ ਨੂੰ, ਆਸਰੇ ਨੂੰ ਪਾ ਲੈਣਾ ਕੀਤਾ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਅੰਮ੍ਰਿਤਮਈ ਪ੍ਰਵਚਨਾਂ ਦੇ ਨਾਲ ਜਦੋਂ ਸਿੱਖਾਂ ਨੂੰ ਨਿਹਾਲ ਕਰ ਰਹੇ ਨੇ ਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਦ ਕਿ ਇਹ ਸਾਰਾ ਸੰਸਾਰ ਵਿਕਾਰਾਂ ਦੇ ਅੰਦਰ ਉਲਝਿਆ ਪਿਆ ਹੈ, ਇਹਨਾਂ ਵਿਕਾਰਾਂ ਨੇ ਕਿਸੇ ਨੂੰ ਛੱਡਿਆ ਨਹੀਂ। ਜੋਧੇ ਵੀ ਨਹੀਂ ਛੱਡੇ, ਤਪ ਵਾਲੇ ਵੀ ਨਹੀਂ ਛੱਡੇ, ਮਾਣ ਤਾਣ ਵਾਲੇ ਵੀ ਨਹੀਂ ਛੱਡੇ, ਜੋਗੀ ਸੰਨਿਆਸੀ ਵੀ ਨਹੀਂ ਛੱਡੇ, ਹੱਠ ਜੋਗ ਵਾਲੇ ਵੀ ਨਹੀਂ ਛੱਡੇ, ਪ੍ਰਾਣਾਯਾਮ ਵਾਲੇ ਵੀ ਨਹੀਂ ਛੱਡੇ, ਧੋਤੀ ਨੇਤੀ ਨਿਉਲੀ ਕਰਮ ਕਰਨ ਵਾਲੇ ਵੀ ਨਹੀਂ ਛੱਡੇ। ਜਦੋਂ ਇਹਨਾਂ ਵਿਕਾਰਾਂ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ ਤੇ ਗਰੀਬ ਨਿਵਾਜ ਫਿਰ ਜਿਹੜੇ ਸੰਤ ਜਨ ਨੇ ਪ੍ਰਮਾਤਮਾ ਦੇ, ਉਹ ਇਹਨਾਂ ਵਿਕਾਰਾਂ ਤੋਂ ਕਿਵੇਂ ਬਚੇ ਨੇ? ਜਦੋਂ ਵਿਕਾਰਾਂ ਨੇ ਛੱਡਿਆ ਹੀ ਕਿਸੇ ਨੂੰ ਨਹੀਂ ਤੇ ਫਿਰ ਸੰਤ ਜਨ ਕਿਵੇਂ ਬਚੇ ਨੇ? ਹਜ਼ੂਰ ਫਰਮਾਨ ਕਰਨਾ ਕਰਦੇ ਹਨ ਜੀ, ਸੰਤ ਮੰਡਲ ਹਰ ਜਸ ਕਥਹਿ, ਬੋਲਾਹੇ ਸਤ ਸੁਭਾਏ। ਗਰੀਬ ਨਿਵਾਜ ਸਾਹਿਬ ਜੀ ਸ਼ਲੋਕ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕਰਦੇ ਨੇ। ਇਹ ਗੁਰਮੁਖੋ, ਜੋ ਸੰਤ ਜਨਾਂ ਦਾ ਮੰਡਲ ਹੈ ਨਾ, ਸਾਧ ਸੰਗਤ ਜੀ, ਕੋਈ ਛੋਟਾ ਜਥਾ ਹੋਵੇ ਤੇ ਤਿੰਨਾਂ ਨੂੰ ਸੰਤਾਂ ਦੀ ਮੰਡਲੀ ਆਖਿਆ ਜਾਂਦਾ ਹੈ, ਤੇ ਜੇ ਜਥਾ ਬਹੁਤ ਵੱਡਾ ਹੋਵੇ ਤੇ ਫਿਰ ਤਿਸ ਨੂੰ ਮੰਡਲ ਆਖਿਆ ਜਾਂਦਾ ਹੈ। ਭਾਵੇਂ ਕਿ ਇਹ ਜਿਹੜਾ ਮੰਡਲ ਸ਼ਬਦ ਹੈ ਹੋਰ ਵੀ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਅਰਥਾਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਕਿਤ ਕਰਨਾ ਕੀਤਾ, ਪਰ ਇੱਥੇ ਸੰਤ ਮੰਡਲ ਤੋਂ ਭਾਵ ਹੈ ਸੰਤਾਂ ਦਾ ਜਥਾ, ਸੰਤਾਂ ਦਾ ਸਮੂਹ, ਸੰਤਾਂ ਦਾ ਸਮੁਦਾਇ। ਜੋ ਇਸੇ ਪ੍ਰਕਾਰ ਅਗਲਾ ਅਰਥ ਬਣੇਗਾ ਸੰਤਾਂ ਦਾ ਸਮੁਦਾਇ ਭਾਵ ਸਾਧ ਸੰਗਤ, ਸਤਿਗੁਰੂ ਜੀ ਦੀ ਸਤ ਸੰਗਤ। ਹਜ਼ੂਰ ਫਰਮਾਵਣਾ ਕਰਦੇ ਨੇ, ਜੋ ਸੰਤ ਜਨ ਨੇ ਨਾ, ਸੰਤਾਂ ਦਾ ਸਮੁਦਾਇ ਆ ਨਾ, ਉਹ ਬੋਲਹਿ ਸਤ ਸੁਭਾਏ। ਸੁਭਾਵਕ ਹੀ ਮੁਖ ਦੇ ਵਿੱਚੋਂ ਸਤ ਬਚਨਾਂ ਨੂੰ ਬੋਲਦੇ ਨੇ, ਸੁਭਾਵਕ ਹੀ ਮੁਖ ਦੇ ਵਿੱਚੋਂ ਸਤਨਾਮ ਨੂੰ ਬੋਲਣਾ ਕਰਦੇ ਨੇ। ਜੋ ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਜਦੋਂ ਉੱਠਦੇ ਨੇ, ਜਾਗਦੇ ਨੇ, ਬੈਠਦੇ ਨੇ ਤੇ ਸੁਭਾਵਕ ਹੀ ਮੁਖ ਦੇ ਵਿੱਚੋਂ ਫਰਮਾਉਂਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਇਸ ਪ੍ਰਕਾਰ ਸੁਭਾਵਕ ਹੀ ਮੁਖ ਦੇ ਵਿੱਚੋਂ ਸਤਨਾਮ ਨੂੰ ਉਚਾਰਨਾ ਕਰਦੇ ਨੇ ਤੇ ਹਰ ਵੇਲੇ ਹਰ ਜਸ ਕਥਹਿ, ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਜਸ ਨੂੰ ਸਦਾ ਹੀ ਆਪਣੇ ਮੁਖ ਦੇ ਵਿੱਚੋਂ ਕਥਨ ਕਰਕੇ ਦੂਸਰਿਆਂ ਨੂੰ ਸੁਣਾਉਂਦੇ ਰਹਿੰਦੇ ਨੇ। ਇਸੇ ਪ੍ਰਕਾਰ ਆਪਣੇ ਮਨ ਨੂੰ ਉਪਦੇਸ਼ ਦੇਣ ਵਾਸਤੇ ਵੀ ਵਾਹਿਗੁਰੂ ਜੀ ਦੇ ਜਸ ਨੂੰ ਸਦਾ ਹੀ ਉਚਾਰਦੇ ਰਹਿੰਦੇ ਨੇ। ਮਨਾ, ਜਿਹੜਾ ਐਸਾ ਜਸ ਦਾ ਮਾਲਕ ਹਰੀ ਵਾਹਿਗੁਰੂ ਹੈ ਨਾ, ਤਿਸ ਦੇ ਚਰਨਾਂ ਦੀ ਸ਼ਰਨ ਵਿੱਚ ਹੀ ਸਦਾ ਰਹਿਣਾ ਕਰ। ਜਿਹੜਾ ਇਸ ਪ੍ਰਕਾਰ ਜਸ ਬਖਸ਼ ਦੇਣਾ ਕਰਦਾ ਹੈ ਆਪਣੇ ਭਗਤ ਜਨਾਂ ਨੂੰ, ਲੋਕ ਅਤੇ ਪਰਲੋਕ ਦੇ ਵਿੱਚ ਮੁਖ ਉਜਲੇ ਕਰ ਦੇਣਾ ਕਰਦਾ ਹੈ ਨਾ, ਤਿਸ ਦੇ ਜਸ ਨੂੰ ਸੰਤ ਜਨ ਸਦਾ ਹੀ ਕਥਨ ਕਰਦੇ ਰਹਿੰਦੇ ਨੇ ਤੇ ਮੁਖ ਦੇ ਵਿੱਚੋਂ ਸਦਾ ਹੀ ਸਤ ਬਚਨਾਂ ਨੂੰ ਬੋਲਦੇ ਨੇ। ਮੁਖ ਦੇ ਵਿੱਚੋਂ ਸੰਤ ਜਨ ਕਦੇ ਝੂਠ ਨਹੀਂ ਬੋਲਦੇ, ਕਿਉਂਕਿ ਝੂਠ ਬੋਲਣ ਦੇ ਨਾਲ ਜਿਹੜੇ ਸ਼ੁਭ ਗੁਣ ਨੇ ਤਿੰਨਾਂ ਦਾ ਅਭਾਵ ਹੋ ਜਾਂਦਾ ਹੈ। ਜਿਵੇਂ ਜਿਵੇਂ ਪ੍ਰਾਣੀ ਝੂਠ ਬੋਲਦਾ ਜਾਵੇਗਾ ਤੇ ਇਸ ਦੇ ਸ਼ੁਭ ਗੁਣਾਂ ਦਾ ਨਾਸ਼ ਹੁੰਦਾ ਜਾਵੇਗਾ, ਤੇ ਜਿਵੇਂ ਜਿਵੇਂ ਸੱਚ ਬੋਲੇਗਾ ਨਾ, ਉਹ ਸੱਚ ਸਰੂਪ ਪਰਮਾਤਮਾ ਜੀ ਦੇ ਨੇੜੇ ਹੁੰਦਾ ਜਾਵੇਗਾ। ਇਸ ਕਰਕੇ ਜਿਹੜੇ ਸੰਤ ਜਨ ਨੇ ਕਦੇ ਝੂਠ ਨਹੀਂ ਬੋਲਦੇ, ਮੁਖ ਦੇ ਵਿੱਚੋਂ ਵੀ ਸਦਾ ਸੱਚੇ ਬਚਨ ਹੀ ਬੋਲਦੇ ਨੇ, ਸਦਾ ਸਤਨਾਮ ਨੂੰ ਹੀ ਬੋਲਦੇ ਨੇ ਤੇ ਸੁਭਾਵਕ ਹੀ ਸਤ ਸਰੂਪ ਪਰਮਾਤਮਾ ਜੀ ਦੇ ਨਾਮ ਨੂੰ ਜਪਣ ਦਾ ਸੁਭਾਵਕ ਹੀ ਉਪਦੇਸ਼ ਦੇਣਾ ਕਰਦੇ ਹਨ ਜੀ। ਨਾਨਕ ਮਨ ਸੰਤੋਖੀਆ, ਏਕਸ ਸਿਉ ਲੇਵ ਲਾਏ। ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਇਸ ਪ੍ਰਕਾਰ ਇੱਕ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਸਦਾ ਹੀ ਆਪਣੇ ਮਨ ਦੀ ਲਿਵ ਨੂੰ ਲਾ ਕਰਕੇ ਰੱਖਦੇ ਨੇ, ਜਿਸ ਦੇ ਸਦਕਾ ਹਜ਼ੂਰ ਫਰਮਾਉਂਦੇ ਨੇ, ਮਨ ਸੰਤੋਖੀ ਹੈ, ਤਿੰਨਾਂ ਦੇ ਮਨ ਨੂੰ ਸਦਾ ਸਦਾ ਵਾਸਤੇ ਸੰਤੋਖ ਆ ਜਾਂਦਾ ਹੈ। ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ, ਕਾਮ ਕ੍ਰੋਧ ਦੀ ਅੱਗ ਬੁਝ ਜਾਂਦੀ ਹੈ, ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ, ਲੋਭ ਲਾਲਚਾਂ ਦੀ ਅੱਗ ਬੁਝ ਜਾਂਦੀ ਹੈ। ਕਿਸੇ ਪ੍ਰਕਾਰ ਦੇ ਵਿਕਾਰ ਤਿੰਨਾਂ ਦੇ ਮਨ ਦੇ ਅੰਦਰ ਨਹੀਂ ਰਹਿ ਜਾਂਦੇ। ਇਸ ਪ੍ਰਕਾਰ ਹਰ ਵੇਲੇ ਨਾਮ ਜਪਣੇ ਦੇ ਨਾਲ, ਸੱਚ ਸਰੂਪ ਵਾਹਿਗੁਰੂ ਜੀ ਦਾ ਨਾਮ ਲੈਣੇ ਦੇ ਨਾਲ, ਪੜ੍ਹ ਕਰਕੇ ਦੂਸਰਿਆਂ ਨੂੰ ਸੁਣਾਵਣੇ ਦੇ ਨਾਲ
ਵਡਿਆਈਆਂ ਨੂੰ ਕਥਨ ਕਰਨੇ ਦੇ ਨਾਲ ਤੇ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਪ੍ਰੇਮ ਦੇ ਨਾਲ ਲਿਵ ਲਾਉਣੇ ਦੇ ਸਦਕਾ ਤਿਨਾਂ ਦੇ ਮਨ ਨੂੰ ਸੰਤੋਖ ਆ ਜਾਂਦਾ ਹੈ। ਇਸ ਲਈ ਭਾਈ ਉਹ ਵਿਕਾਰੀ ਨਹੀਂ ਹੁੰਦੇ ਹਨ। ਪੌੜੀ ਸਪਤਮ ਸੰਚਹੁ ਨਾਮ ਤਨ ਟੂਟ ਨ ਜਾਹੇ ਭੰਡਾਰ। ਹਜ਼ੂਰ ਸਾਡੇ ਵਾਸਤੇ ਅੱਗੇ ਕੀ ਉਪਦੇਸ਼ ਹੈ ਤੇ ਪਾਤਸ਼ਾਹ ਜੀ ਪੌੜੀ ਰਾਹੀਂ ਸਪਤਮੀ ਥਿਤ ਦਾ ਨਾਮ ਉਚਾਰਨ ਕਰਕੇ ਉਪਦੇਸ਼ ਦੇਣਾ ਕਰਦੇ ਨੇ ਕਿ ਭਾਈ ਸਪਤਮੀ ਥਿਤ ਆ ਗਈ ਏ। ਐਸਾ ਨਹੀਂ ਕਿ 6 ਦਿਨ ਜਪ ਲਿਆ ਤੇ 7ਵੇਂ ਦਿਨ ਸੁੱਤੇ ਹੀ ਰਹੇ। ਸੰਚਹੁ ਨਾਮ ਧਨ, ਜਿਵੇਂ 6 ਦਿਨਾਂ ਦੇ ਅੰਦਰ ਨਾਮ ਦਾ ਸਿਮਰਨ ਕੀਤਾ ਹੈ ਨਾ, ਬੰਦਗੀ ਕੀਤੀ, ਸਿਮਰਨ ਭਜਨ ਕੀਤਾ ਹੈ, ਸਪਤਮੀ ਵਾਲੇ ਦਿਨ 7ਵੀਂ ਥਿਤ ਆ ਗਈ। ਸੰਚਹੁ ਨਾਮ ਧਨ, ਆਪਣੇ ਹਿਰਦੇ ਰੂਪੀ ਭਾਂਡੇ ਦੇ ਅੰਦਰ, ਭੰਡਾਰੇ ਦੇ ਅੰਦਰ ਨਾਮ ਰੂਪੀ ਧਨ ਨੂੰ ਸੰਚੋ ਇਕੱਤਰ ਕਰ ਲੈਣਾ ਕਰੋ। ਟੂਟ ਨਾ ਜਾਹੇ ਭੰਡਾਰ। ਸਾਧ ਸੰਗਤ ਜੀ ਇਹ ਜਿਹੜਾ ਪਾਠ ਹੈ ਭੰਡਾਰ ਹੈ ਡੱਡੇ ਦੇ ਨਾਲ। ਜੇ ਭੰਡਾਰ ਬੋਲਾਂਗੇ ਫਿਰ ਢੱਡਾ ਅੱਖਰ ਲੱਗ ਜਾਵੇਗਾ। ਆਸਣ ਲੋਏ ਲੋਏ ਭੰਡਾਰ, ਜਪਜੀ ਸਾਹਿਬ ਜੀ ਦੇ ਅੰਦਰ ਵੀ ਭੰਡਾਰ ਹੀ ਆਇਆ। ਇੱਥੇ ਵੀ ਸਤਿਗੁਰੂ ਜੀ ਨੇ ਭੰਡਾਰ ਸ਼ਬਦ ਲਿਖਣਾ ਕੀਤਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ ਇਹ ਜਿਹੜਾ ਨਾਮ ਦਾ ਖਜ਼ਾਨਾ ਕਦੇ ਟੁੱਟ ਨਹੀਂ ਜਾਂਦਾ, ਕਦੇ ਮੁੱਕ ਨਹੀਂ ਜਾਂਦਾ, ਕਦੇ ਊਣਤਾ ਹੀ ਨਹੀਂ ਆਉਂਦੀ ਏ, ਕਦੇ ਘਟਦਾ ਨਹੀਂ, ਬਲਕਿ ਇਹ ਨਾਮ ਦਾ ਖਜ਼ਾਨਾ ਤੇ ਐਸਾ ਹੈ ਖਾਵਾਹੀ ਖਰਚਾਹੀ ਰਲ ਮਿਲ ਭਾਈ ਟੋਟ ਨਾ ਆਵੈ ਵੱਧ ਦੋ ਜਾਈ। ਐਸੇ ਨਾਮ ਦੇ ਖਜ਼ਾਨੇ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਸੰਚ ਲੈਣਾ ਕਰੋ, ਇਕੱਤਰ ਕਰ ਲਵੋ, ਇਕੱਠਾ ਕਰ ਲਵੋ। ਸੰਤ ਸੰਗਤ ਮਹਿ ਪਾਈਆ ਅੰਤ ਨਾ ਪਾਰਾਵਾਰ। ਗਰੀਬ ਨਿਵਾਜ ਇਹ ਨਾਮ ਦਾ ਧਨ ਅਸੀਂ ਲੈਣਾ ਕਿੱਥੋਂ ਕਰੀਏ? ਆਪ ਜੀ ਬਚਨ ਕਰਦੇ ਹਿਰਦੇ ਵਿੱਚ ਇਕੱਤਰ ਕਰ ਲਵੋ, ਪਰ ਲਈਏ ਕਿੱਥੋਂ? ਪਾਤਸ਼ਾਹ ਜੀ ਫਰਮਾਉਂਦੇ ਨੇ ਭਾਈ ਸੰਤ ਜਨਾਂ ਦੀ ਸੰਗਤ ਦੇ ਵਿੱਚੋਂ ਨਾਮ ਜਪਣੇ ਰੂਪੀ ਧਨ ਪ੍ਰਾਪਤ ਕਰੀਦਾ ਹੈ। ਐਸੇ ਵਾਹਿਗੁਰੂ ਜੀ ਦਾ ਨਾਮ ਧਨ ਜਿਸ ਦਾ ਅੰਤ ਨਾ ਪਾਰਾਵਾਰ, ਉਰਵਾਰ ਪਾਰ ਦਾ ਕੋਈ ਅੰਤ ਨਹੀਂ ਆਉਂਦਾ। ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਉਰਾਰਲਾ ਪਾਰਲਾ ਕੰਢਾ ਤਿਸ ਦਾ ਨਹੀਂ ਪਾਇਆ ਜਾਂਦਾ। ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਹੀ ਤਿਸ ਦੇ ਨਾਮ ਨੂੰ ਜਪੀਦਾ ਹੈ। ਆਪ ਤਜਹੁ ਗੋਬਿੰਦ ਭਜਹੁ ਸ਼ਰਨ ਪਰਹੁ ਹਰਿ ਰਾਏ। ਆਪਾ ਭਾਵ ਨੂੰ ਛੱਡ ਕੇ, ਹੰਕਾਰ ਭਾਵ ਨੂੰ ਛੱਡ ਕਰਕੇ, ਹਉਮੈ ਭਾਵ ਦਾ ਤਿਆਗ ਕਰਕੇ ਜੋ ਸਾਰੀ ਸ੍ਰਿਸ਼ਟੀ ਦਾ ਰਖਵਾਲਾ ਪ੍ਰਮਾਤਮਾ ਵਾਹਿਗੁਰੂ ਹੈ ਨਾ, ਤੇ ਇਸ ਦੇ ਨਾਮ ਦਾ ਭਜਨ ਕਰਨਾ ਕਰੋ। ਸਰਨ ਪਰਹੁ ਹਰਿ ਰਾਏ, ਜੋ ਹਰੀ ਪਰਮਾਤਮਾ ਰਾਏ ਪ੍ਰਕਾਸ਼ ਸਰੂਪ ਹੈ, ਜੋ ਰਾਜਾ ਸਰੂਪ ਹੈ, ਤੇ ਇਸ ਦੇ ਮੁਬਾਰਕ ਚਰਨਾਂ ਦੀ ਸ਼ਰਨ ਦੇ ਵਿੱਚ ਸਦਾ ਹੀ ਪਏ ਰਹੋ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਐਸਾ ਪ੍ਰੇਮਮਈ ਉਪਦੇਸ਼ ਦੇਣਾ ਕਰ ਰਹੇ ਨੇ। ਸਾਧ ਸੰਗਤ ਜੀ ਜਿਨ੍ਹਾਂ ਨੇ ਹਉਮੈ ਭਾਵ ਨੂੰ ਤਿਆਗ ਕਰਕੇ ਸਤਿਗੁਰੂ ਦੇਵ ਪਿਤਾ ਜੀ ਦੇ ਚਰਨਾਂ ਦੀ ਸ਼ਰਨ ਵਿਖੇ ਰਹਿ ਕਰਕੇ ਸੇਵਾ ਕੀਤੀ ਨਾ, ਸਤਿਗੁਰੂ ਜੀ ਦੇ ਨਾਲ ਅਭੇਦਤਾ ਹੀ ਪ੍ਰਾਪਤ ਕਰ ਲਈ ਹੈ। ਮਹਾਰਾਜ ਜੀ ਦੇ ਨਾਲ ਇਕਮਿਕੀ ਹੋ ਗਏ। ਨਿਰੰਕਾਰ ਜੀ ਨੂੰ ਅੰਤਰ ਆਤਮੇ ਤਿਨਾਂ ਨੇ ਸਰੂਪ ਰੂਪ ਦੇ ਅੰਦਰ ਪ੍ਰਾਪਤ ਕਰ ਲੈਣਾ ਕੀਤਾ ਹੈ। ਐਸੀ ਵੱਡੀ ਭਾਰੀ ਬਖਸ਼ਿਸ਼ ਹੈ ਸਮਾਹਿਤ ਭਾਵ ਤੋਂ ਸੇਵਾ ਕਰਨੇ ਦੇ ਨਾਲ। ਸਤਿਗੁਰੂ ਜੀ ਨੂੰ ਆਪਾ ਭਾਵ ਸਮਰਪਣ ਕਰਕੇ, ਹਉਮੈ ਭਾਵ ਦਾ ਤਿਆਗ ਕਰਕੇ ਸੇਵਾ ਕਰਨੇ ਦੇ ਨਾਲ ਐਸਾ ਫਲ ਮਿਲਦਾ ਹੈ। ਜਿਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਭਾਈ ਮੰਝ ਜੀ ਸੇਵਾ ਕਰਦੇ ਨੇ ਨਾ, ਕਿਸੇ ਪ੍ਰਕਾਰ ਆਪਾ ਜਣਾਇਆ ਨਹੀਂ ਕਿ ਮੈਂ ਨਗਰ ਦਾ ਚੌਧਰੀ ਸੀ, ਨੌਕਰ ਚਾਕਰ ਸੀ, ਮੇਰੇ ਕੋਲ ਇਤਨਾ ਧਨ ਮਾਲ ਅਸਬਾਬ ਸੀ, ਸਭ ਕੁਛ ਧਨ ਸੰਪਦਾ ਨਾਸ ਹੋਣ ਤੇ ਵੀ ਆਪਾ ਭਾਵ ਦਾ ਤਿਆਗ ਕਰਕੇ ਸੇਵਾ ਹੀ ਕਰਦੇ ਰਹੇ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਨੇ ਦੀ ਸੇਵਾ ਕਰ ਰਹੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਨੇ ਦੀ ਸੇਵਾ ਕਰ ਰਹੇ ਨੇ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਮ ਤੇ ਸ਼ਹਿਰ ਵਸਾਉਣ ਦੀ ਸੇਵਾ ਕਰ ਰਹੇ ਨੇ। ਤੇ ਜਿਹੜੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਿੱਖ ਸਨ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਦੇ ਸਿੱਖ ਸਨ, ਤੇ ਜਿਨ੍ਹਾਂ ਨੇ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਵੀ ਸਿੱਖੀ ਧਾਰਨ ਕੀਤੀ ਹੈ ਨਾ, ਉਹ ਸਾਰੇ ਹੀ ਚੱਲ ਕਰਕੇ ਸ਼ਰਨ ਦੇ ਵਿੱਚ ਆਏ ਨੇ। ਮਾਝੇ ਦੇ, ਮਾਲਵੇ, ਦੁਆਬੇ, ਪੋਠੋਹਾਰ, ਇਸੇ ਪ੍ਰਕਾਰ ਕਾਬਲ, ਕੰਧਾਰ, ਸਾਰੇ ਹੀ ਇਲਾਕਿਆਂ ਦੀ ਜਿਹੜੀ ਸੰਗਤ ਹੈ ਨਾ,
ਸੋ ਪਿਸ਼ੌਰ ਇਤਿਆਦਿਕ ਇਲਾਕਿਆਂ ਦੀ ਵੀ ਚੱਲ ਕਰਕੇ ਆਈ ਹੈ, ਤੁਰਕਸਤਾਨ ਤੱਕ ਦੀ ਫੌਜ ਵੀ ਚੱਲ ਕਰਕੇ ਆਈ ਹੈ। ਇਸੇ ਪ੍ਰਕਾਰ ਸੰਗਤ ਰੂਪੀ ਫੌਜ, ਇਹ ਵੀ ਤੇ ਸਤਿਗੁਰੂ ਜੀ ਦੀਆਂ ਪਿਆਰੀਆਂ ਫੌਜਾਂ ਨੇ ਨਾ। ਇਸ ਪ੍ਰਕਾਰ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖ ਕਿਸੇ ਪ੍ਰੇਮ ਦੇ ਰੰਗ ਦੇ ਅੰਦਰ ਰੰਗੇ ਹੋਏ, ਖੀਵੇ ਹੋਏ ਮਨ ਨੇ, ਨੇਤਰ ਜਿਹੜੇ ਨੇ ਨਾਮ ਖੁਮਾਰੀ ਦੇ ਨਾਲ ਗੁੜੁੰਦ ਹੋਏ ਪਏ ਨੇ, ਤੇ ਸਿਰਾਂ ਦੇ ਉੱਪਰ ਕਾਰ ਦੇ ਗਾਰ ਦੇ ਮਿੱਟੀ ਦੇ ਟੋਕਰੇ ਚੁੱਕ ਚੁੱਕ ਕੇ ਤੇ ਕਾਰ ਸੇਵਾ ਸਰੋਵਰ ਦੀ ਕਰ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੁੱਛਣਾ ਕਰਦੇ ਨੇ, ਭਾਈ ਤੂੰ ਕਿਹੜੇ ਇਲਾਕੇ ਚੋਂ ਆਇਆ ਹੈ? ਤੇ ਦੱਸਣਾ ਕਰਦੇ, ਮਹਾਰਾਜ ਮੈਂ ਕਾਬਲ ਚੋਂ ਆਇਆ। ਕੋਈ ਦੱਸਦਾ ਮੈਂ ਕੰਧਾਰ ਚੋਂ ਆਇਆ, ਕੋਈ ਦੱਸਦਾ ਮੈਂ ਪੋਠੋਹਾਰ ਚੋਂ ਆਇਆ। ਵੱਖ ਵੱਖ ਆਪਣੇ ਇਲਾਕੇ ਦੱਸਦੇ ਨੇ। ਹਜ਼ੂਰ ਪੁੱਛਦੇ ਨੇ, ਭਾਈ ਤੁਸੀਂ ਕਦੋਂ ਦੇ ਸਿੱਖ ਹੋਏ ਹੋ? ਤੇ ਦੱਸਣਾ ਕਰਦੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਦਇਆਲਤਾ ਦੇ ਸਦਕਾ ਅਸੀਂ ਬਾਪ ਦਾਦੇ ਤੋਂ ਹੀ ਸਿੱਖ ਹਾਂ। ਮੇਰੇ ਪਿਤਾ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਤੋਂ ਗੁਰਸਿੱਖੀ ਧਾਰਨ ਕੀਤੀ। ਕੋਈ ਦੱਸਦਾ ਹੈ ਮੇਰੇ ਬਾਬੇ ਨੇ, ਮੇਰੇ ਦਾਦੇ ਪੜਦਾਦੇ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਸਿੱਖੀ ਧਾਰਨ ਕੀਤੀ। ਇਸ ਪ੍ਰਕਾਰ ਜਿਹੜੇ ਪੀੜ੍ਹੀ ਦਰ ਪੀੜ੍ਹੀ ਸਤਿਗੁਰੂ ਜੀ ਦੇ ਸਿੱਖ ਨੇ, ਸਮਾਹਿਤ ਭਾਵ ਦੇ ਨਾਲ ਆਪਾ ਭਾਵ ਸਮਰਪਣ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿਖੇ ਸੇਵਾ ਨਿਭਾਉਂਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ, ਭਾਈ ਪੁੱਤਰ ਕਿੰਨੇ ਨੇ ਤੇਰੇ? ਤੇ ਜਿਹੜਾ ਕੋਈ ਕਹਿੰਦਾ ਗਰੀਬ ਨਿਵਾਜ ਆਪ ਜੀ ਦੇ ਦਰੋਂ ਘਰੋਂ 4 ਸਪੁੱਤਰਾਂ ਦੀ ਦਾਤ ਮਿਲੀ ਹੈ। ਤੇ ਮਹਾਰਾਜ ਪੁੱਛਦੇ, ਭਾਈ ਉਹ ਕਰਦੇ ਕੀ ਨੇ? ਕਹਿੰਦੇ ਗਰੀਬ ਨਿਵਾਜ ਦੁਕਾਨਾਂ ਤੇ ਬੈਠਦੇ ਨੇ, ਵਪਾਰ ਕਰਦੇ ਨੇ। ਇਸ ਪ੍ਰਕਾਰ ਸਾਰੇ ਰਲ ਮਿਲ ਕਰਕੇ ਅਸੀਂ ਕੰਮ ਕਾਜ ਕਰਦੇ ਹਾਂ। ਤੇ ਸਤਿਗੁਰੂ ਜੀ ਫਿਰ ਬਚਨ ਕਰਨਾ ਕਰਦੇ ਨੇ, ਅਸੀਂ ਵੱਡਿਆਂ ਸਤਿਗੁਰਾਂ ਦੇ ਨਾਮ ਤੇ ਨਗਰ ਵਸਾ ਰਹੇ ਹਾਂ। 2 ਪੁੱਤਰਾਂ ਨੂੰ ਆਪਣੇ ਕੋਲ ਰੱਖ ਦਿਓ ਤੇ ਆਪਣੇ 2 ਪੁੱਤਰ ਸਾਨੂੰ ਦੇ ਦਿਓ। ਗੁਰੂ ਕੀ ਨਗਰੀ ਦੇ ਵਿੱਚ ਵਸਾਵਾਂਗੇ, ਅਸੀਂ ਘਰ ਬਣਾ ਕੇ ਦੇਵਾਂਗੇ, ਅਸੀਂ ਹੱਟੀਆਂ ਦੁਕਾਨਾਂ ਪਾ ਕਰਕੇ ਦੇਵਾਂਗੇ। ਇੱਥੇ ਵਪਾਰ ਕਰਨੇ ਦੇ ਨਾਲ ਧਨ ਇਤਿਆਦਿਕ ਦੇ ਅੰਦਰ ਬਹੁਤ ਜ਼ਿਆਦਾ ਵਾਧਾ ਹੋਵੇਗਾ। ਤੇ ਜਿਨ੍ਹਾਂ ਨੇ ਆਪਣਾ ਮਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ ਹੋਇਆ, ਦੂਸਰੀ ਵਾਰ ਕਹਿਣ ਦਾ ਮੌਕਾ ਹੀ ਨਹੀਂ ਦਿੰਦੇ ਨੇ। ਇੱਕ ਵਾਰ ਬਚਨ ਹੋ ਗਿਆ, ਝੱਟ ਹੀ ਸੀਸ ਨਵਾ ਦਿੱਤਾ। ਧੰਨ ਗੁਰਦੇਵ ਪਿਤਾ ਜੋ ਆਪ ਜੀ ਨੇ ਸਾਨੂੰ ਐਸੇ ਯੋਗ ਸਮਝਿਆ, ਆਪ ਜੀ ਦੀ ਨਗਰੀ ਵਿਖੇ ਸਾਡੇ ਸਪੁੱਤਰਾਂ ਨੂੰ ਸਥਾਨ ਦਿੱਤਾ। ਸੱਚੇ ਪਾਤਸ਼ਾਹ ਸਾਡੇ ਤੋਂ ਵੱਡ ਭਾਗਾ ਹੋਰ ਕੌਣ ਹੋਵੇਗਾ? ਆਪਣੇ 2 ਪੁੱਤਰ ਗੁਰੂ ਜੀ ਨੂੰ ਅਰਪਣ ਕਰ ਦਿੱਤੇ। ਜੇ ਕਿਸੇ ਨੇ ਆਖਿਆ ਗਰੀਬ ਨਿਵਾਜ ਮੇਰੇ ਘਰ ਦੇ ਵਿੱਚ 2 ਪੁੱਤਰ ਨੇ, ਤੇ ਬਚਨ ਕਰਨਾ ਕੀਤਾ, ਸਿੱਖਾ 1 ਪੁੱਤਰ ਨੂੰ ਆਪਣੇ ਕੋਲ ਰੱਖ ਲੈ ਤੇ 1 ਪੁੱਤਰ ਸਾਨੂੰ ਸੌਂਪ ਦੇ। ਉਸੇ ਵੇਲੇ ਸੀਸ ਝੁਕਾ ਦਿੱਤਾ ਤੇ ਆਪਣਾ ਪੁੱਤਰ ਹੀ ਸਤਿਗੁਰੂ ਜੀ ਨੂੰ ਸੌਂਪ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਕੇ ਮਹਿਲ ਵਾਲੇ ਅਸਥਾਨ ਤੇ ਆਪਣੇ ਗ੍ਰਹਿ ਵਿਖੇ ਵਸਦੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਾਰ ਸੇਵਾ ਕਰਾਉਂਦੇ ਨੇ। ਤੇ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਕੇ ਮਹਿਲ ਤੱਕ ਦਾ ਜਿਤਨਾ ਫਾਸਲਾ, ਜਿਤਨਾ ਦੂਰੀ ਹੈ ਨਾ, ਉਸ ਦੇ ਵਿੱਚ ਸਤਿਗੁਰੂ ਜੀ ਬਾਜ਼ਾਰ ਬਣਵਾ ਰਹੇ ਨੇ। ਗੁਰੂ ਕਾ ਬਾਜ਼ਾਰ ਅੱਜ ਵੀ ਕਿਹਾ ਜਾਂਦਾ ਹੈ। ਦੋਵਾਂ ਪਾਸੇ ਹੱਟੀਆਂ ਬਣਾ ਰਹੇ ਨੇ, ਦੁਕਾਨਾਂ ਬਣਾ ਰਹੇ ਨੇ। ਹੱਟੀਆਂ ਬਣਾ ਬਣਾ ਕੇ ਸਿੱਖਾਂ ਨੂੰ ਦੇਈ ਜਾਂਦੇ ਨੇ, ਭਾਈ ਜਿਹੜੀ ਜਿਹੜੀ ਕਿਸੇ ਨੂੰ ਕਿਰਤ ਕਰਨੀ ਆਉਂਦੀ ਏ, 10 ਨਾਹਾਂ ਦੇ ਨਾਲ ਹੱਕ ਸੱਚ ਦੀ ਕਿਰਤ ਕਰੋ। ਇਸ ਪ੍ਰਕਾਰ ਜਿਹੜੇ ਸਿੱਖ ਨੇ ਆਪਾ ਭਾਵ ਨੂੰ ਸਮਰਪਿਤ ਹੋ ਕਰਕੇ ਮਾਤਾ ਪਿਤਾ ਸਤਿਗੁਰੂ ਜੀ ਨੂੰ ਪੁੱਤਰ ਸੌਂਪਦੇ ਨੇ। ਤੇ ਐਸੇ ਸੰਸਕਾਰੀ ਮਾਤਾ ਪਿਤਾ ਦੇ ਜਿਹੜੇ ਪੁੱਤਰ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਾ ਭਾਵ ਹੀ ਸੌਂਪ ਦਿੰਦੇ ਨੇ। ਕਿਸੇ ਪ੍ਰਕਾਰ ਹੰਗਤਾ ਨਹੀਂ ਕਰਦੇ, ਬੜੇ ਪ੍ਰੇਮ ਦੇ ਨਾਲ ਗਰੀਬ ਨਿਵਾਜ ਸਤਿਗੁਰੂ ਜੀ ਦੇ ਬਚਨਾਂ ਦੇ ਨਾਲ ਸੇਵਾ ਕਰਦੇ ਨੇ। ਜਿਸ ਵੇਲੇ ਕਾਰ ਸੇਵਾ ਹੁੰਦੀ ਏ, ਵੱਡੇ ਵੱਡੇ ਟੋਕਰੇ ਮਿੱਟੀ ਦੇ ਸਿਰ ਦੇ ਉੱਪਰ ਚੁੱਕ ਕਰਕੇ ਦੂਰ ਸੁੱਟ ਕੇ ਆਉਂਦੇ ਨੇ। ਇਸ ਪ੍ਰਕਾਰ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਨੂੰ ਸਮਰਪਿਤ ਹੋਏ ਹੋਏ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੌਤਕ ਮਹਾਰਾਜ ਆਪ ਜਾਣਦੇ ਨੇ। ਇੱਕ ਹੁਕਮਨਾਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਇੱਕ ਸਿੱਖ ਨੂੰ ਦੇਣਾ ਕੀਤਾ ਤੇ ਬਚਨ ਕਰਨਾ ਕੀਤਾ, ਸਿੱਖਾ ਜਾ ਮਾਲਵੇ ਦੇਸ਼ ਚਲੇ ਜਾ, ਉਥੇ ਫਫੜੇ ਨਾਮ ਦਾ ਇੱਕ ਨਗਰ ਹੈ, ਉਥੇ ਜਾ ਕਰਕੇ ਸਾਡੇ ਸਿੱਖ ਨੂੰ ਮਿਲਣਾ ਕਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਤਾਂ ਬੇਅੰਤ ਸਿੱਖ ਨੇ। ਆਪ ਜੀ ਦੇ ਸਿੱਖ ਦਾ ਨਾਮ ਕੀ ਹੈ? ਤੇ ਕਹਿਣਾ ਕੀਤਾ, ਸਿੱਖਾ ਉਸ ਦਾ ਨਾਮ ਹੈ ਭਾਈ ਬਹਿਲੋ। ਜਾ ਕਰਕੇ ਉਸ ਨੂੰ ਸਾਡਾ ਹੁਕਮਨਾਮਾ ਦੇ ਕਿ ਗੁਰਦੇਵ ਪਿਤਾ ਜੀ ਤੈਨੂੰ ਬੁਲਾਉਂਦੇ ਨੇ। ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕਰਕੇ ਜਿਹੜਾ ਗੁਰਸਿੱਖ ਹੈ, ਸਤਿਗੁਰੂ ਜੀ ਦਾ ਹੁਕਮਨਾਮਾ ਲੈ ਕਰਕੇ ਮਾਲਵੇ ਦੇਸ਼ ਫਫੜੇ ਨਗਰ ਦੇ ਵਿੱਚ ਆ ਪੁੱਜਾ। ਭਾਈ ਬਹਿਲੋ ਜੀ ਦਾ ਘਰ ਲੱਭਦਿਆਂ ਲਭਾਉਂਦਿਆਂ ਘਰ ਆ ਪੁੱਜਾ। ਆ ਕਰਕੇ ਕੀ ਵੇਖਿਆ? ਘਰ ਦੇ ਵਿੱਚ ਸਖੀ ਸੁਲਤਾਨ ਦੀ, ਜਿਸ ਨੂੰ ਸਖੀ ਸਰਵਰ ਵੀ ਕਿਹਾ ਜਾਂਦਾ ਹੈ, ਲਾਲਾ ਵਾਲਾ ਵੀ ਕਿਹਾ ਜਾਂਦਾ ਹੈ, ਲਖਦਾਤਾ ਵੀ ਕਿਹਾ ਜਾਂਦਾ ਹੈ, ਘਰ ਦੇ ਵਿੱਚ ਬਹੁਤ ਵੱਡੀ ਤਿਸ ਦੀ ਕਬਰ ਬਣਾਈ ਹੋਈ ਹੈ। ਵੱਡਾ ਭਾਰੀ ਮੁਕਾਮ ਹੈ।
ਹਰੇ ਵਸਤਰ ਇਸ ਨੇ ਧਾਰਨ ਕੀਤੇ ਨੇ, ਗਲ ਦੇ ਵਿੱਚ ਪੀਰਾਂ ਨੂੰ ਮੰਨਣ ਵਾਲਿਆਂ ਦੀ ਜੋ ਖਲੜੀ ਹੁੰਦੀ ਹੈ ਉਹ ਖਲੜੀ ਪਹਿਨੀ ਏ, ਇਸੇ ਪ੍ਰਕਾਰ ਖੂੰਡੀ ਨਾਲ ਲਟਕਾਈ ਹੋਈ ਏ। ਗੁਰਸਿੱਖ ਹੈਰਾਨ ਹੋ ਗਿਆ। ਸਤਿਗੁਰੂ ਜੀ ਤਾਂ ਬਚਨ ਕਰਦੇ ਹੀ ਸਾਡਾ ਸਿੱਖ ਹੈ, ਪਰ ਇਹ ਤਾਂ ਕਿਸੇ ਹੋਰ ਦਾ ਹੀ ਸਿੱਖ ਲੱਗਦਾ ਹੈ। ਆ ਕਰਕੇ ਸਤਿਗੁਰੂ ਜੀ ਦਾ ਹੁਕਮਨਾਮਾ ਸੁਣਾਵਣਾ ਕੀਤਾ ਹੈ। ਸਿੱਖਾ, ਤੈਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਦਿਆ। ਗਰੀਬ ਨਿਵਾਜ ਸਾਹਿਬ ਜੀ ਸਿੱਖਾਂ ਦੇ ਬੇੜੇ ਪਾਰ ਕਰ ਰਹੇ ਨੇ, ਲੋਕ ਪਰਲੋਕ ਸਵਾਰ ਰਹੇ ਨੇ, ਸਭਨਾਂ ਦੇ ਸਹਾਇਕ ਬਣ ਰਹੇ ਨੇ। ਤੇਰੇ ਭਾਗ ਜਾਗੇ, ਸਤਿਗੁਰੂ ਜੀ ਨੇ ਤੈਨੂੰ ਯਾਦ ਕੀਤਾ ਹੈ। ਚੱਲ ਮੇਰੇ ਨਾਲ ਜਾ ਕੇ ਸਤਿਗੁਰੂ ਜੀ ਦੇ ਦੀਦਾਰ ਕਰ ਲੈ। ਤੇ ਸਾਧ ਸੰਗਤ ਜੀ, ਇਸ ਵੇਲੇ ਭਾਈ ਬਹਿਲੋ ਕਹਿਣ ਲੱਗਾ, ਮੈਂ ਸਰਵਰੀਏ ਨੂੰ ਮੰਨਣ ਵਾਲਾ ਹਾਂ, ਇਲਾਕੇ ਦੇ ਵਿੱਚ ਸਰਵਰੀਆਂ ਨੂੰ ਮੰਨਣ ਵਾਲਿਆਂ ਦਾ ਮੁਖੀ ਹਾਂ। ਮੈਂ ਵੱਡਾ ਭਾਰੀ ਜਥਾ ਲੈ ਕਰਕੇ ਮੈਂ ਲਾਲਾਂ ਵਾਲੇ ਤੇ ਮੁਖੀ ਬਣ ਕਰਕੇ, ਪ੍ਰਧਾਨ ਬਣ ਕਰਕੇ ਜਾਂਦਾ, ਜ਼ਿਆਰਤ ਕਰਕੇ ਆਉਂਦਾ ਹਾਂ। ਜਾ ਕਰਕੇ ਸਭਨਾਂ ਦੀਆਂ ਬੰਦਗੀਆਂ, ਸਭਨਾਂ ਵੱਲੋਂ ਅਰਦਾਸਾਂ ਉੱਥੇ ਮੈਂ ਕਰਦਾ। ਇਲਾਕੇ ਦੇ ਵਿੱਚ ਮੇਰਾ ਏਡਾ ਵੱਡਾ ਭਾਰੀ ਮਾਣ ਹੈ, ਸਤਿਕਾਰ ਹੈ। ਸਾਰੇ ਮੈਨੂੰ ਮੰਨਦੇ ਨੇ, ਸਾਰੇ ਮੈਨੂੰ ਪੂਜਦੇ ਨੇ, ਸਾਰੇ ਮੇਰੇ ਕੋਲ ਪੁੱਛਾਂ ਲੈਂਦੇ ਨੇ। ਇੱਥੇ ਮੈਂ ਪੀਰ ਬਣਿਆ ਬੈਠਾ ਤੇ ਸਿੱਖਾ ਤੂੰ ਕਹਿੰਦਾ ਮੈਂ ਪੀਰ ਪੁਣਾ ਛੱਡ ਕਰਕੇ ਜਾ ਕੇ ਸਿੱਖ ਬਣ ਜਾਵਾਂ? ਐਸਾ ਕਿਹੜਾ ਬੇਵਕੂਫ ਹੋਵੇਗਾ ਏਡੀ ਵੱਡੀ ਭਾਰੀ ਇੱਜ਼ਤ ਛੱਡ ਕੇ ਤੇ ਜਾ ਕੇ ਕਿਸੇ ਗੁਰੂ ਦਾ ਨੌਕਰ ਹੋ ਜਾਵੇ? ਜਵਾਬ ਦੇ ਦਿੱਤਾ, ਮੈਂ ਨਹੀਂ ਜਾਣਾ। ਸਾਧ ਸੰਗਤ ਜੀ, ਇਹ ਜਿਹੜਾ ਮਾਣ ਹੈ ਨਾ, ਇਹ ਬਹੁਤ ਵੱਡੇ ਵੱਡੇ ਗੁਣਾਂ ਨੂੰ ਗਾਲ ਦਿੰਦਾ। ਇਸ ਨੂੰ ਛੱਡਣਾ ਬੜਾ ਔਖਾ ਹੈ। ਇਹ ਜਿਹੜੀ ਵਡਿਆਈ ਦੀ ਭੁੱਖ ਹੈ, ਇਸ ਨੂੰ ਛੱਡਣਾ ਬੜਾ ਔਖਾ ਹੈ। ਸਤਿਗੁਰੂ ਜੀ ਸੰਤੋਖ ਬਖਸ਼ ਦੇਣ, ਕਿਰਪਾ ਕਰ ਦੇਣ ਤਾਂ ਵਡਿਆਈ ਦੀ ਇੱਛਾ ਮਿਟਦੀ ਹੈ, ਨਹੀਂ ਤੇ ਮਿਟਦੀ ਨਹੀਂ। ਵਡਿਆਈ ਦੀ ਇੱਛਾ ਬੜੀ ਪ੍ਰਬਲ ਹੈ। ਸਤਿਗੁਰੂ ਜੀ ਦਾ ਸੰਦੇਸ਼ਾ ਮੋੜ ਦਿੱਤਾ। ਗੁਰਸਿੱਖ ਵਾਪਸ ਆ ਗਿਆ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹ ਨਹੀਂ ਆਉਂਦਾ, ਉਹ ਤੇ ਕਿਸੇ ਹੋਰ ਹੀ ਸਿੱਖ ਦਾ, ਹੋਰ ਹੀ ਕਿਸੇ ਪੀਰ ਦਾ ਸਿੱਖ ਬਣਿਆ ਬੈਠਾ ਹੈ। ਮਹਾਰਾਜ ਉਹ ਕਹਿੰਦਾ ਮੈਂ ਤੇ ਗੁਰੂ ਨੂੰ ਕਦੇ ਜਾਣਦਾ ਹੀ ਨਹੀਂ, ਉਹ ਕਹਿੰਦਾ ਮੈਂ ਕਦੇ ਗੁਰੂ ਜੀ ਨੂੰ ਮਿਲਿਆ ਹੀ ਨਹੀਂ, ਤੇ ਮੈਂ ਇਤਨੀ ਵੱਡੀ ਭਾਰੀ ਆਪਣੀ ਪੂਜਾ ਛੱਡ ਕਰਕੇ ਜੋ ਮੇਰੀ ਹੁੰਦੀ ਹੈ ਉਸ ਦਾ ਤਿਆਗ ਕਰਕੇ ਗੁਰੂ ਦਾ ਸਿੱਖ ਕਿਵੇਂ ਬਣ ਜਾਵਾਂ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਜੀ ਵਾਰ ਸਿੱਖ ਨੂੰ ਭੇਜਿਆ। ਕਹਿਣ ਲੱਗੇ, ਸਿੱਖਾ ਜਾ, ਉਸ ਨੂੰ ਜਾ ਕਰਕੇ ਕਹੀ ਤੂੰ ਸਾਡਾ ਅੱਜ ਦਾ ਨਹੀਂ, ਜਨਮਾਂ ਜਨਮਾਂਤਰਾਂ ਦਾ ਸਾਥੀ ਹੈ, ਜਨਮਾਂ ਜਨਮਾਂਤਰਾਂ ਦਾ ਸੇਵਕ ਹੈ ਤੂੰ। ਪਿਛਲੇ ਸਾਰਿਆਂ ਜਨਮਾਂ ਦੇ ਵਿੱਚ ਤੂੰ ਅੰਮ੍ਰਿਤ ਮੰਗਦਾ ਰਿਹਾ, ਅਮਰ ਪਦਵੀ ਮੰਗਦਾ ਰਿਹਾ, ਮੁਕਤੀ ਦੀ ਦਾਤ ਮੰਗਦਾ ਰਿਹਾ। ਤੇਰੀ ਸਾਰੇ ਜਨਮਾਂ ਦੀ ਬੰਦਗੀ ਸਫਲੀ ਹੋਈ, ਤੈਨੂੰ ਫਲ ਪ੍ਰਾਪਤ ਹੋਣ ਦਾ ਸਮਾਂ ਪ੍ਰਾਪਤ ਹੈ। ਆ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚੋਂ, ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰ ਤੋਂ ਆਪਣੀਆਂ ਝੋਲੀਆਂ ਭਰ ਲੈ। ਗੁਰਸਿੱਖ ਫਿਰ ਵਾਪਸ ਆਇਆ। ਚੱਲ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਮਾਲਵੇ ਦੀ ਧਰਤੀ ਫਫੜੇ ਨਗਰ ਪਹੁੰਚ ਗਿਆ। ਆ ਕਰਕੇ ਫਿਰ ਭਾਈ ਮੰਝ ਨੂੰ, ਵਾਹਿਗੁਰੂ, ਭਾਈ ਬਹਿਲੋ ਜੀ ਨੂੰ ਮਿਲਣਾ ਕੀਤਾ। ਭਾਈ ਬਹਿਲੋ, ਸਤਿਗੁਰੂ ਜੀ ਨੇ ਤੇਰੇ ਵਾਸਤੇ ਹੁਕਮਨਾਮਾ ਭੇਜਿਆ, ਤੂੰ ਇੱਕ ਜਨਮ ਦਾ ਨਹੀਂ, ਜਨਮਾਂ ਜਨਮਾਂਤਰਾਂ ਦਾ ਸੇਵਕ ਹੈ, ਮੇਲੀ ਹੈ ਸਤਿਗੁਰੂ ਜੀ ਦਾ। ਸਤਿਗੁਰੂ ਜੀ ਦੇ ਦਰ ਤੋਂ ਜਾ ਕਰਕੇ ਬਖਸ਼ਿਸ਼ਾਂ ਦੀਆਂ ਝੋਲੀਆਂ ਭਰ ਲੈ। ਜਿਹੜਾ ਅੰਮ੍ਰਿਤ ਤੂੰ ਲੱਭਦਾ ਰਿਹਾ, ਜਿਹੜੀ ਅਮਰ ਪਦਵੀ ਲੱਭਦਾ ਰਿਹਾ ਜਨਮਾਂ ਜਨਮਾਂਤਰਾਂ ਦੇ ਅੰਦਰ, ਹੁਣ ਉਹ ਅਮਰ ਪਦਵੀ ਪ੍ਰਾਪਤ ਕਰਨੇ ਦਾ ਸਮਾਂ ਆ ਗਿਆ ਹੈ। ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੇ ਦਾ ਸਮਾਂ ਆ ਗਿਆ ਹੈ। ਮੇਰੇ ਨਾਲ ਚੱਲ ਤੇ ਸਤਿਗੁਰੂ ਜੀ ਦੇ ਚਰਨ ਪਰਸ। ਤੇ ਭਾਈ ਬਹਿਲੋ ਜੀ ਨੇ ਫਿਰ ਜਵਾਬ ਦੇ ਦਿੱਤਾ। ਕਹਿਣ ਲੱਗੇ, ਸਿੱਖਾ, ਜੇ ਮੈਂ ਜਨਮਾਂ ਜਨਮਾਂਤਰਾਂ ਤੋਂ ਸਤਿਗੁਰੂ ਜੀ ਦਾ ਸਾਥੀ ਆ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਕੋਈ ਨਿਸ਼ਾਨੀ ਦੱਸਣ, ਕੋਈ ਪਰਤਾਵਾ ਦੇਣ, ਕੋਈ ਸਬੂਤ ਦੇਣ ਕਿ ਮੈਂ ਉਹਨਾਂ ਦਾ ਸਾਥੀ ਹਾਂ। ਐਵੇਂ ਮੈਂ ਕਿਵੇਂ ਮੰਨ ਲਵਾਂ ਸਤਿਗੁਰੂ ਜੀ ਦੇ ਬਚਨਾਂ ਨੂੰ? ਭਾਵੇਂ ਕਿ ਸਤਿਗੁਰੂ ਜੀ ਸਤਿਕਾਰਯੋਗ ਨੇ, ਪੂਜਣਯੋਗ ਨੇ, ਦੁਨੀਆ ਦੇ ਲੋਕ ਝੁਕਦੇ ਨੇ, ਪਰ ਮੈਂ ਉਹਨਾਂ ਦਾ ਸਾਥੀ ਹਾਂ, ਮੇਰੇ ਮਨ ਨੂੰ ਕਿਵੇਂ ਯਕੀਨ ਆਵੇ? ਕੋਈ ਨਿਸ਼ਾਨੀ ਮਿਲ ਜਾਵੇ, ਕੋਈ ਸਬੂਤ ਮਿਲ ਜਾਵੇ, ਤਾਂ ਹੀ ਮੇਰੇ ਮਨ ਨੂੰ ਇਸ ਗੱਲ ਦਾ ਪੱਕਾ ਨਿਸ਼ਚਾ ਹੋਵੇਗਾ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਦੀ ਇਸ ਵਾਰ ਬੜੇ ਪਿਆਰ ਦੇ ਨਾਲ ਸੇਵਾ ਕੀਤੀ। ਤੇ ਸਤਿਗੁਰੂ ਸਾਹਿਬ ਜੀ ਦਾ ਸਿੱਖ ਸਵੇਰੇ ਫਿਰ ਵਿਦਾ ਹੋ ਕਰਕੇ ਫਿਰ ਵਾਪਸ ਚੱਲ ਪਿਆ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਪੁੱਜਾ। ਮਹਾਰਾਜ ਭਾਈ ਬਹਿਲੋ ਨਹੀਂ ਮੰਨਦਾ, ਉਹ ਕਹਿੰਦਾ ਪਹਿਲਾਂ ਕੋਈ ਸਬੂਤ ਦਿਓ, ਕੋਈ ਨਿਸ਼ਾਨੀ ਦਿਓ ਕਿ ਉਹ ਤੁਹਾਡਾ ਸਾਥੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਫਿਰ ਹੁਕਮਨਾਮਾ ਲਿਖਿਆ, ਕੁਝ ਪਰਤਾਵੇ, ਕੁਝ ਨਿਸ਼ਾਨੀਆਂ ਉਸ ਦੇ ਅੰਦਰ ਲਿਖ ਦਿੱਤੀਆਂ ਨੇ। ਤੇ ਜਦੋਂ ਸਿੱਖ ਲੈ ਕਰਕੇ ਭਾਈ ਬਹਿਲੋ ਜੀ ਦੇ ਕੋਲ ਪੁੱਜਾ, ਹੁਕਮਨਾਮੇ ਨੂੰ ਲੈ ਕਰਕੇ ਭਾਈ ਬਹਿਲੋ ਨੇ ਪੜ੍ਹਿਆ। ਜੋ ਪਤੇ, ਜੋ ਪਰਤਾਵੇ, ਜੋ ਨਿਸ਼ਾਨੀਆਂ ਸਤਿਗੁਰੂ ਜੀ ਨੇ ਲਿਖੀਆਂ ਸਨ, ਪਰਖ ਕਰਕੇ ਦੇਖਿਆ ਉਹ ਸਾਰੀਆਂ ਸੱਚ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਰਧਾ ਬਣ ਆਈ ਏ, ਮਨ ਦੇ ਅੰਦਰ ਪਿਆਰ ਉਪਜਿਆ। ਹੁਣ ਇੱਕ ਪਾਸੇ ਤਾਂ ਹਿਰਦੇ ਦੇ ਅੰਦਰ ਪਿਆਰ ਪੈਦਾ ਹੋ ਰਿਹਾ ਹੈ,
ਦੂਸਰੇ ਪਾਸੇ ਵਡਿਆਈ ਨਹੀਂ ਛੱਡੀ ਜਾਂਦੀ। ਕਹਿੰਦਾ ਮੈਂ ਕਿਧਰੇ ਪੀਰ ਦੀ ਪੂਜਾ ਛੱਡ ਕੇ ਚਲਿਆ ਗਿਆ, ਸਾਰੇ ਲੋਕ ਮੈਨੂੰ ਮੰਨਣੋਂ ਹਟ ਜਾਣਗੇ, ਫਿਰ ਮੇਰਾ ਅਦਬ ਸਤਿਕਾਰ ਕਿੰਨੇ ਕਰਨਾ ਹੈ? ਤੇ ਜੇ ਮੈਂ ਪੀਰ ਦੀ ਪੂਜਾ ਛੱਡ ਦਿੱਤੀ ਤੇ ਜਿਹੜੇ ਪੀਰ ਨੇ ਜ਼ਾਰੇ ਬੜੇ ਹੁੰਦੇ ਨੇ, ਇਹ ਗੁੱਸਾ ਬੜੀ ਛੇਤੀ ਕਰ ਜਾਂਦੇ ਨੇ, ਇਹ ਦੁੱਖ ਬੜੇ ਦਿੰਦੇ ਨੇ, ਕਿਧਰੇ ਪੀਰ ਮੈਨੂੰ ਦੁੱਖ ਹੀ ਨਾ ਦੇਵੇ ਕਿ ਤੂੰ ਮੇਰੀ ਪੂਜਾ ਕਿਉਂ ਛੱਡ ਦਿੱਤੀ। ਐਸਾ ਆਮ ਸੁਣਨ ਦੇ ਵਿੱਚ ਆਉਂਦਾ ਹੈ। ਲੋਕ ਦੁਖੀ ਹੁੰਦੇ ਨੇ, ਪੁੱਛੋ ਜੀ ਰੋਗ ਕਿਉਂ ਲੱਗਿਆ? ਕਹਿੰਦੇ ਜੀ ਸਾਡੇ ਵੱਡੇ ਵਡੇਰੇ ਚਿਰਾਗ ਜਗਾਉਂਦੇ ਸੀ ਪੀਰਾਂ ਦਾ, ਅਸੀਂ ਜਗਾਉਣਾ ਛੱਡ ਦਿੱਤਾ, ਇਸ ਕਰਕੇ ਪੀਰ ਨਾਰਾਜ਼ ਹੋ ਗਿਆ। ਇਸ ਪ੍ਰਕਾਰ ਦੀਆਂ ਗੱਲਾਂ ਆਮ ਸੁਣਨ ਵਿੱਚ ਮਿਲਦੀਆਂ ਨੇ। ਕਿਧਰੇ ਪੀਰ ਨਾਰਾਜ਼ ਹੋ ਕਰਕੇ ਦੁਖੀ ਨਾ ਦੇਵੇ ਤੇ ਫਿਰ ਪੀਰ ਦੇ ਅੱਗੇ ਅਰਦਾਸ ਕੀਤੀ, ਹੇ ਸਖੀ ਸਰਵਰ ਜੀ, ਹੇ ਲਾਲਾਂ ਵਾਲੇ, ਮੈਨੂੰ ਆ ਗਿਆ ਸਤਿਗੁਰੂ ਜੀ ਦਾ ਸੁਨੇਹਾ ਤੇ ਸਤਿਗੁਰੂ ਜੀ ਦੇ ਦਿੱਤੇ ਹੋਏ ਪਰਤਾਵੇ ਮੈਨੂੰ ਸੱਚ ਲੱਗਦੇ ਨੇ। ਮੈਂ ਸਤਿਗੁਰੂ ਜੀ ਦੀ ਸਿੱਖੀ ਨੂੰ ਧਾਰਨ ਕਰਨ ਵਾਸਤੇ ਜਾਣਾ ਹੈ। ਜੇ ਤੇ ਤੂੰ ਸੱਚਾ ਪੀਰ ਹੈ ਤੇ ਫਿਰ ਮੈਨੂੰ ਕਿਸੇ ਪ੍ਰਕਾਰ ਦੀ ਐਸੀ ਰੁਕਾਵਟ ਪਾ ਦੇ ਕਿ ਮੈਂ ਗੁਰੂ ਤੱਕ ਪਹੁੰਚਾ ਹੀ ਨਾ, ਜਾਂ ਫਿਰ ਸੁਪਨੇ ਦੇ ਵਿੱਚ ਮੈਨੂੰ ਦਰਸ਼ਨ ਦੇ ਕਰਕੇ ਐਸੀ ਭਾਖਿਆ ਕਰਦੇ, ਐਸੇ ਬਚਨ ਕਰਦੇ ਜਿਨ੍ਹਾਂ ਨੂੰ ਮੈਂ ਮੰਨਾਂ ਤੇ ਗੁਰੂ ਤੱਕ ਪਹੁੰਚਾ ਹੀ ਨਾ। ਤੇ ਨਾਲ ਹੀ ਕਹਿ ਦਿੱਤਾ, ਪੀਰ ਜੀ ਜੇ ਤੁਸਾਂ ਨੇ ਮੇਰੇ ਰਸਤੇ ਵਿੱਚ ਕੋਈ ਰੁਕਾਵਟ ਨਾ ਪਾਈ ਜਾਂ ਮੈਨੂੰ ਪਰਤਾਵਾ ਨਾ ਦਿੱਤਾ ਤੇ ਮੈਂ ਗੁਰੂ ਕੋਲ ਚਲਿਆ ਜਾਣਾ ਜੇ, ਕਿਉਂਕਿ ਸਤਿਗੁਰੂ ਜੀ ਨੇ ਪਰਤਾਵਾ ਦੇ ਦਿੱਤਾ ਹੈ ਤੇ ਹੁਣ ਵਾਰੀ ਤੁਹਾਡੀ ਹੈ। ਜੇ ਤੁਸਾਂ ਮੈਨੂੰ ਪਰਤਾਵਾ ਨਾ ਦਿੱਤਾ ਤੇ ਮੈਂ ਜਾ ਕਰਕੇ ਗੁਰੂ ਕਾ ਸਿੱਖ ਹੋ ਜਾਵਾਂਗਾ। ਰਾਤ ਸੁੱਤੇ ਨੇ ਭਾਈ ਬਹਿਲੋ ਜੀ, ਪਰ ਕੋਈ ਪਰਤਾਵਾ ਨਹੀਂ, ਕੋਈ ਸੁਪਨਾ ਨਹੀਂ ਆਇਆ। ਅਗਲੀ ਸਵੇਰ ਉੱਠੇ ਨੇ, ਤਿਆਰ ਹੋਏ ਨੇ, ਤਿਆਰ ਹੋ ਕਰਕੇ ਘਰ ਦੇ ਵਿੱਚੋਂ ਚੱਲ ਪਏ ਨੇ, ਪਰ ਮਨ ਦੇ ਵਿੱਚ ਅਜੇ ਵੀ ਦੁਚਿੱਤੀ ਬਣੀ ਹੋਈ ਹੈ, ਅਜੇ ਵੀ ਦੁਬਿਧਾ ਬਣੀ ਹੋਈ ਹੈ। ਸਾਧ ਸੰਗਤ ਜੀ, ਦੁਬਿਧਾ ਦਾ ਭਾਵ ਐਵੇਂ ਲੈ ਲਓ ਜਿਵੇਂ ਇੱਕ ਗੱਡੇ ਦੇ ਨਾਲ ਦੋ ਝੋਟੇ ਵੱਜੇ ਹੋਣ ਤੇ ਇੱਕ ਝੋਟਾ ਖੱਬੇ ਪਾਸੇ ਨੂੰ ਖਿੱਚੇ ਤੇ ਇੱਕ ਸੱਜੇ ਨੂੰ ਖਿੱਚੇ। ਇਦਾਂ ਕਹਿ ਲਓ, ਇੱਕ ਝੋਟਾ ਗੱਡੇ ਦੇ ਅੱਗੇ ਬੰਨਿਆ ਹੋਵੇ ਤੇ ਇੱਕ ਪਿੱਛੇ ਬੰਨਿਆ ਹੋਵੇ ਤੇ ਦੋਵੇਂ ਝੋਟੇ ਆਪੋ ਆਪਣੀ ਦਿਸ਼ਾ ਨੂੰ ਖਿੱਚਦੇ ਹੋਣ, ਆਪੋ ਆਪਣੇ ਪਾਸੇ ਨੂੰ ਜ਼ੋਰ ਲਾਉਂਦੇ ਹੋਣ ਤੇ ਬਸ ਕਿਸੇ ਦਾ ਵੀ ਨਹੀਂ ਚੱਲਦਾ, ਗੱਡਾ ਉੱਥੇ ਦਾ ਉੱਥੇ ਹੀ ਰਹਿੰਦਾ, ਜ਼ੋਰ ਦੋਵਾਂ ਦਾ ਲੱਗੀ ਜਾਂਦਾ ਹੈ। ਇਸੇ ਪ੍ਰਕਾਰ ਦੁਚਿੱਤੀ ਹੈ, ਦੁਬਿਧਾ ਹੈ। ਮਨ ਜਿਹੜਾ ਦੋ ਪਾਸਿਆਂ ਨੂੰ ਜਾਂਦਾ, ਇੱਕ ਚੰਗੇ ਪਾਸੇ ਨੂੰ ਖਿੱਚਦਾ, ਇੱਕ ਬੁਰੇ ਪਾਸੇ ਨੂੰ ਖਿੱਚਦਾ। ਦੋਵੇਂ ਮਨ ਦੀਆਂ ਬਿਰਤੀਆਂ ਸਾਨਾਂ ਵਾਂਗੂ, ਝੋਟਿਆਂ ਵਾਂਗੂ ਜ਼ੋਰ ਲਾਉਂਦੀਆਂ, ਪਰ ਗੱਡੇ ਵਾਂਗੂ ਮਨ ਉੱਥੇ ਦਾ ਉੱਥੇ ਹੀ, ਨਾ ਉਧਰ ਖਿੱਚਿਆ ਜਾਂਦਾ ਨਾ ਉਧਰ ਖਿੱਚਿਆ ਜਾਂਦਾ ਹੈ। ਮਨ ਦੇ ਵਿੱਚ ਦੁਬਿਧਾ ਆ ਜਾਵੇ ਤੇ ਜਿਸ ਦੇ ਮਨ ਵਿੱਚ ਦੁਬਿਧਾ ਆ ਜਾਵੇ ਫਿਰ ਨਾ ਉਹ ਸੰਸਾਰ ਜੋਗਾ ਰਹਿੰਦਾ, ਨਾ ਨਿਰੰਕਾਰ ਜੋਗਾ ਰਹਿੰਦਾ। ਮਨ ਕਹਿੰਦਾ ਨਿਰੰਕਾਰ ਦੇ ਨਾਲ ਜੁੜੀਏ, ਦੂਜੀ ਬਿਰਤੀ ਖਿੱਚ ਲੈਂਦੀ, ਕਹਿੰਦਾ ਸੰਸਾਰ 'ਚ ਹੀ ਸਾਰੀਆਂ ਮੌਜ ਬਹਾਰਾਂ ਨੇ, ਰੱਬ ਤੋਂ ਕੀ ਲੈਣਾ, ਰੱਬ ਨੂੰ ਕਿੰਨੇ ਵੇਖਿਆ। ਇਸ ਪ੍ਰਕਾਰ ਦੁਬਿਧਾ ਵਿੱਚ ਫਸਿਆ ਹੋਇਆ ਜਿਹੜਾ ਜੀਵ ਖੁਆਰ ਹੁੰਦਾ ਹੈ। ਦੁਬਿਧਾ ਬਣ ਗਈ ਏ, ਇੱਕ ਮਨ ਦੀ ਬਿਰਤੀ ਸਤਿਗੁਰੂ ਜੀ ਵੱਲ ਨੂੰ ਖਿੱਚਦੀ ਏ, ਇੱਕ ਮਨ ਦੀ ਬਿਰਤੀ ਖਿੱਚ ਪਾਉਂਦੀ ਏ ਜਿਸ ਨੂੰ ਸਾਰੀ ਉਮਰ ਪੂਜਿਆ, ਜਿਸ ਨੂੰ ਸਾਰੀ ਉਮਰ ਮੰਨਿਆ, ਸਾਰੀ ਉਮਰ ਜਿਸ ਦੀਆਂ ਸ਼ੀਰਨੀਆਂ ਵੰਡੀਆਂ, ਜਿਸ ਦੇ ਰੋਟ ਪਕਾਏ, ਆਪ ਖਾਧੇ ਤੇ ਲੋਕਾਂ ਨੂੰ ਖਵਾਏ, ਸਾਰੀ ਜ਼ਿੰਦਗੀ ਜਿਸ ਨੂੰ ਸਿਜਦੇ ਕੀਤੇ, ਉਸ ਨੂੰ ਛੱਡ ਕੇ ਕਿਵੇਂ ਚਲਿਆ ਜਾਵਾਂ। ਫਿਰ ਕਹਿੰਦਾ, ਪੀਰ ਜੀ ਪਾ ਦਿਓ ਕੋਈ ਰੁਕਾਵਟ, ਕਰੋ ਕੋਈ ਐਸਾ ਹੀਲਾ, ਨਹੀਂ ਤੇ ਮੈਂ ਸਤਿਗੁਰੂ ਜੀ ਦੇ ਕੋਲ ਚਲਿਆ ਜਾਣਾ ਜੇ। ਤੁਰੇ ਜਾਂਦੇ ਨੇ, ਘਰ ਚੋਂ ਤੁਰਦੇ ਤੁਰਦੇ, ਚੱਲਦੇ ਚੱਲਦੇ, ਪੜਾ ਦਰ ਪੜਾ ਸਤਲੁਜ ਦਰਿਆ ਤੱਕ ਵੀ ਪੁੱਜਦੇ ਨੇ, ਪਰ ਜਿਵੇਂ ਜਿਵੇਂ ਅੱਗੇ ਜਾਂਦੇ ਨੇ ਕੜੀ ਦੇ ਨਾਲ ਕੜੀ ਐਸੀ ਜੁੜਦੀ ਏ, ਸ਼ੁਭ ਸ਼ਗਨ ਹੁੰਦੇ ਜਾਂਦੇ ਨੇ। ਤੇ ਜਿਸ ਵੇਲੇ ਬੇੜੀ ਦੇ ਵਿੱਚ ਚੜ੍ਹਨ ਲੱਗਾ, ਕਹਿੰਦਾ ਪੀਰ ਜੀ ਜੇ ਅਜੇ ਵੀ ਰੁਕਾਵਟ ਨਾ ਪਾਈ ਤੇ ਫਿਰ ਅੱਜ ਤੋਂ ਨਾ ਤੁਸੀਂ ਮੇਰੇ ਤੇ ਨਾ ਮੈਂ ਤੁਹਾਡਾ, ਫਿਰ ਗੁਰੂ ਜੀ ਮੇਰੇ ਤੇ ਮੈਂ ਗੁਰੂ ਦਾ ਹੋ ਜਾਣਾ ਜੇ। ਬੇੜੀ ਦੇ ਵਿੱਚ ਅਸਵਾਰ ਹੋ ਗਏ, ਬੇੜੀ ਦਰਿਆ ਦੇ ਅੱਧ ਤੱਕ ਚਲੇ ਗਈ, ਪਰ ਪੀਰ ਨੇ ਪਰਤਾਵਾ ਤਾਂ ਵੀ ਕੋਈ ਨਾ ਦਿੱਤਾ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਿਆਰ ਹੋਵੇ, ਸਤਿਗੁਰੂ ਜੀ ਦਾ ਹੁਕਮਨਾਮਾ ਹੋਵੇ, ਉਹ ਤੇ ਪੀਰ ਫਕੀਰ ਵਿਚਾਰੇ ਕੌਣ ਹੁੰਦੇ ਨੇ ਸਿੱਖ ਦਾ ਰਸਤਾ ਡੱਕ ਜਾਣ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਵਾਹਿਗੁਰੂ ਦਾ ਸਰੂਪ ਨੇ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਐਸੀ ਹੋਈ ਹੈ, ਕੋਈ ਰੁਕਾਵਟ ਪਈ ਨਹੀਂ। ਜਦੋਂ ਦਰਿਆ ਦੇ ਅੱਧ ਦੇ ਵਿੱਚ ਬੇੜੀ ਗਈ ਹੈ ਨਾ, ਤੇ ਸਾਧ ਸੰਗਤ ਜੀ ਫਿਰ ਭਾਈ ਬਹਿਲੋ ਜੀ ਨੇ ਆਪਣੀ ਖੁੰਡੀ ਜਿਹੜੀ ਸੀ ਦਰਿਆ ਵਿੱਚ ਰੋੜਤੀ। ਕਹਿੰਦੇ ਹੁਣ ਪੀਰ ਦਾ ਕੋਈ ਕੰਮ ਨਹੀਂ, ਹੁਣ ਤੇ ਪੀਰਾਂ ਦੇ ਪੀਰ ਕੋਲ ਜਾਵਾਂਗਾ। ਗਲ ਦੇ ਵਿੱਚੋਂ ਖਲੜਾ ਲਾਇਆ ਹੈ, ਉਸ ਨੂੰ ਵੀ ਰੋੜ ਦੇਣਾ ਕੀਤਾ ਹੈ ਤੇ ਉੱਥੋਂ ਹੀ ਫਿਰ ਨਮਸਕਾਰ ਕਰ ਦਿੱਤੀ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਹੁਕਮ ਦੇ ਨਾਲ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆ ਰਿਹਾ, ਹੁਣ ਕਿਰਪਾ ਕਰਕੇ ਆਪਣਾ ਬਣਾ ਲਿਓ ਜੇ। ਸਿੱਖ ਦੇ ਨਾਲ ਮੰਜ਼ਿਲ ਦਰ ਮੰਜ਼ਿਲ ਸਫ਼ਰ ਤੈਅ ਕਰਦਿਆਂ ਹੋਇਆਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਕੋਲ ਪੁੱਜੇ ਨੇ। ਭਾਈ ਬਹਿਲੋ ਜੀ ਨੇ ਜਾ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਉੱਪਰ ਨਮਸਕਾਰ ਕੀਤੀ ਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ ਨੇ, ਬਹਿਲੋ ਆ ਗਿਆ ਭਾਈ, ਅਸੀਂ ਤਾਂ ਤੇਰੀ ਕਦੋਂ ਦੀ ਉਡੀਕ ਕਰਦੇ ਸੀ। ਜੋ ਜਨਮਾਂ ਜਨਮਾਂਤਰਾਂ ਦੀ ਕੀਤੀ ਹੋਈ ਤੇਰੀ ਬੰਦਗੀ ਹੈ ਨਾ,
ਉਸ ਦਾ ਹੁਣ ਫਲ ਪ੍ਰਾਪਤ ਹੋਣੇ ਦਾ ਸਮਾਂ ਆ ਗਿਆ ਹੈ। ਆ ਕਰਕੇ ਦੇਖਣਾ ਕੀਤਾ ਹੈ ਇਥੇ ਮਾਈ ਭਾਈ ਅਮੀਰ ਤਕੜੇ ਇਸੇ ਪ੍ਰਕਾਰ ਵਜ਼ੀਰ ਇਤਿਆਦਿਕ ਅਹਿਲਕਾਰ ਵੀ ਗੁਰੂ ਕੇ ਚਰਨਾਂ ਦੀ ਸੇਵਾ ਵਿੱਚ ਲੱਗੇ ਨੇ। ਵੇਖਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਐਸਾ ਦਰ ਹੈ, ਸਾਰਿਆਂ ਤੋਂ ਵੱਡਾ ਹੈ। ਦੁਨੀਆ ਦੇ ਵੱਡੇ ਵਡੇਰੇ ਵੀ ਇਸ ਦਰ ਤੇ ਆ ਕਰਕੇ ਚਰਨ ਧੂੜ ਲੋਚਦੇ ਨੇ ਤੇ ਹੱਥੀਂ ਸੇਵਾ ਕਰਦੇ ਨੇ। ਹੱਥ ਜੋੜ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਭੁੱਲਿਆ ਸੀ, ਭਟਕਿਆ ਸੀ, ਕੁਰਾਹੇ ਪਿਆ ਹੋਇਆ ਸੀ, ਆਪ ਜੀ ਨੇ ਕਿਰਪਾ ਕਰਕੇ ਸੱਦ ਕਰਕੇ ਬੁਲਾ ਕਰਕੇ ਰਾਹੇ ਪਾਇਆ ਗਰੀਬ ਨਿਵਾਜ। ਜਿੱਥੇ ਬੇਅੰਤਾਂ ਨੂੰ ਆਪ ਜੀ ਨੇ ਸੇਵਾ ਬਖਸ਼ੀ, ਕਿਰਪਾਲਤਾ ਕਰਕੇ ਮੈਨੂੰ ਵੀ ਸੇਵਾ ਬਖਸ਼ੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੇਵਾ ਬਖਸ਼ਿਸ਼ ਕਰਨਾ ਕੀਤੀ ਹੈ। ਭਾਈ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਨ ਵਾਸਤੇ ਆਵੇ ਲਗਾਏ ਗਏ ਨੇ। ਗੁਰਸਿੱਖ ਇੱਟਾਂ ਪਕਾ ਰਹੇ ਨੇ ਤੇ ਜਿਹੜੇ ਗੁਰਸਿੱਖ ਇੱਟਾਂ ਪਕਾ ਰਹੇ ਨੇ ਤੂੰ ਨਿਗਰਾਨੀ ਕਰਨੀ ਹੈ। ਕਹਿ ਕਰਕੇ ਸੇਵਾ ਕਰਵਾਉਣੀ ਹੈ, ਦੱਸ ਕੇ ਸੇਵਾ ਕਰਵਾਉਣੀ ਹੈ। ਨਵੇਂ ਜਗਿਆਸੂਆਂ ਨੂੰ ਨਹੀਂ ਪਤਾ ਇੱਟਾਂ ਕਿਵੇਂ ਪੱਥਣੀਆਂ ਨੇ, ਕਿਵੇਂ ਘੜਦੀਆਂ ਨੇ, ਕਿਵੇਂ ਇਹਨਾਂ ਨੂੰ ਬੀੜਨਾ ਹੈ, ਚੱਕੇ ਲਾਉਣੇ ਨੇ ਤੇ ਕਿਵੇਂ ਇਹਨਾਂ ਨੂੰ ਅਗਨੀ ਦੇਣੀ ਹੈ। ਤੂੰ ਸੁਲਝਿਆ ਹੋਇਆ ਹੈ, ਕਹਿ ਕਰਕੇ ਸਾਰੀ ਸੇਵਾ ਨੂੰ ਕਰਵਾਵਣਾ ਕਰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਦੀ ਦਿਹਾੜੀ ਨਿਯਤ ਕਰ ਦਿੱਤੀ ਕਿ ਤੈਨੂੰ ਇੰਨੇ ਟਕੇ ਜਾਂ ਇਤਨੇ ਪੈਸੇ ਹਰ ਰੋਜ਼ ਦਿਹਾੜੀ ਮਿਲਿਆ ਕਰੇਗੀ। ਭਾਈ ਬਹਿਲੋ ਜੀ ਸਮਾਹਿਤ ਚਿੱਤ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਮਾਹਿਤ ਭਾਵ ਦੇ ਨਾਲ ਸਮਰਪਿਤ ਹੋ ਕਰਕੇ ਸੇਵਾ ਦੇ ਵਿੱਚ ਲੱਗ ਗਏ। ਕਿੰਨੇ ਦਿਨ ਸੇਵਾ ਕਰਦਿਆਂ ਬਤੀਤ ਹੋ ਗਏ। ਇੱਟਾਂ ਪੱਥੀਆਂ ਗਈਆਂ ਨੇ, ਇੱਕ ਜਗ੍ਹਾ ਤੇ ਚੱਕੇ ਲਾਏ ਗਏ ਨੇ, ਹੁਣ ਅੱਗ ਦੇਣੀ ਹੈ। ਤੇ ਭਾਈ ਬਹਿਲੋ ਜੀ ਪੁੱਛਦੇ ਨੇ ਦੂਸਰਿਆਂ ਨੂੰ, ਭਾਈ ਇਹ ਇੱਟਾਂ ਜ਼ਿਆਦਾ ਪੱਕੀਆਂ ਤੇ ਲਾਲ ਕਿਵੇਂ ਬਣ ਗਈਆਂ? ਕੋਈ ਐਸੀ ਜੁਗਤ ਹੈ? ਇੱਟਾਂ ਭੁਰਨ ਨਾ, ਪਿੱਲੀਆਂ ਨਾ ਰਹਿਣ, ਪੱਕ ਜਾਣ ਤੇ ਮਜ਼ਬੂਤ ਹੋਣ। ਤੇ ਕਿਸੇ ਤਰਕਵਾਦੀ ਨੇ ਹਾਸੇ ਦੇ ਨਾਲ ਕਹਿ ਦਿੱਤਾ, ਕਹਿਣ ਲੱਗਾ ਜੇਕਰ ਵਿਸ਼ਟਾ ਪਾ ਕੇ, ਗੰਦਗੀ ਪਾ ਕੇ, ਕੂੜਾ ਪਾ ਕੇ ਬਾਲਣ ਦੀ ਜਗ੍ਹਾ ਤੇ ਇੱਟਾਂ ਪਕਾਈਏ ਤੇ ਫਿਰ ਬੜੀਆਂ ਲਾਲ ਬਣਦੀਆਂ ਨੇ, ਫਿਰ ਬੜੀਆਂ ਪੱਕਦੀਆਂ ਨੇ, ਫਿਰ ਬੜੀਆਂ ਟਣਕਦੀਆਂ ਨੇ। ਇੱਟ ਤੇ ਇੱਟ ਮਾਰਿਆ ਫਿਰ ਨਹੀਂ ਇੱਟ ਟੁੱਟਦੀ, ਬੜੀ ਮਜ਼ਬੂਤ ਬਣਦੀ ਏ। ਪਰ ਭਾਈ ਬਹਿਲੋ ਜੀ ਨੂੰ ਥੋੜਾ ਪਤਾ ਕਿ ਮੇਰੇ ਤੇ ਕਿਸੇ ਨੇ ਤਰਕ ਕੀਤੀ ਜਾਂ ਮਜ਼ਾਕ ਉਡਾਇਆ। ਉਹਨਾਂ ਨੇ ਤੇ ਜਾਣਿਆ ਮੈਨੂੰ ਭਲਾ ਬਚਨ ਕਿਸੇ ਨੇ ਦੱਸਿਆ ਹੈ। ਉਸੇ ਵੇਲੇ ਸ਼ਹਿਰ ਦੇ ਵਿੱਚ ਗਏ ਨੇ ਤੇ ਸਾਧ ਸੰਗਤ ਜੀ ਜਿਹੜੇ ਚੰਡਾਲ ਹੋਇਆ ਕਰਦੇ ਸਨ ਨਾ, ਗੰਦਗੀ ਚੁੱਕਣ ਵਾਲੇ, ਲੋਕਾਂ ਦੇ ਘਰਾਂ ਵਿੱਚੋਂ ਗੰਦਗੀ ਚੁੱਕਿਆ ਕਰਦੇ ਸਨ, ਉਹਨਾਂ ਨੂੰ ਕਹਿਣਾ ਕੀਤਾ ਮੈਨੂੰ ਵਿਸਟਾ ਚਾਹੀਦਾ, ਗੰਦਗੀ ਚਾਹੀਦੀ ਹੈ। ਇਸ ਪ੍ਰਕਾਰ ਗੱਡਿਆਂ ਦੇ ਗੱਡੇ ਜਿਹੜੀ ਗੰਦਗੀ ਹੈ ਆਪ ਜੀ ਨੇ ਵਗਾ ਲੈਣਾ ਕੀਤੀ ਹੈ। ਸ਼ਹਿਰ ਦਾ ਕੂੜਾ ਕਰਕਟ ਵਗਾ ਲਿਆ ਹੈ, ਬਾਕੀ ਦੇ ਆਵਿਆਂ ਵਿੱਚ ਤਾਂ ਬਾਲਣ ਪਾਇਆ ਗਿਆ ਹੈ। ਪਰ ਭਾਈ ਬਹਿਲੋ ਜੀ ਨੇ ਆਪਣੇ ਆਵਿਆਂ ਦੇ ਵਿੱਚ ਬਹੁਤ ਸਾਰਾ ਵਿਸਟਾ ਗੰਦਗੀ ਤੇ ਕੂੜਾ ਪਾ ਕਰਕੇ ਅੱਗ ਦੇ ਦੇਣਾ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਐਸੀ ਕਲਾ ਵਰਤੀ ਹੈ। ਜਦੋਂ ਇੱਟਾਂ ਪੱਕ ਗਈਆਂ, ਆਵੇ ਸਾਰੇ ਖੋਲੇ ਗਏ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਇੱਕ ਦੇ ਹਿਰਦੇ ਦੀ ਭਾਵਨਾ ਤੇ ਪ੍ਰੇਮ ਨੂੰ ਜਾਣਦੇ ਨੇ। ਬਚਨ ਕਰਨਾ ਕੀਤਾ, ਹੁਕਮ ਕਰਨਾ ਕੀਤਾ, ਸਾਰੇ ਹੀ ਆਪਣੇ ਆਪਣੇ ਆਵਿਆਂ ਦੀਆਂ ਇੱਟਾਂ ਲੈ ਕੇ ਆਓ। ਸਾਰੇ ਗੁਰਸਿੱਖ ਆਪਣੇ ਆਪਣੇ ਆਵਿਆਂ ਦੀਆਂ ਇੱਟਾਂ ਲੈ ਕਰਕੇ ਆਏ। ਸੇਵਾ ਸਭਨਾਂ ਨੇ ਪ੍ਰੇਮ ਨਾਲ ਕੀਤੀ ਏ। ਇੱਟਾਂ ਸਭਨਾਂ ਦੀਆਂ ਪੱਕੀਆਂ ਤੇ ਲਾਲ ਨੇ, ਪਰ ਜਿਹੋ ਜੀਆਂ ਇੱਟਾਂ ਭਾਈ ਬਹਿਲੋ ਜੀ ਦੇ ਆਵੇ ਦੀਆਂ ਪੱਕੀਆਂ ਤੇ ਲਾਲ ਨੇ, ਇਹੋ ਜੀਆਂ ਇੱਟਾਂ ਕਿਸੇ ਦੇ ਆਵੇ ਦੀਆਂ ਵੀ ਨਹੀਂ। ਸਾਰਿਆਂ ਦੇ ਨਾਲੋਂ ਵੱਧ ਲਾਲ ਤੇ ਪੱਕੀਆਂ ਇੱਟਾਂ ਭਾਈ ਬਹਿਲੋ ਜੀ ਦੇ ਆਵੇ ਦੀਆਂ ਬਣੀਆਂ। ਗਰੀਬ ਨਿਵਾਜ ਸਤਿਗੁਰੂ ਜੀ ਨੇ ਪੁੱਛਿਆ, ਭਾਈ ਤੇਰੇ ਆਵੇ ਦੀਆਂ ਇੱਟਾਂ ਬੜੀਆਂ ਪੱਕੀਆਂ ਨੇ, ਕਿਹੜਾ ਬਾਲਣ ਪਾਇਆ? ਜਾਣਦੇ ਸੀ ਸਤਿਗੁਰੂ ਜੀ? ਪੁੱਛਣਾ ਕੀਤਾ, ਭਾਈ ਕਿਹੜਾ ਬਾਲਣ ਪਾਇਆ ਹੈ? ਕਹਿਣ ਲੱਗਾ ਗਰੀਬ ਨਿਵਾਜ ਮੈਨੂੰ ਕਿਸੇ ਗੁਰਮੁਖ ਨੇ ਜੁਗਤ ਦੱਸੀ ਸੀ, ਜੇ ਕੂੜਾ ਕਰਕਟ ਤੇ ਗੰਦਗੀ ਵਿਸ਼ਟਾ ਪਾ ਕਰਕੇ ਪਕਾਈਏ ਤੇ ਇੱਟਾਂ ਬੜੀਆਂ ਪੱਕਦੀਆਂ ਨੇ। ਮੈਂ ਤੇ ਗੁਰਸਿੱਖ ਦੇ ਬਚਨ ਨੂੰ ਕਮਾਇਆ, ਮਹਾਰਾਜ ਇੱਟਾਂ ਬੜੀਆਂ ਸੋਹਣੀਆਂ ਬਣੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋਏ। ਸਿੱਖਾ ਤੂੰ ਧੰਨ ਹੈ, ਧੰਨ ਸਿੱਖੀ, ਕਿਸੇ ਦੀ ਤਰਕ ਨੂੰ ਵੀ ਗੁਰਸਿੱਖ ਦਾ ਬਚਨ ਸਮਝ ਕਰਕੇ ਪ੍ਰੇਮ ਨਾਲ ਕਮਾ ਲਿਆ। ਤੇ ਜਿਹੜੇ ਪ੍ਰੇਮ ਦੇ ਨਾਲ ਬਚਨ ਕਮਾਉਂਦੇ ਨੇ, ਸਤਿਗੁਰੂ ਜੀ ਤੰਨਾਂ ਦੀ ਬਾਂਹ ਫੜ ਲੈਂਦੇ ਨੇ। ਗਰੀਬ ਨਿਵਾਜ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਹੈ, ਭਾਈ ਗੁਰੂ ਘਰ ਦੇ ਵਿੱਚ ਸੇਵਾ ਇਸੇ ਪ੍ਰਕਾਰ ਭਾਵਨਾ ਦੇ ਨਾਲ ਕਰਦਾ ਰਹੋ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਲਿਖਦੇ ਨੇ, ਭਾਈ ਬਹਿਲੋ ਜੀ ਸਰੋਵਰ ਦੇ ਵਿੱਚੋਂ ਮਿੱਟੀ ਕਦੇ ਪੁੱਟਣ ਦੀ ਸੇਵਾ ਕਰਦੇ ਤੇ ਕਦੇ ਟੋਕਰੇ ਭਰ ਭਰ ਕੇ ਬਾਹਰ ਸੁੱਟਣ ਦੀ ਸੇਵਾ ਕਰਦੇ ਨੇ। ਤੇ ਹਰ ਪ੍ਰਕਾਰ ਦੇ ਮਨੁੱਖ ਸਭ ਜਗ੍ਹਾ ਤੇ ਹੋਇਆ ਕਰਦੇ ਨੇ। ਕੁਝ ਕੁ ਸ਼ਰਾਰਤ ਦੇ ਨਾਲ, ਹਾਸੇ ਦੇ ਨਾਲ, ਉਪਹਾਸ ਕਰਨ ਵਾਸਤੇ ਇਸ ਦੀ ਮਿੱਟੀ ਦਾ ਟੋਕਰਾ ਜ਼ਿਆਦਾ ਭਰਦੇ ਨੇ ਤੇ ਕਈ ਮਣ ਮਿੱਟੀ ਇਸ ਦੇ ਟੋਕਰੇ ਵਿੱਚ ਪਾਈ ਜਾਂਦੀ ਹੈ। 2-2 3-3 ਬੰਦੇ ਬੜਾ ਜ਼ੋਰ ਲਗਾ ਕਰਕੇ ਮਸਾਂ ਹੀ ਟੋਕਰਾ ਸਿਰ ਤੇ ਰੱਖਦੇ ਨੇ, ਪਰ ਇਹ ਝਾਟੀ ਸਿਰ ਦੇ ਉੱਪਰ ਟੋਕਰਾ ਚੁੱਕਦੇ ਨੇ, ਦੂਰ ਸੁੱਟ ਕੇ ਤੇ ਦੌੜ ਕਰਕੇ ਵਾਪਸ ਆਉਂਦੇ ਨੇ। ਤੇ ਜਿੱਥੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੈਠ ਕਰਕੇ ਸੇਵਾ ਕਰਵਾਉਂਦੇ ਨੇ ਨਾ, ਜਿਤਨਾ ਸਮਾਂ
ਮਿੱਟੀ ਭਰੀ ਜਾਂਦੀ ਏ ਟੋਕਰੇ ਦੇ ਅੰਦਰ, ਉਤਨਾ ਸਮਾਂ ਟਿਕਟਿਕੀ ਲਗਾ ਕਰਕੇ ਸਤਿਗੁਰੂ ਜੀ ਦੇ ਦੀਦਾਰ ਹੀ ਕਰਦੇ ਰਹਿੰਦੇ ਨੇ। ਦੂਸਰੇ ਪਾਸੇ ਕਿਧਰੇ ਤੱਕਦੇ ਹੀ ਨਹੀਂ। ਕੌਣ ਕੀ ਗੱਲਾਂ ਕਰ ਰਿਹਾ, ਕੌਣ ਉਪਹਾਸ ਕਰ ਰਿਹਾ, ਕੌਣ ਹਾਸਾ ਕਰ ਰਿਹਾ, ਕਿਸੇ ਵੱਲ ਵੇਖਦੇ ਹੀ ਨਹੀਂ, ਕਿਸੇ ਦੀ ਸੁਣਦੇ ਹੀ ਨਹੀਂ। ਬਸ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ ਤੇ ਹੱਥੀਂ ਸੇਵਾ ਕਰ ਰਹੇ ਨੇ। ਇਸ ਪ੍ਰਕਾਰ ਸੇਵਾ ਕਰਦਿਆਂ ਕਿਤਨਾ ਸਮਾਂ ਬਤੀਤ ਹੋ ਗਿਆ ਤੇ ਇੱਕ ਸਮੇਂ ਲਾਂਗਰੀ ਸਿੱਖ ਨੇ ਆ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅੱਜ ਲੰਗਰ ਮਸਤਾਨਾ ਹੋ ਗਿਆ, ਸੰਗਤਾਂ ਬੜੀਆਂ ਆਈਆਂ ਨੇ, ਅੰਨ ਦੀ ਬੜੀ ਲੋੜ ਹੈ, ਪਰ ਮਹਾਰਾਜ ਜਿਤਨਾ ਅੰਨ ਸੀ ਲੰਗਰਾਂ ਦੇ ਵਿੱਚ ਮੌਜੂਦ ਉਹ ਸਾਰਾ ਪੱਕ ਗਿਆ ਤੇ ਵਰਤ ਗਿਆ, ਹੋਰ ਅੰਨ ਹੈ ਨਹੀਂ, ਅਨਾਜ ਹੈ ਨਹੀਂ। ਮਹਾਰਾਜ ਹੁਣ ਜਿਵੇਂ ਹੁਕਮ ਹੋਵੇ ਤਿਵੇਂ ਕਰੀਏ, ਲੰਗਰ ਤੇ ਅਟਕ ਗਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਭਾਈ ਅੱਜ ਦੇ ਲੰਗਰ ਦੀ ਸੇਵਾ ਕੋਈ ਹੋਰ ਲੈ ਲੈਣਾ ਕਰੇ। ਭਾਈ ਬਹਿਲੋ ਜੀ ਝੱਟ ਹੀ ਉੱਠ ਕਰਕੇ ਖੜੇ ਹੋ ਗਏ ਤੇ ਬੇਨਤੀ ਕਰਨਾ ਕੀਤੀ, ਸੱਚੇ ਪਾਤਸ਼ਾਹ ਜੋ ਦਿਹਾੜੀ ਆਪ ਜੀ ਨੇ ਨੀਅਤ ਕਰਕੇ ਮੈਨੂੰ ਮਾਇਆ ਦੇਣੀ ਦੇ ਕੀਤੀ ਹੈ ਨਾ, ਮਹਾਰਾਜ ਉਹ ਸਾਰੀ ਮਾਇਆ ਜਿਉਂ ਦੀ ਤਿਉਂ ਜਮਾ ਪਈ, ਮੈਂ ਤੇ ਇੱਕ ਨਿੱਕਾ ਪੈਸਾ ਵੀ ਨਹੀਂ ਖਰਚਿਆ। ਕਿਰਪਾਲੂ ਸਤਿਗੁਰੂ ਜੀ ਕਿਰਪਾਲਤਾ ਕਰੋ, ਇਹ ਭੇਟਾ ਪ੍ਰਵਾਨ ਕਰੋ ਜਿਸ ਦੇ ਨਾਲ ਆਪ ਜੀ ਦੇ ਲੰਗਰ ਬਸਤਾਨੇ ਨਾ ਹੋਣ, ਰੁਕਾਵਟ ਨਾ ਪਵੇ ਤੇ ਲੰਗਰ ਚੱਲਦੇ ਰਹਿਣ। ਜਿਤਨੀ ਮਾਇਆ ਸੀ ਸਾਰੀ ਦੀ ਸਾਰੀ ਹੀ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤੀ। ਤੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿਣਾ ਕੀਤਾ, ਭਾਈ ਬਹਿਲੋ ਧਰਮ ਦੀ ਕਿਰਤ ਨੂੰ ਤੂੰ ਸਾਂਭ ਕੇ ਰੱਖਿਆ ਤੇ ਸੇਵਾ ਦੇ ਵਿੱਚ ਪਾ ਦਿੱਤਾ ਹੈ। ਆਪ ਤੂੰ ਜਾ ਕਰਕੇ ਗੁਰਸਿੱਖਾਂ ਦੇ ਡੇਰਿਆਂ ਤੇ ਮੰਗ ਕੇ ਭੋਜਨ ਖਾਣਾ ਹੈ, ਤੇ ਜਿਹੜਾ ਭੋਜਨ ਮੰਗ ਕੇ ਤੈਨੂੰ ਪ੍ਰਾਪਤ ਹੁੰਦਾ ਹੈ ਪਹਿਲਾਂ ਅੱਧਾ ਉਸ ਦੇ ਵਿੱਚੋਂ ਕੱਢ ਕੇ ਲੋੜਵੰਦਾਂ ਨੂੰ ਖਵਾਉਣਾ ਹੈ, ਤੇ ਫਿਰ ਸਾਨੂੰ ਅਰਦਾਸ ਕਰਦਾ ਹੈ ਆਪ ਛਕਣ ਤੋਂ ਪਹਿਲਾਂ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤੁਹਾਨੂੰ ਭੋਗ ਲੱਗੇ, ਫਿਰ ਸਾਨੂੰ ਭੋਗ ਲਗਵਾ ਕਰਕੇ ਛਕਦਾ ਹੈ। ਸਿੱਖਾ ਜਿਹੜਾ ਭੋਜਨ ਪ੍ਰਸ਼ਾਦਾ ਅਥਵਾ ਪਦਾਰਥ ਕਿਸੇ ਨੂੰ ਗੁਰੂ ਦੇ ਨਾਮ ਤੇ ਦਿੱਤਾ ਜਾਵੇ ਉਹ ਗੁਰੂ ਨੂੰ ਪਹੁੰਚਦਾ ਹੈ। ਜਿਹੜਾ ਤੂੰ ਭੋਜਨ ਪ੍ਰਸ਼ਾਦਾ ਦੂਜਿਆਂ ਨੂੰ ਸਾਡੇ ਨਾਮ ਤੇ ਦੇਣਾ ਉਹ ਵੀ ਸਾਨੂੰ ਪਹੁੰਚਦਾ ਹੈ। ਤੇ ਆਪ ਛਕਣ ਤੋਂ ਪਹਿਲਾਂ ਜੋ ਸਾਡਾ ਨਾਮ ਲਾ ਕਰਕੇ ਅਰਦਾਸ ਕਰ ਦੇਣਾ ਨਾ ਕਿ ਮਹਾਰਾਜ ਤੁਹਾਨੂੰ ਭੋਗ ਲੱਗੇ, ਉਹ ਵੀ ਆ ਕੇ ਸਾਨੂੰ ਪਹੁੰਚਦਾ ਹੈ। ਤੇ ਤੂੰ ਦੂਸਰਿਆਂ ਦੇ ਡੇਰਿਆਂ ਤੇ ਜਾ ਕਰਕੇ ਝੂਠੇ ਟੁਕੜੇ ਮੰਗ ਕਰਕੇ ਖਾਂਦਾ ਹੈ ਤੇ ਸਾਨੂੰ ਭੋਗ ਲਵਾਉਣਾ ਹੈ। ਤੇਰੇ ਅੰਦਰ ਹੁਣ ਸੱਚ ਦੀ ਜੋਤ ਪ੍ਰਗਟ ਹੋ ਗਈ ਹੈ। ਸੱਚ ਸਰੂਪ ਪ੍ਰਮਾਤਮਾ ਜੀ ਆਤਮ ਸਰੂਪ ਹੋ ਕਰਕੇ ਤੇਰੇ ਸਰੀਰ ਨੂੰ ਪਵਿੱਤਰ ਜਾਣ ਕਰਕੇ ਅੰਦਰ ਸਾਖਿਆਤਕਾਰ ਹੋ ਚੁੱਕੇ ਨੇ। ਆਤਮਾ ਪ੍ਰਮਾਤਮਾ ਦਾ ਮੇਲ ਹੋ ਚੁੱਕਿਆ ਹੈ। ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਹੁਣ ਅੰਦਰਲੀ ਸੁੱਚੀ ਜੋਤ ਨੂੰ ਝੂਠੇ ਭੋਜਨ ਦਾ ਭੋਗ ਨਾ ਲਵਾਇਆ ਕਰ। ਸੁੱਚਾ ਹੀ ਛਕਣਾ ਹੈ, ਹੁਣ ਡੇਰਿਆਂ ਤੋਂ ਮੰਗ ਕੇ ਨਹੀਂ ਛਕਣਾ, ਗੁਰੂ ਕੇ ਲੰਗਰਾਂ ਤੋਂ ਵਿੱਚ ਛਕਣਾ ਹੈ। ਇਸ ਪ੍ਰਕਾਰ ਸਾਨੂੰ ਵੀ ਸੁੱਚੇ ਦਾ ਭੋਗ ਲਗਵਾਇਆ ਕਰ ਤੇ ਆਪ ਵੀ ਸੁੱਚਾ ਹੀ ਛਕਿਆ ਕਰ, ਨਾ ਝੂਠਾ ਛਕਿਆ ਕਰ ਤੇ ਨਾ ਸਾਨੂੰ ਛਕਾਇਆ ਕਰ। ਤੈਅ ਕਰਕੇ ਚਰਨੀ ਪੈ ਗਿਆ, ਸੱਚੇ ਪਾਤਸ਼ਾਹ ਮੇਰੀ ਤੇ ਭਾਵਨਾ ਸੀ, ਮੈਨੂੰ ਥੋੜਾ ਨਾ ਪਤਾ ਸੀ ਕਿ ਮੈਂ ਝੂਠਾ ਭੋਜਨ ਛਕਾ ਕਰਕੇ ਭੋਲੇ ਭਾ ਆਪ ਜੀ ਦੀ ਨਿਰਾਦਰੀ ਹੀ ਕਰੀ ਜਾ ਰਿਹਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਪਕੜ ਕਰਕੇ ਮੋਢਿਆਂ ਤੋਂ ਉਠਾਇਆ, ਗਲ ਵਕੜੀ ਦੇ ਵਿੱਚ ਲੈ ਲਿਆ ਤੇ ਪਿਆਰ ਦੇ ਨਾਲ ਬਚਨ ਕਰਨਾ ਕੀਤਾ, ਭਾਈ ਬਹਿਲੋ ਸਭ ਤੋਂ ਪਹਿਲੋਂ ਭਾਈ ਤੂੰ ਸਾਨੂੰ ਸਾਰਿਆਂ ਤੋਂ ਪਿਆਰਾ ਹੈ, ਸਾਰਿਆਂ ਤੋਂ ਪਹਿਲਾਂ ਤੂੰ ਹੈ, ਸਾਰਿਆਂ ਤੋਂ ਵੱਡਾ, ਸਾਰਿਆਂ ਤੋਂ ਉੱਚਾ ਤੇਰਾ ਮੁਰਾਤਬਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਇਸ ਪ੍ਰਕਾਰ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅੱਗੇ ਆਪਾ ਭਾਵ ਤਿਆਗ ਹੀ ਦਿੱਤਾ, ਵੱਡ ਪੁਣੇ ਨੂੰ ਕਿਸੇ ਪ੍ਰਕਾਰ ਜਣਾਇਆ ਹੀ ਨਹੀਂ, ਆਪਣੀ ਕਿਰਤ ਕਮਾਈ ਵੀ ਸਤਿਗੁਰੂ ਜੀ ਨੂੰ ਸੌਂਪ ਦਿੱਤੀ। ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਐ ਪਾਈਐ। ਜਿਨ੍ਹਾਂ ਨੇ ਆਪਣਾ ਤਨ ਮਨ ਅਤੇ ਧਨ ਸਤਿਗੁਰੂ ਜੀ ਨੂੰ ਅਰਪਣ ਕਰ ਦੇਣਾ ਕੀਤਾ ਹੈ, ਉਹਨਾਂ ਨੇ ਫਲ ਸਰੂਪ ਦੇ ਵਿੱਚ ਪ੍ਰਮਾਤਮਾ ਜੀ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ। ਆਪ ਤਜਹੁ ਗੋਬਿੰਦ ਭਜਹੁ ਸਰਨ ਪਰਹੁ ਹਰ ਰਾਏ। ਭਾਈ ਜਿਵੇਂ ਭਾਈ ਮੰਝ ਜੀ, ਜਿਵੇਂ ਭਾਈ ਬਹਿਲੋ ਜੀ, ਜਿਵੇਂ ਭਾਈ ਸਾਲੋ ਜੀ, ਜਿਵੇਂ ਭਾਈ ਲਖੀਆ ਜੀ, ਜਿਵੇਂ ਬਾਬਾ ਬਿਧੀ ਚੰਦ ਸਾਹਿਬ ਜੀ ਆਪਾ ਭਾਵ ਤਿਆਗ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਗਏ ਨਾ, ਵਾਹਿਗੁਰੂ ਜੀ ਦੇ ਨਾਮ ਦਾ ਤਿਨਾਂ ਨੇ ਭਜਨ ਕਰਨਾ ਕੀਤਾ ਨਾ, ਤੇ ਹਰ ਵੇਲੇ ਗੁਰ ਪਰਮੇਸ਼ਰ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਤੇ ਹੁਕਮ ਦੇ ਵਿੱਚ ਰਹੇ ਨੇ। ਇਸ ਪ੍ਰਕਾਰ ਸਮਾਹਿਤ ਭਾਵ ਦੇ ਨਾਲ ਸੇਵਾ ਕਰਨੀ ਕਰੋ, ਲੋਕ ਪਰਲੋਕ ਸਫਲਾ ਹੋ ਜਾਵੇਗਾ। ਆਪਾ ਭਾਵ ਤਿਆਗ ਕੇ ਸੇਵਾ ਕਰਨੀ ਹੈ। ਐਸਾ ਨਹੀਂ ਕਿ ਸੇਵਾ ਕਰਦਿਆਂ ਵੀ ਕਿਧਰੇ ਸੁਖ ਮਹੰਗਤਾ ਆ ਜੇ, ਮੇਰੇ ਵਰਗਾ ਤੇ ਸੇਵਾਦਾਰ ਹੀ ਕੋਈ ਨਹੀਂ। ਦੂਜਿਆਂ ਦੀ ਨਿੰਦਿਆ ਨਾ ਕਰੀ ਜਾਵੇ, ਆਗੇ 9 ਵਜੇ ਉੱਠ ਕੇ ਮੈਂ ਤੇ 3 ਵਜੇ ਦਾ ਆਇਆ, ਭਾਈ ਇਵੇਂ ਵੀ ਨਹੀਂ। ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ, ਸਿਮਰਨ ਕਰਦਿਆਂ ਵੀ ਜੇ ਦੂਜਿਆਂ ਦੀ ਨਿੰਦਿਆ ਕਰਦੇ ਰਹੀਏ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਫਿਰ ਸੇਵਾ ਸਿਮਰਨ ਫਲਦਾ ਨਹੀਂ।
ਨਿੰਦਿਆ ਕਰਨੇ ਦੇ ਨਾਲ ਸੇਵਾ ਸਿਮਰਨ ਪੂਰਨ ਤੌਰ ਤੇ ਨਹੀਂ ਫਲਦਾ ਹੈ। ਇਸ ਪ੍ਰਕਾਰ ਦੂਸਰਿਆਂ ਦੀ ਨਿੰਦਿਆ ਨਹੀਂ ਕਰੀ ਜਾਣੀ ਕਿ ਮੈਂ ਹੀ ਵੱਡਾ ਸੇਵਾਦਾਰ ਹਾਂ। ਦੂਸਰਿਆਂ ਨੂੰ ਆਪਣੇ ਸਰੀਰ ਦੇ ਨਾਲੋਂ ਜ਼ਿਆਦਾ ਪਵਿੱਤਰ ਜਾਣਨਾ, ਦੂਜਿਆਂ ਨੂੰ ਸੇਵਾਦਾਰ ਗੁਰੂ ਕੇ ਜਾਣ ਕਰਕੇ ਜ਼ਿਆਦਾ ਸਨਮਾਨ ਦੇਣਾ ਹੈ। ਆਪ ਤੋਂ ਸਭਨਾਂ ਨੂੰ ਚੰਗੇ ਤੇ ਵੱਡੇ ਹੀ ਜਾਣਨਾ ਹੈ, ਪਵਿੱਤਰ ਜਾਣਨਾ ਹੈ, ਤੇ ਬੁਰਾ ਕੇਵਲ ਆਪ ਨੂੰ ਹੀ ਜਾਣਨਾ ਹੈ। ਮੰਦਾ ਜਾਣੈ ਆਪ ਕਉ ਅਵਰ ਭਲਾ ਸੰਸਾਰ। ਆਪਾ ਭਾਵ ਨੂੰ ਛੱਡ ਕਰਕੇ, ਹੰਕਾਰ ਭਾਵ ਦਾ ਤਿਆਗ ਕਰਕੇ ਗੋਬਿੰਦ ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰੋ ਤੇ ਹਰੀ ਪਰਮਾਤਮਾ ਰਾਜਾ ਸਰੂਪ ਪ੍ਰਕਾਸ਼ ਰੂਪ ਜੀ ਦੀ ਚਰਨਾਂ ਦੀ ਸ਼ਰਨ ਦੇ ਵਿੱਚ, ਗੁਰੂ ਕੀ ਸ਼ਰਨ ਦੇ ਵਿੱਚ, ਸਤ ਸੰਗਤ ਰੂਪੀ ਸ਼ਰਨ ਦੇ ਵਿੱਚ ਸਦਾ ਪਏ ਰਹੋ। ਦੁਖ ਹਰਾ ਭਾਉ ਜਲ ਤਰਾ ਮਨ ਚਿੰਦਿਆ ਫਲ ਪਾਏ। ਗਰੀਬ ਨਿਵਾਜ ਸਤਿਗੁਰੂ ਜੀ ਫਿਰ ਫਲ ਕੀ ਪ੍ਰਾਪਤ ਹੋਵੇਗਾ? ਹਜ਼ੂਰ ਫਰਮਾਉਂਦੇ ਨੇ ਦੁਖ ਹਰੈ, ਸਾਰੇ ਜਿਹੜੇ ਦੁੱਖ ਨੇ ਉਹ ਹਰੇ ਨਾਸ਼ ਹੋ ਜਾਣਗੇ। ਵਾਹਿਗੁਰੂ ਜੀ ਤੁਹਾਡੇ ਦੁੱਖਾਂ ਦਾ ਹਰਨ ਕਰ ਦੇਣਗੇ, ਨਾਸ਼ ਕਰ ਦੇਣਗੇ। ਭਵ ਜਲ ਤਰੈ, ਸੁਭਾਵਕ ਹੀ ਤੁਸੀਂ ਭਵ ਜਲ ਸੰਸਾਰ ਸਾਗਰ ਤੋਂ ਤਰ ਜਾਵੋਗੇ। ਮਨ ਚਿੰਦਿਆ ਫਲ ਪਾਏ, ਮਨ ਇਸ਼ਤ ਸਾਰੇ ਹੀ ਧਰਮ ਅਰਥ ਕਾਮ ਮੋਖ ਫਲ ਪ੍ਰਾਪਤ ਕਰ ਲਵੋਗੇ। ਜੋ ਵੀ ਸਤਿਗੁਰੂ ਜੀ ਤੋਂ ਮਨ ਵਿੱਚ ਚਾਹਤ ਰੱਖੋਗੇ ਨਾ ਕਿ ਸਾਨੂੰ ਫਲਾਨਾ ਫਲ ਮਿਲ ਜਾਵੇ, ਫਲਾਨਾ ਪਦਾਰਥ ਮਿਲ ਜਾਵੇ, ਕਿਰਪਾਲੂ ਸਤਿਗੁਰੂ ਜੀ ਕਿਰਪਾਲਤਾ ਕਰਕੇ ਉਹੀ ਫਲ ਬਖਸ਼ ਦੇਣਗੇ, ਉਹੀ ਦਾਤ ਬਖਸ਼ ਦੇਣਗੇ। ਵਾਹਿਗੁਰੂ ਜੀ ਦੀ ਬੰਦਗੀ ਕਰਨੇ ਦਾ ਐਸਾ ਵੱਡਾ ਭਾਰੀ ਮਹਾਤਮ ਹੈ। ਸਾਰੀਆਂ ਮਨ ਦੀਆਂ ਕਾਮਨਾਵਾਂ ਸ਼ੁਭ ਜਿਹੜੀਆਂ ਨੇ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਆਠ ਪਹਰ ਮਨ ਹਰ ਜਪੈ ਸਫਲ ਜਨਮ ਪਰਵਾਣ। ਭਾਈ ਇਸ ਪ੍ਰਕਾਰ ਅੱਠੇ ਹੀ ਪਹਿਰ ਜਿਹੜੇ ਮਨ ਦੇ ਪਿਆਰ ਕਰਕੇ ਅਥਵਾ ਮਨ ਦੇ ਅੰਦਰ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਸਦਾ ਹੀ ਜਾਪ ਕਰਦੇ ਨੇ ਨਾ, ਉਹਨਾਂ ਦਾ ਜਨਮ ਸਫਲਾ ਹੈ। ਸੰਸਾਰ ਦੇ ਅੰਦਰ ਵੀ ਉਹਨਾਂ ਦਾ ਜਨਮ ਸਫਲਾ ਹੈ ਤੇ ਦਰਗਾਹ ਦੇ ਅੰਦਰ ਵੀ ਪ੍ਰਮਾਤਮਾ ਜੀ ਦੇ ਸਨਮੁਖ ਉਹ ਪ੍ਰਵਾਨ ਚੜ ਜਾਂਦੇ ਨੇ, ਉਹ ਪੁੱਗ ਜਾਂਦੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾ ਜਾਂਦੇ ਨੇ ਜਿਹੜੇ ਅੱਠੇ ਪਹਿਰ ਜਪਣਾ ਕਰਦੇ ਨੇ। ਸਤਨਾਮ ਸ੍ਰੀ ਵਾਹਿਗੁਰੂ। ਜਾਗਤ ਜੋਤ ਜਪੈ ਨਿਸਬਾਸੁਰ, ਰਾਤ ਦਿਨ ਜਗਦੀ ਜੋਤ ਪ੍ਰਮਾਤਮਾ ਨੂੰ ਸਦਾ ਮੰਨਦੇ ਹੀ ਰਹਿਣਾ ਹੈ, ਸਦਾ ਤਿਸ ਦੇ ਜਾਪ ਨੂੰ ਜਪਦੇ ਹੀ ਰਹਿਣਾ ਹੈ। ਹਿਰਦੇ ਦੇ ਵਿੱਚੋਂ ਤਿਸ ਦਾ ਪਿਆਰ ਕਦੇ ਵਿਸਰ ਨਾ ਜਾਵੇ, ਤਿਸ ਦੀ ਯਾਦ, ਤਿਸ ਦਾ ਸਿਮਰਨ ਕਦੇ ਵਿਸਰ ਨਾ ਜਾਵੇ। ਜਿਹੜੇ ਐਸੇ ਗੁਰੂ ਕੇ ਪਿਆਰੇ ਨੇ, ਲੋਕ ਪਰਲੋਕ ਤਿੰਨਾਂ ਦਾ ਸਫਲਾ ਤੇ ਪ੍ਰਵਾਨ ਹੈ ਜਨਮ ਲੈਣਾ, ਉਹਨਾਂ ਦਾ ਸ਼ੋਭਨੀਕ ਹੈ। ਅੰਤਰ ਬਾਹਰ ਸਦਾ ਸੰਗ ਕਰਨਾ ਹਾਰ ਪਛਾਣ। ਗਰੀਬ ਨਿਵਾਜ ਤਿੰਨਾਂ ਦੇ ਮਨ ਦੀ ਫਿਰ ਪਿਆਰ ਅਵਸਥਾ ਕਿਹੋ ਜੀ ਹੁੰਦੀ ਹੈ? ਸਾਹਿਬ ਫਰਮਾਉਂਦੇ ਨੇ ਸਾਰੇ ਬ੍ਰਹਿਮੰਡ ਦੇ ਅੰਦਰ ਤੇ ਬ੍ਰਹਿਮੰਡ ਤੋਂ ਬਾਹਰ ਸਭ ਜਗ੍ਹਾ ਤੇ, ਲੋਕ ਪਰਲੋਕ ਦੇ ਅੰਦਰ, ਹਰ ਕਿਸੇ ਲੋਕ ਦੇ ਅੰਦਰ ਤਿੰਨਾਂ ਨੇ ਪ੍ਰਮਾਤਮਾ ਜੀ ਨੂੰ ਹੀ ਵਸਦਾ ਜਾਣਨਾ ਕੀਤਾ ਹੈ। ਅੰਤਰ ਬਾਹਰ ਸਦਾ ਸੰਗ, ਆਪਣੇ ਸਰੀਰ ਹਿਰਦੇ ਦੇ ਅੰਦਰ ਤੇ ਬਾਹਰ ਬਾਕੀ ਸਾਰੀ ਕਾਇਨਾਤ ਸ੍ਰਿਸ਼ਟੀ ਦੇ ਅੰਦਰ, ਬਾਕੀ ਸਾਰੀ ਕੁਦਰਤ ਦੇ ਅੰਦਰ ਵੀ ਸਦਾ ਸੰਗ ਪ੍ਰਮਾਤਮਾ ਜੀ ਨੂੰ ਸਭਨਾਂ ਦੇ ਅੰਗ ਸੰਗ ਹੀ ਵਸਦਾ ਤਿੰਨਾਂ ਨੇ ਜਾਣਿਆ ਹੈ ਕਿ ਪ੍ਰਮਾਤਮਾ ਜੀ ਸਭਨਾਂ ਦੇ ਅੰਗ ਸੰਗ ਨੇ, ਪ੍ਰਮਾਤਮਾ ਜੀ ਸਭਨਾਂ ਦੇ ਕੋਲ ਨੇ, ਸਭਨਾਂ ਦੇ ਅੰਦਰ ਵਸਦੇ ਨੇ। ਇਸ ਪ੍ਰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੂੰ ਸਭ ਜਗ੍ਹਾ ਤੇ ਤਿੰਨਾਂ ਨੇ ਪ੍ਰਗਟ ਹੀ ਕਰਕੇ ਜਾਣਨਾ ਕੀਤਾ ਹੈ। ਕਰਨਾ ਹਾਰ ਪਛਾਣ, ਤੇ ਸਾਰੀ ਸ੍ਰਿਸ਼ਟੀ ਦਾ ਕਰਤਾ ਵੀ ਤਿੰਨਾਂ ਨੇ ਕਰਨਹਾਰ ਪਰਮੇਸ਼ਰ ਨੂੰ ਹੀ ਪਛਾਣਿਆ ਹੈ। ਸਾਰਿਆਂ ਨੂੰ ਪੈਦਾ ਕਰਨੇ ਵਾਲਾ ਉਪਰੰਤ ਪਾਲਣਾ ਕਰਨੇ ਵਾਲਾ ਵੀ ਕਰਨਹਾਰ ਪਰਮਾਤਮਾ ਨੂੰ ਪਛਾਣਿਆ ਕਿ ਜਿਹੜਾ ਪਰਮਾਤਮਾ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ ਨਾ, ਪਾਲਣਾ ਕਰਨ ਵਾਲਾ ਵੀ ਉਹੀ ਹੋਈ ਹੈ। ਇਸ ਪ੍ਰਕਾਰ ਅੰਨ ਦਾ ਦਾਤਾ ਵੀ ਤਿਸ ਪਰਮੇਸ਼ਰ ਨੂੰ ਹੀ ਜਾਣਨਾ ਕੀਤਾ ਹੈ। ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਭਾਈ ਤੂੰ ਹੀ ਆਪਣੇ ਅੰਦਰ, ਮਨ ਦੇ ਅੰਦਰ ਤੇ ਬਾਹਰ ਸਾਰੇ ਸੰਸਾਰ ਦੇ ਅੰਦਰ, ਕੁਦਰਤ ਦੇ ਅੰਦਰ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਸਾਰੀ ਕੁਦਰਤ ਦੇ ਅੰਦਰ ਉਹ ਆਪ ਹੀ ਵਸਿਆ ਹੋਇਆ ਹੈ। ਐਸਾ ਸਾਰੀ ਕਾਇਨਾਤ ਦੇ ਅੰਦਰ ਵਸਣੇ ਵਾਲਾ ਜੋ ਪਰਮਾਤਮਾ ਹੈ ਸਦਾ ਸੰਗ, ਤੇ ਇਸ ਕਾਰਨ ਹਾਰ ਪਰਮਾਤਮਾ ਜੀ ਨੂੰ ਆਪਣੇ ਅੰਗ ਸੰਗ ਹੀ ਪਛਾਣਨਾ ਕਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੁਨੀਆ ਦੇ ਅੰਦਰ ਵਿਚਰਦਿਆਂ ਹੋਇਆਂ ਜ਼ਿੰਦਗੀ ਦੇ ਅੰਦਰ ਬੜੇ ਸੱਜਣ ਮਿੱਤਰ ਬਣਾਏ ਜਾਂਦੇ ਨੇ ਕਿ ਸਾਡੀ ਕੋਈ ਸਹਾਇਤਾ ਕਰੇਗਾ। ਮਹਾਰਾਜ ਇਹਨਾਂ ਚੋਂ ਵੀ ਕੋਈ ਸਹਾਇਤਾ ਕਰਦਾ ਹੈ? ਹਜ਼ੂਰ ਫਰਮਾਉਂਦੇ ਨਹੀਂ ਭਾਈ, ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਸਹਾਇਤਾ ਕਰਦਾ ਤੇ ਸੱਜਣ ਸੰਤ ਨੇ ਫਿਰ ਉਹ ਸਹਾਇਤਾ ਕਰਦੇ ਨੇ। ਗਰੀਬ ਨਿਵਾਜ ਸਾਹਿਬ ਜੀ ਨੂੰ ਫਿਰ ਬੇਨਤੀ ਕਰਨਾ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੁਨੀਆ ਦੇ ਅੰਦਰ ਸੱਜਣ ਕਿਸ ਨੂੰ ਕਹਿੰਦੇ ਹੋ, ਮਿੱਤਰ ਆਪ ਜੀ ਕਿਸ ਨੂੰ ਮੰਨਣਾ ਕਰਦੇ ਹੋ, ਤੇ ਸਖਾ ਕੌਣ ਹੈ?
ਸਾਨੂੰ ਵੀ ਦੱਸੋ। ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਸੋ ਸਾਜਨ ਭਾਈ ਜੋ ਹਰ ਕੀ ਮਤ ਦੇ। ਦੱਦੇ ਲਾ ਈੜੀ ਸਿਹਾਰੀ ਹੈ। ਈੜੀ ਸਿਹਾਰੀ ਨਿਸ਼ਚੇ ਦੀ ਵਾਚਕ ਹੈ। ਨਿਸ਼ਚੇ ਦੇ ਸਹਿਤ ਜਾਣ ਲੈਣਾ ਕਰੋ। ਜਿਹੜਾ ਗੁਰਸਿੱਖ ਪਿਆਰਾ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਜਪਣ ਦੀ ਮੱਤ ਦੇਵੇ, ਸਿੱਖਿਆ ਦੇਵੇ, ਸੋ ਸਾਜਨ, ਅਸਲ ਦੇ ਵਿੱਚ ਸੱਜਣ ਉਹੀ ਹੋਈ ਹੈ। ਸੋ ਸਖਾ, ਮੀਤ ਵੀ ਉਹੀ ਹੋਈ ਹੈ ਜੋ ਵਾਹਿਗੁਰੂ ਜੀ ਦੀ ਬੰਦਗੀ ਦੀ ਸਿੱਖਿਆ ਦੇਵੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਮੀਤ ਮਿੱਤਰ ਵੀ ਉਹੀ ਹੋਈ ਹੈ ਜਿਹੜਾ ਵਾਹਿਗੁਰੂ ਜੀ ਦੀ ਬੰਦਗੀ ਦੀ ਸਿੱਖਿਆ ਦੇਵੇ। ਇਹ ਤਿੰਨ ਪ੍ਰਕਾਰ ਦੇ ਜਿਹੜੇ ਸੱਜਣ ਦੇ ਦੁਨੀਆ ਦੇ ਅੰਦਰ ਕਹੇ ਜਾਂਦੇ ਨੇ, ਸੱਜਣ, ਸੱਜਣ ਸਖਾ ਤੇ ਸੱਜਣ ਸਖਾ ਮੀਤ। ਸੱਜਣ ਉਹ ਹੁੰਦਾ ਜਿਸ ਨੂੰ ਪਿਆਰ ਕਰੀਏ ਤੇ ਅੱਗੋਂ ਉਹ ਵੀ ਪਿਆਰ ਕਰੇ, ਉਹ ਸੱਜਣ ਹੁੰਦਾ। ਪਰ ਜਿਸ ਨੂੰ ਪਿਆਰ ਤਾਂ ਕਰੀਏ ਅੱਗੋਂ ਪਿਆਰ ਨਾ ਕਰੇ, ਉਸ ਨੂੰ ਇਸੇ ਪ੍ਰਕਾਰ ਜਿਹੜਾ ਹੈ ਦੋਸਤੀ ਦੇ ਵਿੱਚ, ਪ੍ਰੇਮ ਦੇ ਵਿੱਚ ਪੂਰਾ ਨਹੀਂ ਗਿਣਿਆ ਜਾਂਦਾ। ਇਹ ਉਸ ਦਾ ਅਧੂਰਾਪਣ ਗਿਣਿਆ ਜਾਂਦਾ, ਅਲਪਗਤਾ ਗਿਣੀ ਜਾਂਦੀ ਹੈ। ਪਰ ਪਿਆਰ ਨਾ ਕਰਨੇ ਦੇ ਬਾਵਜੂਦ ਵੀ ਜਿਹੜਾ ਪਿਆਰ ਕਰੇ ਉਸ ਨੂੰ ਸਖਾ ਆਖਿਆ ਜਾਂਦਾ ਹੈ। ਪਰ ਜਿਸ ਦੇ ਨਾਲ ਕੋਈ ਵੈਰ ਕਰੇ, ਵੈਰ ਕਰਨੇ ਤੋਂ ਉਪਰੰਤ ਫਿਰ ਵੀ ਅੱਗੋਂ ਪਿਆਰ ਕਰੇ, ਤੇ ਇਸ ਨੂੰ ਸੱਜਣ ਮੀਤ ਸਖਾ ਆਖਿਆ ਜਾਂਦਾ ਹੈ। ਪਿਆਰ ਦੇ ਬਦਲੇ ਅੱਗੋਂ ਪਿਆਰ ਕਰੇ ਸੱਜਣ, ਪਿਆਰ ਨਾ ਕਰੇ ਤਾਂ ਵੀ ਪਿਆਰ ਕਰੇ, ਸੋ ਸੱਜਣ ਸਖਾ। ਨਫ਼ਰਤ ਕਰਨੇ ਦੇ ਬਾਵਜੂਦ ਕੋਈ ਵੈਰ ਕਰੀ ਜਾਵੇ ਤਾਂ ਵੀ ਅੱਗੋਂ ਪਿਆਰ ਕਰੇ, ਉਹ ਹੈ ਗੁਰਮਤਿ ਦੇ ਅਨੁਸਾਰ ਸੱਜਣ ਸਖਾ ਮੀਤ। ਸਤਿਗੁਰੂ ਜੀ ਕਹਿੰਦੇ, ਸਾਡਾ ਸੱਜਣ ਵੀ ਉਹ, ਸਾਡਾ ਸੱਜਣ ਸਖਾ ਵੀ ਉਹ, ਸੱਜਣ ਸਖਾ ਮੀਤ ਵੀ ਉਹ ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਸਿੱਖਿਆ ਦਿੰਦਾ ਹੈ। ਇਸੇ ਪ੍ਰਕਾਰ ਗਰੀਬ ਨਿਵਾਜ ਫਰਮਾਉਂਦੇ ਨੇ, ਐਸੇ ਸੱਜਣ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ ਸਾਹੂ। ਦੁਨੀਆ ਦੇ ਵਿੱਚ ਤੇ ਐਸਾ ਸੱਜਣ ਕਿੱਥੇ ਮਿਲੇਗਾ ਜਿਸ ਨੂੰ ਨਾ ਪਿਆਰ ਕਰੀਏ ਤਾਂ ਵੀ ਪਿਆਰ ਕਰੇ, ਜਿਸ ਦੇ ਨਾਲ ਕੋਈ ਵੈਰ ਕਰੇ ਤਾਂ ਵੀ ਪਿਆਰ ਕਰੇ। ਐਸੇ ਸੱਜਣ ਸਖਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਜੋ ਸੱਜਣ ਨੇ ਮਾਤਾ ਦੇ ਗਰਭ ਕਾਲ ਦੇ ਸਮੇਂ ਦੇ, ਜੋ ਸਖਾ ਨੇ ਇਸ ਲੋਕ ਦੇ, ਤੇ ਮੀਤ ਮਿੱਤਰ ਨੇ ਪਰਲੋਕ ਦੇ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਹਰ ਕੀ ਮਤ ਦੀ, ਹਰੀ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਸਿੱਖਿਆ ਦਿੰਦੇ ਨੇ। ਭਾਈ ਐਸਾ ਸੱਜਣ ਸਖਾ ਮੀਤ ਸਾਡੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ। ਐਸੇ ਸੱਜਣ ਸਖਾ ਮੀਤ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਮਹਾਰਾਜ ਦੁਨੀਆ ਦੇ ਅੰਦਰ ਜਿਹੜੇ ਸੱਜਣ ਮਿੱਤਰ ਇਤਿਆਦਿਕ ਬੜੇ ਬਣਾਏ ਜਾਂਦੇ ਨੇ। ਹਜ਼ੂਰ ਕਹਿੰਦੇ ਨੇ, ਭਾਈ ਪਾਵਨ ਬਚਨ ਨੇ ਨਾ, ਗੱਲੀ ਸੋ ਸੱਜਣ 20 ਇੱਕ ਟੁੰਡੇਂਦੀ ਨਾਲ ਹਾਂ। ਦੁਨੀਆਦਾਰੀ ਦੇ ਅੰਦਰ ਗੱਲਾਂ ਬਾਤਾਂ ਦੇ ਨਾਲ ਸੱਜਣਤਾਈ ਜਣਾਉਣ ਵਾਲੇ ਤਾਂ 20 ਸੱਜਣ ਭਾਵ ਬਹੁਤ ਮਿਲ ਜਾਂਦੇ ਨੇ, ਪਰ ਜਦੋਂ ਭੀੜਾ ਬਣਦੀ ਏ ਨਾ, ਉਸ ਵੇਲੇ ਫਿਰ ਇੱਕ ਵੀ ਸੱਜਣ ਸਾਥ ਨਿਭਾਉਣ ਵਾਲਾ ਨਹੀਂ ਹੁੰਦਾ। ਜਦੋਂ ਸਰੀਰ ਦੇ ਵਿੱਚੋਂ ਪ੍ਰਾਣਾ ਦੇ ਵਿਜੋਗ ਕਾਲ ਦਾ ਸਮਾਂ ਹੁੰਦਾ ਨਾ, ਉਦੋਂ ਇੱਕ ਵੀ ਸੱਜਣ ਬਾਂਹ ਨਹੀਂ ਫੜ ਸਕਦਾ। ਜਦੋਂ ਪਰਮਾਤਮਾ ਦੀ ਦਰਗਾਹ ਦੇ ਅੰਦਰ ਲੇਖਾ ਹੁੰਦਾ ਨਾ, ਉਦੋਂ ਦੁਨਿਆਵੀ ਸੱਜਣ ਮਿੱਤਰ ਇਤਿਆਦਿਕ ਕੋਈ ਵੀ ਉੱਥੇ ਸਾਥ ਖੜਾ ਨਹੀਂ ਹੁੰਦਾ। ਇਸ ਕਰਕੇ ਸੱਚੇ ਸੱਜਣ, ਸੱਚੇ ਮਿੱਤਰ ਤੇ ਸੱਚੇ ਸਖਾ ਪੂਰੇ ਗੁਰਦੇਵ ਜੀ ਨੇ, ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਸਾਨੂੰ ਸਿੱਖਿਆ ਦਿੰਦੇ ਹਨ ਜੀ। ਨਾਨਕ ਤਿਸ ਬਲ ਹਾਰਣਾ, ਹਰ ਹਰ ਨਾਮ ਜਪੇ। ਅਸੀਂ ਬਲਿਹਾਰੇ ਜਾਂਦੇ ਹਾਂ ਐਸੇ ਸਤਿਗੁਰਾਂ ਤੋਂ, ਤੇ ਗੁਰਦੇਵ ਜੀ ਫਰਮਾਉਂਦੇ ਨੇ, ਸਿੱਖੋ ਅਸੀਂ ਐਸੇ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਾਂ ਤੋਂ ਵੀ ਬਲਿਹਾਰਨੇ ਜਾਂਦੇ ਹਾਂ ਜਿਹੜੇ ਹਰ ਵੇਲੇ ਹਰ ਹਰ ਨਾਮ ਜਪੇ, ਆਪਣੇ ਮੁਖ ਦੇ ਵਿੱਚੋਂ ਹਰ ਹਰ ਪ੍ਰਮਾਤਮਾ ਜੀ ਦੇ ਨਾਮਾਂ ਨੂੰ ਹੀ ਉਚਾਰਦੇ ਨੇ। ਅਸੀਂ ਤਿੰਨਾਂ ਤੋਂ ਵੀ ਬਲਿਹਾਰ ਜਾਂਦੇ ਹਾਂ। ਹਾਉ ਕੁਰਬਾਨਾ ਜਾਓ ਮਿਹਰਬਾਨਾ, ਹਾਉ ਕੁਰਬਾਨਾ ਜਾਓ, ਹਾਉ ਕੁਰਬਾਨਾ ਜਾਓ ਤੇ ਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤੇ ਨਾ ਕਹਿ ਹਾਉ ਸਦ ਕੁਰਬਾਨਾ ਜਾਓ। ਅਸੀਂ ਐਸੇ ਨਾਮ ਰਸੀਆਂ ਤੋਂ ਵੀ ਸਦਾ ਬਲਿਹਾਰ ਜਾਂਦੇ ਹਾਂ ਜਿਹੜੇ ਹਰ ਵੇਲੇ ਮੁਖ ਦੇ ਵਿੱਚੋਂ ਜਪਣਾ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਕੁਰਬਾਨ ਕਰਦੇ ਹਾਂ, ਘੋਲ ਘੁਮਾਉਂਦੇ ਹਾਂ ਤਿੰਨਾਂ ਪਿਆਰਿਆਂ ਤੋਂ। ਸਲੋਕ ਆਠ ਪਹਰ ਗੁਣ ਗਾਈ ਆਹੇ, ਤਜ ਆਹੇ ਅਵਰ ਜੰਜਾਲ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਇਹ ਜਮਾ ਦਾ ਦੁੱਖ ਜੋ ਆਪ ਜੀ ਨੇ ਦੱਸਿਆ, ਇਹ ਵੀ ਬੜਾ ਭਿਆਨਕ ਹੈ। ਜਮਾ ਦੀਆਂ ਸਜ਼ਾਵਾਂ ਬੜੀਆਂ ਬੁਰੀਆਂ ਸੁਣੀਆਂ ਜਾਂਦੀਆਂ ਨੇ। ਵਿਦਵਾਨ ਪੁਰਸ਼ ਦੱਸਦੇ ਨੇ, ਪੰਡਿਤ ਪੁਰਸ਼ ਦੱਸਦੇ ਨੇ, ਗਿਆਨੀ ਪੁਰਸ਼ ਦੱਸਦੇ ਨੇ, ਨਰਕਾਂ ਦੀ ਜਿਹੜੀ ਘੋਰ ਅਗਨ ਬੜੀ ਪ੍ਰਚੰਡ ਹੈ। ਉਸ ਦੇ ਅੰਦਰ ਅਗਰ ਫੌਲਾਦ ਵੀ ਸੁੱਟ ਦਿੱਤਾ ਜਾਵੇ ਨਾ,
ਤੇ ਪਾਉਂਦਿਆਂ ਸਾਰ ਪਾਣੀ ਵਾਂਗੂ ਢਲ ਜਾਂਦਾ, ਐਸੀ ਉਹ ਪ੍ਰਚੰਡ ਅੱਗ ਸੁਣੀਦੀ ਹੈ। ਸੱਚੇ ਪਾਤਸ਼ਾਹ ਐਸੀ ਨਰਕਾਂ ਦੀ ਭਿਆਨਕ ਪ੍ਰਚੰਡ ਅੱਗ ਤੋਂ ਬਚਣ ਦਾ ਕੋਈ ਯਤਨ, ਕੋਈ ਉਪਾਅ ਵੀ ਹੈ। ਤੇ ਸਾਹਿਬ ਜੀ ਸ਼ਲੋਕ ਦੇ ਰਾਹੀਂ ਉਪਦੇਸ਼ ਦੇਣਾ ਕਰਦੇ, ਹਾਂ ਭਾਈ ਇਹ ਉਪਾਅ ਹੈ ਜਮਾਂ ਦੀ ਮਾਰ ਤੋਂ ਬਚਣ ਦਾ। ਜੋ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਉਹ ਸਹਾਰਿਆ ਹੀ ਨਹੀਂ ਜਾਂਦਾ, ਝੱਲਿਆ ਨਹੀਂ ਜਾਂਦਾ। ਕਿਲਕਾਰੀਆਂ ਨਿਕਲ ਜਾਂਦੀਆਂ ਨੇ, ਚੀਕਾਂ ਨਿਕਲ ਜਾਂਦੀਆਂ ਨੇ, ਚੀਕ ਚਹਾੜਾ ਪੈ ਜਾਂਦਾ ਹੈ। ਜਦੋਂ ਸਿਰ ਦੇ ਉੱਪਰ ਜਮਾ ਦਾ ਡੰਡ ਵੱਜਦਾ ਨਾ, ਫਿਰ ਨਹੀਂ ਬਰਦਾਸ਼ਤ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਉਸ ਤੋਂ ਬਚਣ ਵਾਸਤੇ ਇਲਾਜ ਇਹ ਹੈ, ਉਪਚਾਰ ਇਹ ਹੈ, ਯਤਨ ਇਹ ਹੈ। 8 ਪਹਿਰ ਗੁਣ ਗਾਈਆ ਹੈ ਤਜੀ ਹੈ ਅਵਰ ਜੰਜਾਲ। 8 ਪਹਿਰ ਰਾਤ ਦਿਨ ਦੀ ਸੰਗਿਆ ਕਰਕੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਹੀ ਸਦਾ ਗਾਉਂਦੇ ਰਹੀਏ। ਹੋਰ ਜਿਤਨੇ ਵੀ ਜੰਜਾਲ ਅਡੰਬਰ ਰਚੇ ਹੋਏ ਨੇ ਨਾ, ਝੂਠ ਦਾ ਪਸਾਰਾ ਜਿਤਨਾ, ਜਿਸ ਦੇ ਵਿੱਚ ਵਾਹਿਗੁਰੂ ਜੀ ਦੀ ਬੰਦਗੀ ਤੇ ਨਾਮ ਸ਼ਾਮਲ ਨਹੀਂ, ਤੇ ਇਸ ਸਾਰੇ ਪਸਾਰੇ ਨੂੰ ਜੰਜਾਲ ਰੂਪ ਕਰਕੇ, ਬੰਧਨ ਰੂਪ ਕਰਕੇ ਛੱਡ ਦੇਣਾ ਕਰੀਏ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤਾਂ ਕੇਵਲ ਸ਼ੁੱਧ ਭੂਮਾ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਜਪ। ਹੋਰ ਜਿਤਨੇ ਅਡੰਬਰ ਇਤਿਆਦਿਕ ਪਸਾਰੇ ਨੇ, ਅੰਤਕਾਲ ਤੇਰੇ ਕੰਮ ਨਾ ਆਉਣਗੇ। ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਭਾਈ ਨਾਮ ਤੋਂ ਹੀਣਾ ਜਿਤਨਾ ਵੀ ਅਡੰਬਰ ਜੰਜਾਲ ਹੈ, ਸਾਰੇ ਦਾ ਤਿਆਗ ਕਰਕੇ 8 ਪਹਿਰ ਜੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹੀਏ। ਜਮ ਕੰਕਰ ਜੋਹੇ ਨਾ ਸਕਈ, ਨਾਨਕ ਪ੍ਰਭੂ ਦਇਆਲ। ਐਸੇ ਨਾਮ ਦੇ ਰਸੀਏ ਦੇ ਉੱਪਰ, ਬੰਦਗੀ ਕਰਨੇ ਵਾਲੇ ਦੇ ਉੱਪਰ, ਪ੍ਰੇਮਾ ਭਗਤੀ ਕਰਨੇ ਦੇ ਉੱਪਰ ਹਜ਼ੂਰ ਫਰਮਾਉਂਦੇ ਨੇ, ਪ੍ਰਭੂ ਜੀ ਦਇਆਲੂ ਹੋ ਜਾਂਦੇ ਨੇ। ਦਇਆਲ, ਜੋ ਦਇਆ ਦਾ ਹੀ ਆਲ ਘਰ ਹੈ ਪ੍ਰਮਾਤਮਾ, ਜਿਸ ਦੇ ਅੰਦਰ ਦਇਆ ਹੀ ਦਇਆ ਹੈ, ਕਿਰਪਾਲਤਾ ਹੀ ਕਿਰਪਾਲਤਾ ਹੈ, ਮਿਹਰ ਹੀ ਮਿਹਰ ਹੈ, ਉਹ ਫਿਰ ਐਸੀ ਦਇਆ ਕਰ ਦਿੰਦਾ ਹੈ। ਜਮ ਕੰਕਰ ਜੋਹੇ ਨਾ ਸਕਈ। ਜਮ ਨਾਮ ਹੈ ਧਰਮਰਾਜ ਦਾ, ਤੇ ਕੰਕਰ ਦਾ ਅਰਥ ਹੋਇਆ ਕਰਦਾ ਦਾਸ। ਜੋ ਧਰਮਰਾਜ ਦੇ ਦਾਸ ਨੇ, ਭਾਵ ਜਮਦੂਤ ਨੇ, ਉਹਨਾਂ ਨੇ ਦੁੱਖ ਤੇ ਕੀ ਦੇਣੇ ਨੇ, ਉਹ ਕੈਰੀ ਅੱਖ ਦੇ ਨਾਲ ਤੱਕ ਵੀ ਨਹੀਂ ਸਕਦੇ, ਉਹ ਵੇਖ ਵੀ ਨਹੀਂ ਸਕਦੇ। ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਕਹਿ ਛੱਡਿਆ ਨਾ, ਜਿੱਥੇ ਸਾਧੂਆਂ ਦੀ ਸੰਗਤ ਹੁੰਦੀ ਏ, ਸਾਧੂ ਜਨ ਵਸਦੇ ਨੇ, ਵਾਹਿਗੁਰੂ ਜੀ ਦੇ ਨਾਮ ਦਾ ਭਜਨ ਹੁੰਦਾ ਹੈ ਤੇ ਨਿਤਾ ਪ੍ਰਤੀ ਕੀਰਤਨ ਹੁੰਦਾ ਹੈ। ਹੇ ਜਮਦੂਤੋ, ਇਹਨਾਂ 3 ਸਥਾਨਾਂ ਦੇ ਕਿਧਰੇ ਨੇੜੇ ਤੇੜੇ ਵੀ ਨਾ ਚਲੇ ਜਾਇਓ। ਜੇ ਐਸੇ ਸਥਾਨਾਂ ਦੇ ਨੇੜੇ ਵੀ ਚਲੇ ਗਏ ਨਾ, ਤੇ ਯਾਦ ਰੱਖਿਓ ਤੁਸੀਂ ਵੀ ਵੱਜ ਜਾਵੋਗੇ ਤੇ ਫਿਰ ਮੈਂ ਵੀ ਵੱਜ ਜਾਵਾਂਗਾ। ਨਾ ਤੁਸੀਂ ਬੱਧੇ ਛੁੱਟੋਗੇ ਤੇ ਨਾ ਫਿਰ ਮੈਂ ਬੱਧਾ ਛੁੱਟਾਂਗਾ। ਹਦਾਇਤ ਕੀਤੀ ਹੋਈ ਹੈ, ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਉ ਨਾ ਤੂੰ ਨਾ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਜਮਦੂਤੋ, ਤਿੰਨਾਂ ਦੇ ਕਿਧਰੇ ਨੇੜੇ ਵੀ ਨਾ ਚਲੇ ਜਾਇਓ। ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਜਿਹੜੇ ਹਰ ਵੇਲੇ ਵਾਹਿਗੁਰੂ ਜੀ ਦੀ ਬੰਦਗੀ ਗਾਉਂਦੇ ਨੇ, ਹਰ ਵੇਲੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਨੇ, 8 ਪਹਿਰ ਪਰਮਾਤਮਾ ਜੀ ਦੇ ਗੁਣ ਜਿਹੜੇ ਆਪਣੀ ਰਸਨਾ ਦੇ ਨਾਲ ਗਾਇਨ ਕਰਦੇ ਰਹਿੰਦੇ ਨੇ, ਸਾਰੇ ਜੰਜਾਲਾਂ ਨੂੰ ਛੱਡ ਕਰਕੇ। ਜਮ ਕੰਕਰ ਤੇ ਉਹਨਾਂ ਨੂੰ ਦੇਖ ਵੀ ਨਹੀਂ ਸਕਦਾ, ਕਿਉਂਕਿ ਪਰਮਾਤਮਾ ਜੀ ਦੀ ਤਿੰਨਾਂ ਗੁਰਮੁਖਾਂ ਦੇ ਉੱਪਰ, ਪਿਆਰਿਆਂ ਦੇ ਉੱਪਰ ਬੜੀ ਦਇਆਲਤਾ ਹੋ ਜਾਂਦੀ ਹੈ, ਬੜੀ ਰਹਿਮਤ ਹੋ ਜਾਂਦੀ ਏ। ਨਦਰੇ ਅਨਾਇਤ ਕਰਕੇ ਸਤਿਗੁਰੂ ਜੀ ਸਾਰਿਆਂ ਦੁੱਖਾਂ ਚੋਂ ਕੱਢ ਲੈਂਦੇ ਹਨ ਜੀ। ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ। ਸਾਹਿਬ ਜੀ ਹੋਰ ਕੀ ਕੀ ਪ੍ਰਾਪਤ ਹੁੰਦਾ ਨਾਮ ਜਪਣ ਦੁਆਰਾ? ਤੇ ਪੌੜੀ ਦੁਆਰਾ ਅਸ਼ਟਮੀ ਥਿਤ ਦੇ ਰਾਹੀਂ ਸਤਿਗੁਰੂ ਜੀ ਫਰਮਾਨ ਕਰਨਾ ਕਰਦੇ ਨੇ, ਭਾਈ 8 ਸਿੱਧੀਆਂ ਤੇ 9 ਨਿਧੀਆਂ। ਅਸ਼ਟ ਦਾ ਅਰਥ ਹੈ 8, ਸਿੱਧੇ ਧੱਦੇ ਨੂੰ ਸਿਹਾਰੀ ਹੈ ਸਿੱਧੀਆਂ, ਜੋ ਅਣੁਮਾ, ਗਣਮਾ, ਮਹਿਮਾ, ਪਦਮ ਇਤਿਆਦਿਕ ਕਹੀਆਂ ਜਾਂਦੀਆਂ ਨੇ। ਇਸੇ ਪ੍ਰਕਾਰ ਪਦਮ, ਮਹਾਪਦਮ 9 ਨਿਧੀਆਂ ਕਹੀਆਂ ਜਾਂਦੀਆਂ ਨੇ। ਇਹ ਸਾਰੀਆਂ 8 ਸਿੱਧੀਆਂ 18 ਦੇ ਵਿੱਚੋਂ ਜਿਹੜੀਆਂ ਪ੍ਰਮੁੱਖ ਨੇ, ਤੇ 9 ਨਿਧੀਆਂ ਜਿਸ ਦੇ ਨਾਲ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਇਹ ਸੁਤੇ ਸਿੱਧ ਹੀ ਪ੍ਰਾਪਤ ਹੋ ਜਾਂਦੀਆਂ ਹਨ, ਮਿਲ ਜਾਂਦੀਆਂ ਹਨ ਜੀ। ਸਗਲ ਪਦਾਰਥ ਪੂਰਨ ਬੁੱਧ। ਸਾਰੇ ਪਦਾਰਥਾਂ ਦੀ ਪ੍ਰਾਪਤੀ ਆਪਣੇ ਆਪ ਨਿਰਜਤਨੀ ਹੋ ਜਾਂਦੀ ਹੈ। ਪੂਰਨ ਬੁੱਧ, ਆਤਮ ਵਿਸ਼ੈਣੀ ਬੁੱਧੀ ਦੀ ਵੀ ਤਿੰਨਾਂ ਨੂੰ ਦਾਤ ਪ੍ਰਾਪਤ ਹੋ ਜਾਂਦੀ ਹੈ। ਜੋ ਪੂਰਨ ਸਭ ਜਗ੍ਹਾ ਤੇ ਪਰਿਪੂਰਨ ਪਰਮਾਤਮਾ ਹੈ ਨਾ, ਸਤਿਗੁਰੂ ਜੀ ਦੀ ਬਖਸ਼ੀ ਆਤਮ ਵਿਸ਼ੈਣੀ ਬੁੱਧ ਦੇ ਨਾਲ ਜਾਣ ਲੈਂਦੇ ਨੇ, ਉਹ ਵਾਹਿਗੁਰੂ ਸਭ ਜਗ੍ਹਾ ਤੇ ਪਰਿਪੂਰਨ ਵਸ ਰਿਹਾ ਹੈ, ਸਭ ਜਗ੍ਹਾ ਤੇ ਉਸੇ ਨੂੰ ਹੀ ਦੇਖਦੇ ਨੇ। ਕਵਲ ਪ੍ਰਗਾਸ ਸਦਾ ਆਨੰਦ। ਜਿਹੜਾ ਹਿਰਦਾ ਹੈ, ਇਸ ਦੇ ਅੰਦਰ ਗਿਆਨ ਦਾ ਪ੍ਰਗਾਸ ਹੋ ਜਾਂਦਾ ਹੈ,
ਫਿਰ ਸਦਾ ਆਨੰਦ ਅਵਸਥਾ ਜਿਹੜੀ ਹਿਰਦੇ ਦੀ ਬਣੀ ਰਹਿੰਦੀ ਹੈ। ਨਿਰਮਲ ਰੀਤ ਨਿਰੋਧ ਹਰ ਮੰਤ। ਜ਼ਿੰਦਗੀ ਦੀ ਜਿਹੜੀ ਰਾਹੋ ਰੀਤੀ ਦੀ ਰੀਤੀ ਮਰਿਆਦਾ ਹੈ ਨਾ, ਉਹ ਵੀ ਫਿਰ ਨਿਰਮਲ ਉਜਲ ਹੋ ਜਾਂਦੀ ਹੈ। ਪਰਾਇਆ ਰੂਪ ਧਨ ਦੇਖ ਕਰਕੇ ਮਨ ਦੇ ਅੰਦਰ ਮੈਲ ਕਿਸੇ ਪ੍ਰਕਾਰ ਨਹੀਂ ਉਪਜਦੀ ਹੈ। ਨਿਰੋਧਰ ਮੰਤ, ਕਿਉਂਕਿ ਸਤਨਾਮ ਸ੍ਰੀ ਵਾਹਿਗੁਰੂ ਪਰਮਾਤਮਾ ਜੀ ਦੇ ਇਹ ਨਾਮ ਦਾ ਮੰਤਰ ਜਿਹੜਾ ਨਿਰੋਧਰ ਹੈ, ਜਿਸ ਨੂੰ ਕਿਸੇ ਪ੍ਰਕਾਰ ਜਿਸ ਦੇ ਅਸਰ ਨੂੰ ਰੋਕਿਆ ਤੇ ਕਟਿਆ ਨਾ ਜਾ ਸਕੇ, ਸਾਧ ਸੰਗਤ ਜੀ ਤਿਸ ਨੂੰ ਆਖਿਆ ਜਾਂਦਾ ਹੈ ਨਿਰੋਧਰ। ਦੁਨੀਆ ਦੇ ਅੰਦਰ ਜੰਤਰ ਮੰਤਰ ਤੰਤਰ ਕਹੇ ਜਾਂਦੇ ਨੇ, ਅਘੋਰੀ ਇਤਿਆਦਿਕ ਬੜੀ ਕਠਿਨ ਵਿਦਿਆ ਨੂੰ ਸਿੱਧ ਕਰਨਾ ਕਰਦੇ ਨੇ, ਕਾਲਾ ਜਾਦੂ ਇਤਿਆਦਿਕ ਕਹਿਆ ਜਾਂਦਾ ਹੈ। ਇੱਕ ਮੰਤਰ ਨੂੰ ਕੱਟਣ ਵਾਸਤੇ ਦੂਸਰਾ ਮੰਤਰ ਜਿਹੜੇ ਮੰਤਰੀ ਲੋਕ ਪੜ੍ਹਦੇ ਨੇ, ਮੰਤਰਾਂ ਦੇ ਉਚਾਰਨ ਵਾਲੇ, ਪਹਿਲੇ ਮੰਤਰ ਦਾ ਅਸਰ ਕੱਟ ਦਿੰਦੇ ਨੇ ਤੇ ਆਪਣੇ ਮੰਤਰ ਦਾ ਅਸਰ ਕਰ ਦਿੰਦੇ ਨੇ। ਜੇ ਕੋਈ ਅੱਗੋਂ ਉਸ ਨੂੰ ਉਸਤਾਦ ਮਿਲ ਜਾਵੇ, ਫਿਰ ਉਹ ਉਸ ਤੋਂ ਵੱਡਾ ਮੰਤਰ ਪੜ੍ਹ ਕੇ ਉਸ ਦੇ ਮੰਤਰ ਦਾ ਅਸਰ ਕੱਟ ਦਿੰਦਾ ਹੈ ਤੇ ਆਪਣੇ ਮੰਤਰ ਦਾ ਅਸਰ ਕਰ ਦਿੰਦਾ ਹੈ। ਹਜ਼ੂਰ ਫਰਮਾਉਂਦੇ ਨੇ, ਪਰ ਜਿਹੜਾ ਵਾਹਿਗੁਰੂ ਜੀ ਦਾ ਨਾਮ ਮੰਤਰ ਹੈ ਨਾ, ਇਹ ਨਿਰੋਧਰ ਹੈ, ਇਸ ਦੇ ਅਸਰ ਨੂੰ ਨਹੀਂ ਕੋਈ ਕੱਟ ਸਕਦਾ। ਕੋਈ ਜੰਤਰ ਮੰਤਰ ਤੰਤਰ, ਕੋਈ ਅਘੋਰੀ, ਕੋਈ ਕਿਸੇ ਵਿਦਿਆ ਵਾਲਾ ਜਿੰਨਾ ਵੀ ਜ਼ੋਰ ਲਾ ਲਵੇ ਨਾ, ਜਿਸ ਦੇ ਅਸਰ ਨੂੰ ਕਦੇ ਘੱਟ ਨਾ ਕੀਤਾ ਜਾ ਸਕੇ, ਸੋ ਕਰੀਏ ਨਿਰੋਧਰ ਮੰਤ। ਐਸਾ ਵਾਹਿਗੁਰੂ ਜੀ ਦਾ ਨਿਰੋਧਰ ਮੰਤ ਹੈ। ਵਾਹਿਗੁਰੂ ਜੀ ਦੇ ਗੁਰ ਮੰਤਰ ਦਾ ਇਹ ਫਲ ਹੈ ਨਾ, ਸੁਖ ਦੇਣਾ ਹੈ ਤੇ ਦੇਣਾ ਹੀ ਦੇਣਾ ਹੈ। ਇਹ ਗੁਰ ਮੰਤਰ ਦਾ, ਵਾਹਿਗੁਰੂ ਜੀ ਦਾ ਜਪਣੇ ਦਾ ਫਲ ਹੈ ਨਾ, ਕਿ ਜੀਵਨ ਸਫਲਾ ਹੋਣਾ ਤੇ ਉਹ ਹੋਣਾ ਹੀ ਹੋਣਾ ਹੈ। ਇਹ ਫਲ ਹੈ, ਜੰਮਾ ਦੀ ਮਾਰ ਨਹੀਂ ਪੈਣੀ ਤੇ ਫਿਰ ਨਹੀਂ ਪੈਣੀ। ਇਸ ਦਾ ਫਲ ਹੈ ਵਾਹਿਗੁਰੂ ਜੀ ਦੀ ਸਨਮੁਖਤਾ ਪ੍ਰਾਪਤ ਹੋਣੀ ਤੇ ਫਿਰ ਹੋਣੀ ਹੀ ਹੋਣੀ ਹੈ। ਕੋਈ ਇਸ ਨੂੰ ਰੋਕ ਨਹੀਂ ਸਕਦਾ, ਡੱਕ ਨਹੀਂ ਸਕਦਾ। ਇਸੇ ਪ੍ਰਕਾਰ ਨਿਰੋਧਰ ਨਿਰ ਉਦਰ, ਜਿਹੜਾ ਨਿਰ ਵਿਸ਼ੇਸ਼ ਕਰਕੇ ਉਧਰ ਉਧਾਰਨੇ ਵਾਲਾ ਹੈ, ਵਾਹਿਗੁਰੂ ਜੀ ਦਾ ਜਿਹੜਾ ਨਾਮ ਮੰਤਰ ਹੈ ਨਾ, ਸਭਨਾਂ ਨੂੰ ਹੀ ਉਧਾਰ ਦਿੰਦਾ ਹੈ। ਕੋਈ ਭਗਤ ਜਪ ਲਵੇ, ਪ੍ਰੇਮੀ ਜਪ ਲਵੇ, ਭਾਵਨਾ ਵਾਲਾ ਜਪ ਲਵੇ, ਉੱਤਮ ਜਪ ਲਵੇ, ਕੋਈ ਮੱਧਮ ਜਪ ਲਵੇ, ਕੋਈ ਕਨਿਸ਼ਟ ਜਪ ਲਵੇ, ਕੋਈ ਪਾਪੀ ਜਪ ਲਵੇ, ਇਥੋਂ ਤੱਕ ਕਿ ਵੇਸਵਾ ਵੀ ਜਪ ਲਵੇ ਤੇ ਉਸ ਦਾ ਵੀ ਉਧਾਰ ਹੋ ਜਾਂਦਾ ਹੈ। ਜੇ ਕਿਧਰੇ ਪਸ਼ੂਆਂ ਦੇ ਕੰਨਾਂ ਦੇ ਵਿੱਚ ਵੀ ਤਿਸ ਦੇ ਨਾਮ ਦੀ ਆਵਾਜ਼ ਪੈ ਜਾਵੇ ਨਾ, ਤੇ ਸਾਧ ਸੰਗਤ ਜੀ ਤਿੰਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਇਹ ਫਿਰ ਮਹਾਂਪੁਰਖਾਂ ਦੀਆਂ ਜੁਗਤੀਆਂ ਹੁੰਦੀਆਂ ਨੇ ਨਾ। ਜਿਹੜੇ ਗੁਰੂ ਘਰ ਦੇ ਅੰਦਰ ਪਸ਼ੂ ਰੱਖੇ ਹੁੰਦੇ ਨੇ, ਉਹਨਾਂ ਨੂੰ ਵੀ ਨਾਮ ਸੁਣਾਉਂਦੇ ਨੇ। ਕਿਉਂ ਸੁਣਾਇਆ ਜਾਂਦਾ ਹੈ? ਚਾਹੇ ਪਸ਼ੂ ਹੀ ਹੈ, ਗੁਰੂ ਘਰ ਚ ਆ ਗਿਆ ਨਾ, ਹੁਣ ਇਹਨਾਂ ਪਸ਼ੂਆਂ ਦਾ ਜਿਹੜਾ ਦੁੱਧ ਹੈ ਗੁਰੂ ਕੇ ਲੰਗਰਾਂ ਵਿੱਚ ਵਰਤਿਆ ਜਾ ਰਿਹਾ ਹੈ, ਸੇਵਾ ਵਿੱਚ ਲੱਗ ਰਿਹਾ ਹੈ, ਸੰਗਤਾਂ ਦੇ ਵਾਸਤੇ ਵਰਤਿਆ ਜਾ ਰਿਹਾ ਹੈ। ਹੁਣ ਇਹਨਾਂ ਦਾ ਵੀ ਭਲਾ ਹੋ ਜਾਵੇ, ਹੁਣ ਹੋਰ ਜਨਮ ਨਾ ਲੈਣਾ ਪਵੇ। ਇਸ ਪ੍ਰਕਾਰ ਜਿੱਥੇ ਫਿਰ ਪਸ਼ੂ ਰੱਖੇ ਜਾਂਦੇ ਨੇ, ਉਥੇ ਵੀ ਫਿਰ ਗੁਰਬਾਣੀ ਨੂੰ ਪਸ਼ੂ ਸੁਣਦੇ ਰਹਿਣ, ਉਹਨਾਂ ਦੇ ਸੁਣਨ ਵਾਸਤੇ ਛੋਟੇ ਸਪੀਕਰ ਇਤਿਆਦਿਕ ਲਗਾ ਦਿੱਤੇ ਜਾਂਦੇ ਨੇ। ਫਿਰ ਨਿਤਨੇਮ ਦੀ ਆਵਾਜ਼, ਕੀਰਤਨ ਦੀ ਧੁਨੀ, ਕਥਾ ਇਤਿਆਦਿਕ ਸਾਰੀ ਹੀ ਸਤਿਗੁਰੂ ਜੀ ਦੇ ਘਰ ਦੀ ਮਰਿਆਦਾ ਜਿਵੇਂ ਜਿਵੇਂ ਚੱਲਦੀ, ਉਹ ਪਸ਼ੂ ਵੀ ਸੁਣਦੇ ਨੇ, ਉਹਨਾਂ ਦਾ ਵੀ ਭਲਾ ਹੋ ਜਾਂਦਾ। ਐਸਾ ਇਹ ਗੁਰਮੰਤਰ ਨਿਰੋਧਰ ਹੈ। ਪਸ਼ੂਆਂ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਜਾਵੇ, ਪਸ਼ੂ ਪ੍ਰੇਤ ਮੁਗਧ ਕਉ ਉਤਾਰੇ, ਪਾਹਨ ਪਾਰ ਉਤਾਰੈ। ਸੋ ਇਸ ਪ੍ਰਕਾਰ ਸਭਨਾ ਦਾ ਉਧਾਰ ਕਰਨੇ ਵਾਲਾ ਹੈ, ਸਭਨਾ ਦਾ ਭਲਾ ਕਰਨਾ ਇਸ ਦਾ ਪ੍ਰਭਾਵ ਹੈ, ਇਸ ਦਾ ਅਸਰ ਹੈ, ਇਸ ਦੀ ਬਖਸ਼ਿਸ਼ ਹੈ। ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਸਭਨਾ ਦੇ ਜੰਮਣ ਮਰਨ ਨੂੰ ਕੱਟ ਦੇਣਾ ਇਸ ਨਾਮ ਨੂੰ ਜਪਣੇ ਦਾ ਮਹਾਤਮ ਹੈ, ਉਸ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਜਿਹੜੇ ਐਸੇ ਗੁਰਮੰਤਰ ਵਾਹਿਗੁਰੂ ਨੂੰ ਜਪਦੇ ਨੇ, ਉਹਨਾਂ ਦੀ ਨਿਰਮਲ ਰੀਤੀ ਹੋ ਜਾਂਦੀ ਏ, ਮੁਖ ਉਜਲੇ ਤੇ ਨਿਰਮਲ ਪਵਿੱਤਰ ਤਿੰਨਾਂ ਦੇ ਜੀਵਨ ਦੀ ਮਰਿਆਦਾ ਹੋ ਜਾਂਦੀ ਏ, ਜਿਸ ਦੇ ਅਸਰ ਨੂੰ ਕੋਈ ਰੋਕ ਨਹੀਂ ਸਕਦਾ। ਐਸੇ ਗੁਰਮੰਤਰ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਹਨ ਜੀ। ਸਗਲ ਧਰਮ ਪਵਿੱਤਰ ਇਸ਼ਨਾਨ। ਦੁਨੀਆ ਦੇ ਅੰਦਰ ਜਿਤਨੇ ਵੀ ਧਰਮ ਦੇ ਕਾਰਜ ਨੇ ਅਥਵਾ ਜਿਤਨੇ ਵੀ ਧਰਮ ਨੇ ਨਾ, ਸਾਰੇ ਧਰਮਾਂ ਨੂੰ ਕਮਾਉਣ ਦਾ ਤਿੰਨਾਂ ਨੂੰ ਫਲ ਮਿਲ ਜਾਂਦਾ ਹੈ। ਇੱਕ ਬੱਚਾ ਮਾਤਾ ਪਿਤਾ ਦੇ ਘਰ ਵਿੱਚ ਜਨਮ ਲੈਂਦਾ ਹੈ ਤੇ ਆਗਿਆਕਾਰੀ ਹੋਣਾ ਇਹ ਪੁੱਤਰ ਦਾ ਧਰਮ ਹੈ। ਇਸੇ ਪ੍ਰਕਾਰ ਵੱਡਿਆਂ ਦੀ ਆਗਿਆ ਦਾ ਪਾਲਣ ਕਰਨਾ ਇਹ ਵੀ ਧਰਮ ਹੈ। ਵੱਡਿਆਂ ਨੂੰ ਇੱਜ਼ਤ ਦੇਣੀ, ਸਨਮਾਨ ਕਰਨਾ, ਛੋਟਿਆਂ ਨੂੰ ਪਿਆਰ ਕਰਨਾ, ਇਹ ਮਨੁੱਖਤਾ ਦਾ ਧਰਮ ਹੈ। ਸਭਨਾਂ ਦੇ ਅੰਦਰ ਪਰਮਾਤਮਾ ਜੀ ਦੀ ਜੋਤ ਜਾਣ ਕਰਕੇ ਸਾਰਿਆਂ ਨੂੰ ਆਪ ਤੋਂ ਚੰਗਾ ਜਾਣਨਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਘਰ ਦੀ ਮਰਿਆਦਾ ਤੇ ਉਜਲ ਨਿਰਮਲ ਧਰਮ ਹੈ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਚੰਗੇ ਕਰਮ ਕਰਨੇ, ਧਰਮ ਦੀ ਕਿਰਤ ਕਰਨੀ, ਦਸਵੰਧ ਦੇਣਾ, ਗੁਰੂ ਅਰਥ ਖਰਚ ਕਰਨਾ, ਸੰਗਤਾਂ ਤੇ ਗਰੀਬਾਂ ਗੁਰਬਿਆਂ ਦੇ ਅਰਥ ਖਰਚ ਕਰਨਾ। ਇਸੇ ਪ੍ਰਕਾਰ ਵੱਡਾ ਹੋਇਆ, ਆਨੰਦ ਕਾਰਜ ਹੋ ਗਿਆ, ਤੇ ਜਿਹੜੀ ਬੀਬੀ ਇਸ ਦੇ ਲੜ ਲੱਗ ਗਈ, ਇਸ ਦੇ ਪੱਲੇ ਲੱਗ ਗਈ, ਸਾਰੀ ਜ਼ਿੰਦਗੀ ਤੇ ਇਸ ਦੀਆਂ ਲੋੜਾਂ ਪੂਰੀਆਂ ਕਰਨੀਆਂ ਤੇ ਇਸ ਦਾ ਖਿਆਲ ਕਰਨਾ ਤੇ ਇਸ ਦਾ ਧਿਆਨ ਰੱਖਣਾ ਸਰਬਤ ਪ੍ਰਕਾਰ, ਇਹ ਪਤੀ ਧਰਮ ਹੈ।
ਘਰ ਦੇ ਵਿੱਚ ਔਲਾਦ ਪੈਦਾ ਹੋ ਗਈ, ਧੀਆਂ ਪੁੱਤਰਾਂ ਨੇ ਜਨਮ ਲੈ ਲਿਆ, ਉਹਨਾਂ ਦੀ ਸਾਂਭ ਸੰਭਾਲ ਸੇਵਾ, ਉਹਨਾਂ ਦੀ ਪਰਵਰਿਸ਼ ਪਾਲਣਾ, ਉਹਨਾਂ ਦੀ ਵਿੱਦਿਆ ਦਾ ਉਚੇਰਾ ਪ੍ਰਬੰਧ ਕਰਨਾ, ਅੱਗੇ ਉਹਨਾਂ ਦੇ ਆਨੰਦ ਕਾਰਜ ਇਤਿਆਦਿਕ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ, ਇਹ ਇੱਕ ਪਿਤਾ ਦਾ ਧਰਮ ਹੈ। ਇਸ ਪ੍ਰਕਾਰ ਪਿਤਾ ਦਾ ਧਰਮ, ਪੁੱਤਰ ਦਾ ਧਰਮ, ਭਰਾਤਾ ਦਾ ਧਰਮ, ਇਸੇ ਤਰੀਕੇ ਦੇ ਨਾਲ ਜੋ ਗੁਰਮਤ ਦੇ ਅਨੁਸਾਰ ਮਨੁੱਖਤਾ ਦਾ ਧਰਮ ਨਿਭਾਉਣਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ ਸਾਰੇ ਧਰਮਾਂ ਦਾ ਫਲ ਮਿਲ ਜਾਂਦਾ ਹੈ ਜਿਹੜਾ ਪਿਆਰ ਦੇ ਨਾਲ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਐਸਾ ਵਾਹਿਗੁਰੂ ਜੀ ਦਾ ਨਾਮ ਮੰਤਰ ਹੈ। ਸਾਰੇ ਹੀ ਧਰਮਾਂ ਨੂੰ ਕਮਾਈ ਕਰਨੇ ਦੀ ਤੇ ਇਸ ਨੂੰ ਜਾਂਚ ਆ ਜਾਂਦੀ ਹੈ। ਇਹ ਐਸੀ ਪਵਿੱਤਰ ਉਸ ਦੀ ਜੀਵਨ ਸ਼ੈਲੀ ਬਣ ਜਾਂਦੀ ਹੈ ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਉਸ ਦਾ ਮਨ ਵੀ ਪਵਿੱਤਰਤਾਈ ਦੇ ਸਹਿਤ ਹੋ ਜਾਂਦਾ ਹੈ, ਤਨ ਵੀ ਪਵਿੱਤਰ ਹੋ ਜਾਂਦਾ ਹੈ ਤੇ ਸਾਰੇ ਹੀ ਧਰਮ ਸਥਾਨਾਂ ਦੇ ਇਸ਼ਨਾਨ ਦਾ ਤੇ ਇਸ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਨਾ, ਸੁਣਿਆ 68 ਕਾ ਇਸ਼ਨਾਨ, 68 ਤੀਰਥਾਂ ਦੇ ਇਸ਼ਨਾਨ ਦਾ ਮਹਾਤਮ ਵੀ ਵਾਹਿਗੁਰੂ ਜੀ ਦਾ ਨਾਮ ਸਰਵਣ ਕਰਨੇ ਦੇ ਨਾਲ ਮਿਲ ਜਾਂਦਾ ਹੈ। ਇੱਥੇ ਵੀ ਸਤਿਗੁਰੂ ਜੀ ਨੇ ਨਾਮ ਦੀ ਬਹੁਲਤਾ ਦ੍ਰਿੜਤਾਈ ਹੈ। ਸਗਲ ਧਰਮ ਪਵਿੱਤਰ ਇਸ਼ਨਾਨ, ਸਾਰੇ ਧਰਮ ਨਿਭਾਵਣੇ ਦਾ ਫਲ, ਸਾਰੇ ਪੁੰਨ ਪਰਉਪਕਾਰ ਕਰਨੇ ਦਾ ਫਲ, ਸਰਬਤ ਪ੍ਰਕਾਰ ਦੀ ਨੇਤਰਾਂ ਦੀ ਪਵਿੱਤਰਤਾ, ਹੱਥਾਂ ਦੀ ਪਵਿੱਤਰਤਾ, ਜ਼ੁਬਾਨ ਦੀ ਪਵਿੱਤਰਤਾ, ਕੰਨਾਂ ਦੀ ਪਵਿੱਤਰਤਾ ਪ੍ਰਾਪਤ ਹੋ ਜਾਂਦੀ ਏ ਤੇ ਸਾਰੇ ਹੀ ਧਾਰਮਿਕ ਸਥਾਨਾਂ ਦੇ ਪੁਰਬਾਂ ਦੇ ਇਸ਼ਨਾਨਾਂ ਦਾ ਮਹਾਤਮ ਤੇ ਇਸ ਨੂੰ ਮਿਲ ਜਾਂਦਾ ਹੈ। ਸਭ ਮਹਿ ਊਚ ਬਸੇਖ ਗਿਆਨ, ਤੇ ਸਾਰਿਆਂ ਤੋਂ ਉੱਚਾ ਉਸ ਦਾ ਮੁਰਾਤਬਾ ਹੋ ਜਾਂਦਾ ਹੈ। ਇਸੇ ਪ੍ਰਕਾਰ ਬਸੇਖ ਗਿਆਨ, ਵਿਸ਼ੇਸ਼ ਕਰਕੇ ਜਿਹੜਾ ਗਿਆਨ ਆਤਮ ਗਿਆਨ ਹੈ, ਆਤਮ ਸਰੂਪ ਦਾ ਗਿਆਨ ਹੈ, ਆਤਮਾ ਪਰਮਾਤਮਾ ਜੀ ਦੇ ਮਿਲਾਪ ਦਾ ਗਿਆਨ ਹੈ, ਅਥਵਾ ਕਹਿ ਲਈਏ ਬ੍ਰਹਮ ਗਿਆਨ ਹੈ, ਇਹ ਵੀ ਤੇ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ ਜੀ। ਹਰ ਹਰ ਭਜਨ ਪੂਰੇ ਗੁਰ ਸੰਗ, ਜਿਹੜਾ ਹਰ ਵੇਲੇ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਭਜਨ ਨੂੰ ਪੂਰੇ ਸਤਿਗੁਰੂ ਜੀ ਦੇ ਸੰਗ ਨਾਲ ਮਿਲ ਕਰਕੇ ਜਪਦਾ ਹੈ, ਗੁਰੂ ਕੇ ਸੰਗ ਮਿਲ ਕਰਕੇ ਜਪਦਾ ਹੈ, ਗੁਰੂ ਕੀ ਸੰਗਤ ਦੇ ਨਾਲ ਮਿਲ ਕਰਕੇ ਪਿਆਰ ਦੇ ਨਾਲ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜੇ ਕਿਸੇ ਨੇ ਵੇਦ ਵੀ ਪੜ੍ਹ ਲਏ, ਸ਼ਾਸਤਰ ਵੀ ਪੜ੍ਹ ਲਏ, ਹੋਰ ਧਾਰਮਿਕ ਗ੍ਰੰਥ ਵੀ ਪੜ੍ਹ ਲਏ, ਉਹਨਾਂ ਦੇ ਅਰਥ ਵੀ ਪੜ੍ਹ ਲਏ, ਰੱਟੇ ਮਾਰ ਮਾਰ ਕੇ ਯਾਦ ਵੀ ਕਰ ਲਏ, ਪਰ ਜੇ ਨਾਮ ਨਹੀਂ ਜਪਿਆ ਤੇ ਫਿਰ ਕੁਛ ਵੀ ਨਹੀਂ ਕੀਤਾ, ਕੋਈ ਵੀ ਮਹਾਤਮ ਨਹੀਂ। ਕਿਉਂਕਿ ਉਹਨਾਂ ਦਾ ਸਾਰ ਸਿਧਾਂਤ ਤੇ ਇਹੋ ਹੀ ਹੈ, ਬੰਦਗੀ ਕਰਨੀ। ਤੇ ਜੇ ਸਾਰ ਤੱਤ ਨੂੰ ਸਮਝਿਆ ਹੀ ਨਹੀਂ, ਸਿਧਾਂਤ ਨੂੰ ਜਾਣਿਆ ਹੀ ਨਹੀਂ, ਤੇ ਫਿਰ ਪੜ੍ਹਿਆ ਵੀ ਸਾਰਾ ਵਿਅਰਥ ਹੀ ਗਿਆ। ਪਰ ਜੇ ਕਿਸੇ ਨੇ ਪ੍ਰਮਾਤਮਾ ਜੀ ਦਾ ਨਾਮ ਜਪ ਲਿਆ ਨਾ, ਚਾਹੇ ਵੇਦ ਪੜ੍ਹੇ ਵੀ ਨਹੀਂ, ਸੁਣੇ ਵੀ ਨਹੀਂ, ਸ਼ਾਸਤਰ ਵਿਚਾਰੇ ਵੀ ਨਹੀਂ, ਚਾਹੇ ਉਹ ਅਨਪੜ੍ਹ ਵੀ ਕਿਉਂ ਨਾ ਹੋਵੇ, ਪਰ ਜੇ ਵਾਹਿਗੁਰੂ ਜੀ ਦੀ ਬੰਦਗੀ ਕਰਦਾ ਤੇ ਉਸਨੇ ਸਾਰੇ ਸ਼ਾਸਤਰ ਵੀ ਪੜ੍ਹ ਲਏ, ਵੇਦ ਵੀ ਪੜ੍ਹ ਲਏ, ਸਭਨਾਂ ਦਾ ਮਹਾਤਮ ਪ੍ਰਾਪਤ ਹੋ ਗਿਆ। ਕਿਉਂਕਿ ਸਭਨਾਂ ਦੇ ਸਾਰ ਸਿਧਾਂਤ ਤਤ ਰੂਪ ਨੂੰ ਜੋ ਸਮਝ ਲੈਣਾ ਕੀਤਾ, ਉਪਦੇਸ਼ ਨੂੰ ਜੋ ਕਮਾ ਲੈਣਾ ਕੀਤਾ, ਉਪਦੇਸ਼ ਦੇ ਨਾਮ ਜਪਣੇ ਦਾ ਹੀ ਹੈ। ਜੇ ਪੜ੍ਹ ਕੇ ਵੀ ਉਪਦੇਸ਼ ਨਹੀਂ ਕਮਾਇਆ ਤੇ ਪੜ੍ਹਿਆ ਵੀ ਵਿਅਰਥ ਹੈ। ਜੇ ਪੜ੍ਹਿਆ ਤੇ ਨਹੀਂ ਪਰ ਨਾਮ ਜਪ ਲਿਆ ਤੇ ਪੜ੍ਹਨੇ ਦਾ ਮਹਾਤਮ ਸੁਭਾਵਕ ਹੀ ਮਿਲ ਜਾਂਦਾ ਹੈ। ਇਵੇਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਨੇ, ਦਰੜਾ ਰਹੇ ਨੇ, ਭਾਈ ਸਾਰੇ ਧਰਮ ਨਿਭਾਵਣੇ ਦੀ ਇਸੇ ਪ੍ਰਕਾਰ ਮਰਿਆਦਾ ਦਾ ਫਲ, ਪਵਿੱਤਰਤਾਈ ਸਾਰੇ ਸਰੀਰ ਤੇ ਮਨ ਦੀ, ਸਾਰੇ ਇਸ਼ਨਾਨਾਂ ਦਾ ਫਲ, ਸਾਰਿਆਂ ਤੋਂ ਉੱਚਾ ਮੁਰਾਤਬਾ ਤੇ ਬ੍ਰਹਮ ਗਿਆਨ ਸਰੂਪ ਰੂਪ ਦੀ ਪ੍ਰਾਪਤੀ ਦਾ ਫਲ ਤੇ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਹਰ ਹਰ ਭਜਨ ਪੂਰੇ ਗੁਰ ਸੰਗ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਨਿਯਮ ਰੱਖਿਆ ਕਿ ਭਜਨ ਪੂਰੇ ਗੁਰੂ ਦੇ ਨਾਲ ਮਿਲ ਕਰਕੇ ਜਪੇ, ਪੂਰੇ ਗੁਰੂ ਦੀ ਸੰਗਤ ਦੇ ਨਾਲ ਮਿਲ ਕਰਕੇ ਜਪੇ, ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪੈ ਕਰਕੇ ਜਪੇ। ਜੇ ਕਿਤੇ ਅੱਧੇ ਅਧੂਰੇ ਦੇ ਲੜ ਜਾ ਕੇ ਲੱਗ ਗਿਆ, ਕਿਸੇ ਦੰਭੀ ਪਖੰਡੀ ਕੰਨਾਂ ਵਿੱਚ ਮੰਤਰ ਦੇਣ ਵਾਲੇ ਦਾ ਜਾ ਕੇ ਚੇਲਾ ਬਣ ਗਿਆ ਤੇ ਫਿਰ ਨਹੀਂ ਜੇ ਦਾਤਾਂ ਮਿਲਦੀਆਂ, ਫਿਰ ਭਰਮ ਤੇ ਬੇਅੰਤ ਪ੍ਰਕਾਰ ਦੇ ਪੈ ਜਾਣਗੇ। ਕੰਨਾਂ ਦੇ ਵਿੱਚ ਉਂਗਲਾਂ ਦੇ ਕਰਕੇ ਕਹਿੰਦੇ ਜੀ ਅਨਹਦ ਨਾਦ ਸੁਣਨ ਲੱਗ ਗਿਆ। ਜਦੋਂ ਸ਼ਾਂ ਸ਼ਾਂ ਪਾਉਣ ਦੀ ਆਵਾਜ਼ ਆਉਂਦੀ ਉਸੇ ਨੂੰ ਅਨਹਦ ਨਾਦ ਕਹੀ ਜਾਂਦੇ ਨੇ। ਘੁੱਟ ਕੇ ਅੱਖਾਂ ਉਂਗਲ ਅੰਗੂਠੇ ਨਾਲ ਦਬਾ ਦੇਣੀਆਂ, ਭੰਬੂ ਤਾਰੇ ਦਿਸਣ ਲੱਗਦੇ ਨੇ, ਕਹਿੰਦੇ ਜੀ ਇਹੋ ਹੀ ਸੱਚ ਦਾ ਪ੍ਰਕਾਸ਼ ਹੈ ਜਿਹੜਾ ਅੱਖਾਂ ਅੱਗੇ ਘੁੰਮਦਾ। ਇਸ ਪ੍ਰਕਾਰ ਦੇ ਉਹ ਵਹਿਮ ਭਰਮ ਤੇ ਪਾ ਸਕਦੇ ਨੇ ਪਰ ਗਿਆਨ ਨਹੀਂ ਦੇ ਸਕਦੇ। ਸਤਿਗੁਰੂ ਜੀ ਨੇ ਨਿਯਮ ਇਹ ਰੱਖਿਆ, ਭਾਈ ਸਾਰੀਆਂ ਦਾਤਾਂ ਸਾਰੇ ਪਦਾਰਥ ਮਿਲ ਜਾਣਗੇ, ਪਰ ਨਿਯਮ ਇਹ ਹੈ ਪੂਰੇ ਗੁਰ ਸੰਗ, ਪੂਰੇ ਸਤਿਗੁਰੂ ਜੀ ਦੇ ਸੰਗ ਦੇ ਨਾਲ, ਸੰਗਤ ਦੇ ਨਾਲ ਮਿਲ ਕਰਕੇ ਫਿਰ ਹਰ ਹਰ ਵਾਹਿਗੁਰੂ ਜੀ ਦੇ ਨਾਮ ਦਾ ਭਜਨ ਕਰਨਾ ਹੈ। ਪੂਰੇ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਜਪਣਾ ਹੈ, ਪੂਰੇ ਸਤਿਗੁਰੂ ਜੀ ਤੋਂ ਨਾਮ ਲੈ ਕਰਕੇ ਜਪਣਾ ਹੈ। ਸਤਿਗੁਰ ਪੂਰਾ ਨਾਮ ਦਿਆ, ਅਨੰਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਥੀਆ। ਤੇ ਸਤਿਗੁਰੂ ਜੀ ਨੇ 10 ਜਾਮੇ ਧਾਰਨ ਕਰਕੇ ਸਾਰੀ ਮਰਿਆਦਾ ਜਿਹੜੀ ਸੀ ਦ੍ਰਿੜ ਕਰਾ ਕਰਕੇ ਆਪਣੇ ਖਾਲਸਾ ਪੰਥ ਨੂੰ ਤੇ ਸਾਧ ਸੰਗਤ ਜੀ ਆਪਣੀ ਸ਼ਖਸੀ ਗੁਰਿਆਈ ਦੀ ਜਿਹੜੀ ਜੋਤ ਸੀ 5 ਪਿਆਰਿਆਂ ਦੇ ਅੰਦਰ ਰੱਖ ਦਿੱਤੀ।
ਤੇ ਬਚਨ ਕਰਨਾ ਕੀਤਾ। ਹੁਣ ਨਾਮ 5 ਪਿਆਰੇ ਦਿਆ ਕਰਨਗੇ। ਕੋਈ ਵੀ ਇਕੱਲਾ ਦੁਕੱਲਾ ਇਤਿਆਦਿਕ ਨਾਮ ਦੇਣ ਦਾ ਅਧਿਕਾਰੀ ਨਹੀਂ। ਜਿਹੜਾ ਦੇਵੇ ਉਹ ਪਖੰਡੀ ਹੈ, ਉਸ ਦੀ ਸੰਗਤ ਵੀ ਨਹੀਂ ਕਰਨੀ, ਉਸ ਦੇ ਤੇ ਮੱਥੇ ਲੱਗਣਾ ਵੀ ਬੁਰਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਨਾਮ ਦਾ ਸਿਧਾਂਤ 5 ਪਿਆਰਿਆਂ ਦੁਆਰਾ ਦ੍ਰਿੜ ਕਰਾ ਕਰਕੇ ਸਰਬਤ ਸੰਗਤਾਂ ਨੂੰ ਨਾਮ ਦੀ ਦਾਤ ਆਪ 5 ਪਿਆਰਿਆਂ ਦੇ ਰੂਪ ਦੇ ਅੰਦਰ ਵਿਚਰ ਕਰਕੇ ਦੇਣਾ ਕੀਤੀ ਹੈ। ਹਰ ਹਰ ਭਜਨ ਪੂਰੇ ਗੁਰ ਸੰਗ, ਪੂਰੇ ਸਤਿਗੁਰੂ ਜੀ ਦੇ ਪਾਸੋਂ 5 ਪਿਆਰਿਆਂ ਦੇ ਪਾਸੋਂ ਅੰਮ੍ਰਿਤ ਛਕ ਕਰਕੇ ਗੁਰ ਮੰਤਰ ਮੂਲ ਮੰਤਰ ਪ੍ਰਾਪਤ ਕਰਕੇ ਹਰ ਵੇਲੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਰਹੇ। ਜਪ ਤਾਰੀਐ ਨਾਨਕ ਨਾਮ ਹਰ ਰੰਗ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਨਾ ਕਰਦੇ ਨੇ, ਭਾਈ ਨਾਮ ਹਰ ਰੰਗ। ਇਸ ਪ੍ਰਕਾਰ ਜਿਹੜਾ ਜਗਿਆਸੂ ਦਾ, ਉੱਤਮ ਜਗਿਆਸੂ ਦਾ, ਸ਼ਰਧਾ ਵਾਲੇ ਜਗਿਆਸੂ ਦਾ ਹਿਰਦਾ ਹੈ ਨਾ, ਉਹ ਨਾਮ ਦੇ ਰੰਗ ਪ੍ਰੇਮ ਦੇ ਅੰਦਰ ਰੰਗਿਆ ਜਾਂਦਾ ਹੈ ਤੇ ਜਪ ਤਰੀਐ। ਹਜ਼ੂਰ ਫਰਮਾਉਂਦੇ ਨੇ ਜਦੋਂ ਫਿਰ ਉਹ ਪਿਆਰ ਦੇ ਨਾਲ ਜਪਦਾ ਨਾ, ਸਤਨਾਮ ਸ੍ਰੀ ਵਾਹਿਗੁਰੂ, ਉਹ ਸੁਭਾਵ ਕੀ ਭਵ ਜਲ ਤੋਂ ਤਰ ਜਾਂਦਾ ਹੈ, ਸੁਭਾਵ ਕੀ ਸਾਗਰ ਤੋਂ ਤਰ ਜਾਂਦਾ ਹੈ। ਜਿਹੜਾ ਜਹਾਜ਼ ਦੇ ਉੱਪਰ ਚੜ ਜਾਵੇ ਕੋਈ ਹੋਰ ਯਤਨ ਕਰਨ ਦੀ ਲੋੜ ਥੋੜਾ ਨਾ ਪੈਂਦੀ ਏ, ਸਾਗਰ ਤੋਂ ਆਪੇ ਹੀ ਤਰ ਜਾਂਦਾ ਹੈ। ਜਿਹੜਾ ਸਤ ਸੰਗਤ ਦੇ ਵਿੱਚ ਬੈਠ ਕਰਕੇ ਪਿਆਰ ਦੇ ਨਾਲ ਜਪਦਾ ਹੈ, ਫਿਰ ਹੋਰ ਕਿਸੇ ਯਤਨ ਦੀ ਲੋੜ ਥੋੜਾ ਨਾ ਪੈਂਦੀ ਏ। ਉਹ ਤੇ ਨਾਮ ਰੂਪੀ ਜਹਾਜ਼ ਤੇ ਚੜ ਗਿਆ, ਸਤਿਗੁਰੂ ਜੀ ਦੇ ਚਰਨਾਂ ਰੂਪੀ ਬੋਹਿਥ ਤੇ ਚੜ ਗਿਆ, ਫਿਰ ਕਿਸੇ ਹੋਰ ਯਤਨ ਦੀ ਲੋੜ ਨਹੀਂ ਪੈਂਦੀ। ਸੁਭਾਵਕ ਹੀ, ਸਹਿਜੇ ਹੀ, ਸੁਖੈਲ ਹੀ, ਸੁਤੇ ਸਿੱਧ ਹੀ, ਨਿਰਯਤਨ ਹੀ ਜਪ ਤਰੀਐ। ਜਪ ਕਰਕੇ ਨਾਮ ਨੂੰ ਭਵ ਜਲ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਭਾਈ ਐਸਾ ਨਾਮ ਹਰ ਰੰਗ, ਜਿਨ੍ਹਾਂ ਦਾ ਹਿਰਦਾ ਪ੍ਰਮਾਤਮਾ ਜੀ ਦੇ ਨਾਮ ਦੇ ਰੰਗ ਦੇ ਅੰਦਰ ਰੰਗਿਆ ਗਿਆ ਨਾ, ਐਸਾ ਤਿੰਨਾਂ ਨੂੰ ਨਾਮ ਦਾ ਮਹਾਤਮ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਇਸ ਪ੍ਰਕਾਰ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸੱਚੇ ਅਤੇ 8ਵੀਂ ਤਿਥ ਦੇ ਦੁਆਰਾ ਨਾਮ ਜਪਣੇ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕਰ ਰਹੇ ਨੇ। ਗਰੀਬ ਨਿਵਾਜ ਸਾਹਿਬ ਜੀ ਨੇ ਸਾਰਿਆਂ ਸਾਧਨਾ ਤੋਂ ਵੱਡਾ ਨਾਮ ਨੂੰ ਹੀ ਜਣਾਵਣਾ ਕੀਤਾ ਹੈ ਕਿ ਜਿਸ ਨੂੰ ਨਾਮ ਨੂੰ ਜਪ ਲਿਆ ਦੁੱਖ ਮਿਟ ਜਾਂਦੇ ਨੇ, ਭਵ ਸਾਗਰ ਤੋਂ ਤਰ ਜਾਂਦਾ ਹੈ, ਮਨ ਇਸ਼ਤ ਫਲ ਪ੍ਰਾਪਤ ਹੋ ਜਾਂਦੇ ਨੇ, 8 ਸਿੱਧੀਆਂ 9 ਦਿੰਦੀਆਂ ਤੇ ਇਸ ਨੂੰ ਪ੍ਰਾਪਤ ਹੋ ਜਾਂਦੀਆਂ ਨੇ, ਜਨਮ ਸਫਲਾ ਹੋ ਜਾਂਦਾ ਹੈ, ਵਾਹਿਗੁਰੂ ਜੀ ਦੇ ਦਰ ਤੇ ਉਹ ਪ੍ਰਵਾਨ ਹੋ ਜਾਂਦਾ ਹੈ। ਇਸੇ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਭਾਈ ਨਾਮ ਹੀ ਸਾਰਿਆਂ ਪਦਾਰਥਾਂ ਦਾ ਦਾਤਾ ਹੈ। ਇੱਕ ਨਾਮ ਨੂੰ ਹੀ ਮਨ ਦੇ ਪਿਆਰ ਦੇ ਨਾਲ ਸਤਿਗੁਰੂ ਜੀ ਤੋਂ ਪ੍ਰਾਪਤ ਕਰਕੇ ਸਤ ਸੰਗਤ ਦੁਆਰਾ ਜਪਣਾ ਕਰੋ, ਸਾਰੇ ਕਾਰਜ ਸੁਤੇ ਸਿੱਧ ਹੀ ਪੂਰਨ ਹੋ ਜਾਣਗੇ। ਕਿਸੇ ਪ੍ਰਕਾਰ ਦੀ ਕੋਈ ਇੱਛਾ, ਸ਼ੁਭ ਇੱਛਾ ਅਧੂਰੀ ਨਹੀਂ ਰਹਿ ਜਾਵੇਗੀ, ਕੋਈ ਕਾਰਜ ਅਧੂਰਾ ਨਹੀਂ ਰਹਿ ਜਾਵੇਗਾ। ਜਿੱਥੇ ਸਾਰੇ ਕਾਰਜ ਪੂਰੇ ਹੋਣਗੇ, ਜੀਵਨ ਮਨੋਰਥ ਦਾ ਸਫਲਤਾ ਵਾਲਾ ਵੀ ਕਾਰਜ ਪੂਰਾ ਹੋ ਜਾਵੇਗਾ, ਜਨਮ ਸਫਲਾ ਹੋ ਜਾਵੇਗਾ, ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਵੋਗੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਹੈ। ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਗਰੀਬ ਨਿਵਾਜ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲਵੋ, ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ਾਂ ਨੂੰ ਹਿਰਦੇ ਵਿੱਚ ਧਾਰਨ ਦਾ ਯਤਨ ਕਰੀਏ, ਜਿਸ ਦੇ ਨਾਲ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸਨਮੁਖਤਾ ਹਾਸਲ ਹੋਵੇ। ਗਰੀਬ ਨਿਵਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਉਪਦੇਸ਼ ਦੀਆਂ 2 ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਹਰ ਹਰ ਭਜਨ ਪੂਰੇ ਗੁਰ ਸੰਗ, ਜਪ ਤਰੀਐ ਨਾਨਕ ਨਾਮ ਹਰ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੀ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮਦਾਨ, ਰਾਖੋ ਹਿਐ ਪਰੋਇ। ਆਈ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ।
ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੈ ਪਾਰ। ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੈਕਾਰਾ ਗਜਾਵੇ ਸੋ ਨਿਹਾਲ ਹੋ ਜਾਵੇ।